ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਸਰਬੱਤ ਸੰਗਤਾਂ ਨਿਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹਾਂ। ਦਸੋਂ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਦਰਸ਼ਨ ਕੀਤੇ, ਨਮਸਕਾਰ ਕਰਕੇ ਪੁੰਨਾਂ ਵਿੱਚ ਵਾਧਾ ਕੀਤਾ। ਆਓ ਜਿਸ ਪ੍ਰਕਾਰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਮਨ ਵਿੱਚ ਇਕਾਗਰ ਕਰਕੇ ਸਰਵਣ ਕਰੋ ਜੀ। ਸ਼ਲੋਕ ਇਹ ਮਹਾਰਾਜ ਸਾਹਿਬ ਜੀ ਨੇ ਇੱਥੇ ਜਿਹੜਾ ਸ਼ਲੋਕ ਕਥਨ ਕੀਤਾ ਹੈ, ਇਸ ਦਾ ਭਾਵ ਇਹ ਹੈ, ਕਿਉਂਕਿ ਕਬੀਰ ਸਾਹਿਬ ਦਾ ਸ਼ਲੋਕ ਹੈ ਇਹ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਸਤਿਗੁਰੂ ਸਾਨੂੰ ਕਬੀਰ ਸਾਹਿਬ ਜੀ ਦਾ ਜਿਹੜਾ ਸ਼ਬਦ ਹੈ ਨਾ, ਕਬੀਰ ਕਸੌਟੀ ਰਾਮ ਕੀ, ਇਹ ਸ਼ਲੋਕ ਦੇ ਅਰਥਾਂ ਦੀ ਵਿਚਾਰ ਦੱਸਣਾ ਕਰੋ। ਤਾਂ ਸਤਿਗੁਰੂ ਮਹਾਰਾਜ ਸਾਹਿਬ ਨੇ ਕਬੀਰ ਜੀ ਦਾ ਸ਼ਲੋਕ ਜਿਹੜਾ ਹੈ ਉਹਦੇ ਅਰਥ ਸਿੱਖਾਂ ਨੂੰ ਸੁਣਾਉਂਦੇ ਹੈ। ਪਹਿਲਾ ਸ਼ਲੋਕ ਜਿਸ ਪ੍ਰਕਾਰ ਹੈ, ਸੁਣੋ ਜੀ। ਕਬੀਰ ਕਸੌਟੀ ਰਾਮ ਕੀ। ਭਗਤ ਕਬੀਰ ਜੀ ਨੇ ਕਿਹਾ, ਬਚਨ ਕੀਤਾ ਕਿ ਰਾਮ ਪਰਮੇਸ਼ਰ ਦੀ ਜਿਹੜੀ ਭਗਤੀ ਰੂਪੀ ਕਸੌਟੀ ਹੈ ਜਾਂ ਤਿਤਿਕਸ਼ਾ ਰੂਪੀ ਕਸੌਟੀ ਹੈ। ਕਸੌਟੀ ਨਾਮ ਪਰਖਣਾ ਦਾ ਹੈ। ਇਹ ਜਿਹੜੀ ਕਸਵੱਟੀ ਹੈ ਨਾ, ਪਰਮੇਸ਼ਰ ਵਾਹਿਗੁਰੂ ਦੇ ਝੂਠਾ ਟਿਕੈ ਨਾ ਕੋਇ। ਤੇ ਉਹਦੇ ਉੱਤੇ ਮਿਥਿਆ ਵਿੱਚ ਲੱਗਣ ਵਾਲਾ, ਮਿਥਿਆ ਕੀ ਹੈ? ਪਦਾਰਥ। ਮਿਥੇ ਪਦਾਰਥਾਂ ਵਿੱਚ ਲੱਗਿਆ ਹੋਇਆ ਜਿਹੜਾ, ਉਹ ਕੋਈ ਵੀ ਝੂਠਾ ਪੁਰਸ਼ ਟਿਕ ਨਹੀਂ ਸਕਦਾ, ਚੱਲ ਨਹੀਂ ਸਕਦਾ ਉਸ ਰਸਤੇ ਤੇ। ਇਹ ਭਾਵ ਹੈ ਇਸ ਦਾ। ਅਰਥ ਸੁਣਾਇਆ ਮਹਾਰਾਜ ਸਾਹਿਬ ਜੀ ਨੇ ਉਹ ਸ਼ਲੋਕ ਉਚਾਰ ਕੇ। ਰਾਮ ਕਸੌਟੀ ਸੋ ਸਹੈ। ਰਾਮ ਪਰਮੇਸ਼ਰ ਦੀ ਭਗਤੀ, ਤਤਿਕਸ਼ਾ ਰੂਪੀ ਕਸਵੱਟੀ, ਭਾਣਾ ਮੰਨਣ ਰੂਪੀ ਕਸਵੱਟੀ, ਇਹ ਜਿਹੜੀ ਪਰਖਣਾ ਹੈ ਉਹ ਪੁਰਖ ਹੀ ਸਹਾਰ ਸਕਦਾ ਹੈ। ਜੋ ਮਰ ਜੀਵਾ ਹੋਏ। ਜਿਹੜਾ ਸੰਸਾਰ ਵੱਲੋਂ ਮਰ ਕੇ ਪਰਮੇਸ਼ਰ ਵੱਲ ਜੀਵਿਆ ਹੋਇਆ ਹੁੰਦਾ ਹੈ, ਜੋ ਵਾਹਿਗੁਰੂ ਨਾਲ ਲਿਵ ਲਗਾ ਕੇ ਜੀਵਤ ਭਾਵ ਤੋਂ ਮਰਿਆ ਹੋਵੇ, ਤੇ ਉਹ ਇੱਕ ਕਸਵੱਟੀ ਨੂੰ ਸਹਾਰ ਸਕਦਾ ਹੈ। ਇਹ ਮਹਾਰਾਜ ਸਾਹਿਬ ਨੇ ਅਰਥ ਸੁਣਾਏ। ਫਿਰ ਸਾਧ ਸੰਗਤ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਜੋ ਸਿੱਖਾਂ ਨੇ ਪ੍ਰਸ਼ਨ ਕੀਤੇ, ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਹਿਲੇ ਸਤਿਗੁਰੂ ਜੀ ਉਹਨਾਂ ਪ੍ਰਸ਼ਨਾਂ ਦਾ ਉਚਾਰਨ ਕਰਦੇ ਆਪਣੀ ਰਸਨਾ ਤੋਂ ਗੋਇੰਦਵਾਲ ਸਾਹਿਬ, ਤੇ ਫਿਰ ਉਹਨਾਂ ਦਾ ਉੱਤਰ ਵੀ ਆਪੇ ਦੇਣਗੇ। ਜਿਗਿਆਸੂ ਮੁਖ ਦੁਆਰਾ ਪ੍ਰਸ਼ਨ ਹੈ ਜੀ। ਮਹੱਲਾ ਤੀਜਾ ਤੀਸਰੇ ਪਾਤਸ਼ਾਹ ਜਿਗਿਆਸੂ ਮੁਖ ਦੁਆਰਾ ਜਾਂ ਜਿਗਿਆਸੂਆਂ ਵੱਲੋਂ ਜਿਹੜਾ ਪ੍ਰਸ਼ਨ ਹੈ ਪਹਿਲਾਂ ਉਹ ਗੁੰਥਨ ਕਰਦੇ ਹਨ ਜੀ। ਕਿਉ ਕਰ ਇਹੋ ਮਨ ਮਾਰੀਐ। ਇਹ ਜਿਸ ਪ੍ਰਕਾਰ ਹੈ ਵੀ ਜਿਹੜਾ ਮਨ ਹੈ, ਮਨ ਦਾ ਜਿਹੜਾ ਮੰਦਾ ਸੁਭਾਅ ਹੈ, ਉਹਨੂੰ ਕਿਵੇਂ ਮਾਰਨਾ ਕਰੀਏ। ਕਿਉਂ ਕਰ ਨਿਰਤਕ ਹੋਏ। ਕਿਉਂ ਦਾ ਅਰਥ ਹੈ ਕਿਵੇਂ ਕਰਕੇ ਜੀਵਤ ਭਾਵ ਵੱਲ ਮਿਰਤਕ ਮਰਨ ਵਾਲਾ ਹੋਵੇ। ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ, ਤੇ ਉਸੇ ਭਾਵ ਨੂੰ ਲੈ ਕੇ, ਕਿਉਂਕਿ ਤੀਸਰੇ ਪਾਤਸ਼ਾਹ ਕੋਲ ਵੀ ਐਸੀਆਂ ਵਿਚਾਰਾਂ ਹੁੰਦੀਆਂ ਰਹਿੰਦੀਆਂ ਸਨ, ਤੇ ਮਹਾਰਾਜ ਸਾਹਿਬ ਜੀ ਨੇ ਕਬੀਰ ਸਾਹਿਬ ਜੀ ਦੇ ਉਸੇ ਸ਼ਬਦ ਦੇ ਅਨੁਸਾਰ ਫਿਰ ਅੱਗੇ ਪ੍ਰਕਰਨ ਬਣਾ ਕੇ ਉੱਤਰ ਦਿੰਦੇ ਨੇ। ਕਹਿਆ ਸ਼ਬਦ ਨਾ ਮਾਨਈ। ਤੇ ਇਹ ਜਿਹੜਾ ਸੀ ਸਵਾਲ ਵੀ ਕਿਵੇਂ ਕਰਕੇ ਮਨ ਜਿਹੜਾ ਮੰਦਾ ਸੁਭਾਅ ਇਹਦਾ ਕਿਵੇਂ ਮਰਨਾ ਹੋਵੇ, ਕਿਵੇਂ ਜੀਵਤ ਭਾਵ ਵੱਲ ਮਿਰਤਕ ਮਰਨ ਵਾਲਾ ਹੋਵੇ। ਉੱਤਰ ਵਿੱਚ ਮਹਾਰਾਜ ਕਹਿੰਦੇ ਕਹਿਆ ਸ਼ਬਦ ਨਾ ਮਾਨਈ। ਇਹ ਜੀਵ ਗੁਰਾਂ ਦਾ ਕਿਹਾ ਹੋਇਆ, ਆਖਿਆ ਹੋਇਆ ਸ਼ਬਦ ਉਪਦੇਸ਼ ਹੈ ਜਿਹੜਾ, ਉਹਨੂੰ ਮੰਨਦਾ ਨਹੀਂ ਹੈ। ਇਹਦੇ ਚ ਬੜਾ ਭਾਰੀ ਇੱਕ ਘਟਾ ਹੈ, ਨੁਕਸ ਪੈ ਗਿਆ ਇਹਦੇ ਵਿੱਚ। ਹਉਮੈ ਛੱਡੈ ਨਾ ਕੋਈ। ਹਉਮੈ ਹੰਗਤਾ ਮਮਤਾ ਨੂੰ ਕੋਈ ਵੀ ਛੱਡਣਾ ਨਹੀਂ ਚਾਹੁੰਦਾ, ਕੋਈ ਛੱਡਦਾ ਨਹੀਂ ਹੈ। ਇਸੇ ਕਰਕੇ
ਨਾ ਹੀ ਮਨ ਦਾ ਮੰਦਾ ਸੁਭਾਅ ਮਰਦਾ ਹੈ ਤੇ ਨਾ ਹੀ ਜੀਵਤ ਭਾਵ ਵੱਲ ਮਰਨਾ ਹੁੰਦਾ ਹੈ। ਗੁਰ ਪ੍ਰਸਾਦੀ ਹਉਮੈ ਛੁਟੈ। ਹੁਣ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਆ, ਕਹਿੰਦੇ ਬਈ ਜਦੋਂ ਗੁਰਾਂ ਦੀ ਪ੍ਰਸਾਦੀ ਕਿਰਪਾ ਹੋ ਜਵੇ, ਗੁਰਾਂ ਦੀ ਕਿਰਪਾ ਦੇ ਨਾਲ ਦੇਹ ਦੀ ਹਉਮੈ ਹੰਗਤਾ ਜਿਹੜੀ ਹੈ ਉਹ ਛੁੱਟ ਜਾਵੇ। ਜੀਵਨ ਮੁਕਤ ਸੋ ਹੋਏ। ਸੋ ਪੁਰਖ ਜਗ ਦੇ ਵਿੱਚ ਜੀਵਨ ਜਿਉਂਦਾ ਹੀ ਮੁਕਤ ਰੂਪ ਹੋ ਜਾਂਦਾ। ਫਿਰ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ, ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਨਾਨਕ ਜਿਸਨੂੰ ਬਖਸ਼ੇ ਤਿਸ ਮਿਲੈ। ਸਤਿਗੁਰੂ ਜੀ ਕਥਨ ਕਰਦੇ ਹੈ ਵੀ ਜਿਸ ਨੂੰ ਪੂਰਾ ਗੁਰੂ ਨਾਮ ਦੀ ਦਾਤ ਬਖਸ਼ ਦੇਵੇ ਤਿਸ ਮਿਲੈ, ਉਸੇ ਨੂੰ ਬ੍ਰਹਮ ਵਿਦਿਆ ਮਿਲਦੀ ਹੈ, ਉਸੇ ਨੂੰ ਜੀਵਨ ਮੁਕਤੀ ਮਿਲਦੀ ਹੈ। ਤਿਸ ਬਿਘਨ ਨਾ ਲਾਗੈ ਕੋਈ। ਫਿਰ ਤਿਸ ਉਸ ਨੂੰ ਕੋਈ ਵੀ ਬਿਘਨ ਨਾਮ ਰੁਕਾਵਟ ਦਾ ਹੈ, ਕੋਈ ਰੁਕਾਵਟ ਕਾਮ ਆਦਿਕ ਨਹੀਂ ਪਾ ਸਕਦਾ। ਇਹ ਔਗਣ ਰੁਕਾਵਟਾਂ ਨਹੀਂ ਪਾ ਸਕਦੀ ਕਿਉਂਕਿ ਅਵਸਥਾ ਇਦੋਂ ਉੱਪਰ ਚਲੀ ਗਈ। ਇਹ ਨੀਚੀ ਅਵਸਥਾ ਦੇ ਵਿੱਚ ਆਪਣਾ ਅਸਰ ਪਾਉਂਦੇ ਆ, ਇਸ ਕਰਕੇ ਫਿਰ ਉਹਨੂੰ ਕੋਈ ਵਿਘਨ ਰੁਕਾਵਟ ਨਹੀਂ ਹੁੰਦੀ ਹੈ। ਤੇ ਉਹਨਾਂ ਨੂੰ ਭਾਈ ਰਸਤੇ ਦੇ ਵਿੱਚ ਜਮਦੂਤ ਵੀ ਰੁਕਾਵਟ ਨਹੀਂ ਪਾ ਸਕਦੇ। ਇਹ ਲੋਕ ਦੇ ਵਿੱਚ ਕੋਈ ਵੀ ਰਾਜਨੀਤਿਕ ਲੋਕ ਜਾਂ ਦੁਸ਼ਮਣ ਰੁਕਾਵਟ ਨਹੀਂ ਪਾ ਸਕਦੇ। ਅੰਦਰ ਦੇ ਕਾਮ ਕ੍ਰੋਧ ਆਦਿ ਇਹ ਵੀ ਰੁਕਾਵਟ ਨਹੀਂ ਪਾ ਸਕਦੇ। ਮਹਲਾ ਤੀਜਾ। ਅੱਗੇ ਮਹਾਰਾਜ ਸਾਹਿਬ ਜੀ ਤੀਸਰੇ ਪਾਤਸ਼ਾਹ ਦਾ ਮਹਲਾ ਹੈ। ਜੀਵਤ ਮਰਣਾ ਸਭ ਕੋ ਕਹੈ। ਇਹ ਪ੍ਰਸ਼ਨ ਹੈ ਜੀਵਤ ਭਾਵ ਤੋਂ ਮਰਨਾ। ਇਹ ਤਾਂ ਵੇਦਾਂ ਸ਼ਾਸਤਰਾਂ ਵਿੱਚ ਰਿਸ਼ੀ ਮੁਨੀ ਆਦਿ ਸਾਰੇ ਕਹਿੰਦੇ ਆ ਰਹੇ ਹੈ, ਸਭ ਕੋਈ ਕਹਿ ਰਿਹਾ। ਪਰ ਇਹ ਦੱਸੋ ਜੀਵਨ ਮੁਕਤ ਕਿਉ ਹੋਏ। ਇਹ ਪ੍ਰਸ਼ਨ ਹੈ ਵੀ ਜੀਵ ਜੀਵਨ ਮੁਕਤ ਕਿਵੇਂ ਹੋ ਸਕਦਾ ਹੈ, ਇਹ ਕਿਰਪਾ ਕਰਕੇ ਦੱਸੋ। ਉੱਤਰ ਦਿੰਦੇ ਨੇ ਮਹਾਰਾਜ, ਭੈ ਕਾ ਸੰਜਮ ਜੀ ਕਰੇ। ਜੇਕਰ ਜੀਵ ਪਰਮੇਸ਼ਰ ਦੇ ਡਰ ਧਾਰਨ ਕਰਨ ਦਾ ਸੰਜਮ ਪੱਥ ਪਰਹੇਜ ਹੈ ਜਿਹੜਾ, ਇਹ ਸਾਧਨ ਕਰੇ। ਦਾਰੂ ਭਾਉ ਲਾਏ। ਭਾਵ ਨਾਮ ਹੈ ਪ੍ਰੇਮ ਦਾ। ਭੱਬੇ ਨੂੰ ਕੰਨਾ ਲੱਗਿਆ ਭਾਉ ਪ੍ਰੇਮ ਰੂਪੀ ਦਾਰੂ ਦਵਾਈ ਲਾਏ ਲਾਉਣਾ ਕਰੇ। ਅਨ ਦਿਨ ਗੁਣ ਗਾਵੇ ਸੁਖ ਸਹਜੀ। ਰਾਤ ਦਿਨ ਪਰਮੇਸ਼ਰ ਦੇ ਗੁਣ ਗਾਉਣਾ ਕਰੇ। ਸਹਜੇ ਸੁਤੇ ਸਿੱਧੀ ਸਰੂਪ ਦੀ ਪ੍ਰਾਪਤੀ ਦਾ ਸੁਖ ਆਨੰਦ ਪ੍ਰਾਪਤ ਹੁੰਦਾ ਹੈ। ਫਿਰ ਸਹਿਜੀ ਸੁਖ ਮਿਲ ਜਾਂਦਾ ਹੈ। ਬਿਖ ਭਾਵ ਜਲ ਨਾਮ ਤਰੀ। ਜਦੋਂ ਗੁਰਾਂ ਦੁਆਰਾ ਨਾਮ ਨੂੰ ਜਪਿਆ, ਨਾਮ ਜਪ ਕੇ ਬਿਖ ਬਿਓ ਰੂਪ ਭੈਦਾਇਕ ਸੰਸਾਰ ਸਮੁੰਦਰ, ਬਿਓ ਰੂਪ ਵਿਸ਼ੇ ਵਿਕਾਰ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਇਸ ਪ੍ਰਕਾਰ ਜੀਵਨ ਮੁਕਤ ਹੋ ਸਕਦਾ ਹੈ। ਨਾਨਕ ਗੁਰਮੁਖ ਪਾਈਐ। ਸਤਿਗੁਰੂ ਜੀ ਕਥਨ ਕਰਦੇ ਹੈ ਕਿ ਗੁਰਮੁਖਾਂ ਦੀ ਸੰਗਤ ਕਰਕੇ ਇਹ ਦਾਤ ਪਾਈ ਹੈ, ਪਾਉਣਾ ਕਰੀਦੀ ਹੈ, ਪਰ ਇਹ ਪ੍ਰਾਪਤ ਉਸ ਨੂੰ ਹੁੰਦੀ ਹੈ ਜਾ ਕੋ ਨਦਰ ਕਰੇ। ਜਿਸ ਦੇ ਉੱਤੇ ਪਰਮੇਸ਼ਰ ਨਦਰ ਕਿਰਪਾ ਦ੍ਰਿਸ਼ਟੀ ਕਰਦਾ। ਜਾਂ ਫਿਰ ਸਤਿਗੁਰੂ ਜੀ ਕਥਨ ਕਰਦੇ ਹੈ ਨਾਨਕ ਗੁਰਮੁਖ ਪਾਈ ਹੈ ਕਿ ਗੁਰਮੁਖ ਮੁਖੀ ਗੁਰਾਂ ਦੁਆਰਾ ਸੰਗਤ ਕਰਕੇ ਹੀ ਨਾਮ ਪਾਈਦਾ। ਜਾ ਕੋ ਨਦਰ ਕਰੇ, ਪਰ ਪੂਰਾ ਗੁਰੂ ਜਿਹੜਾ ਹੈ ਉਸ ਨੂੰ ਪ੍ਰਾਪਤ ਹੁੰਦਾ ਹੈ ਜਿਸ ਦੇ ਉੱਤੇ ਪਰਮੇਸ਼ਰ ਦੀ ਦਇਆ ਦ੍ਰਿਸ਼ਟੀ ਹੁੰਦੀ ਹੈ ਜਾਂ ਵਾਹਿਗੁਰੂ ਦਇਆ ਦ੍ਰਿਸ਼ਟੀ ਕਰਦਾ ਹੈ। ਪੌੜੀ। ਅੱਗੇ ਪੌੜੀ ਕਥਨ ਕਰਦੇ ਹਨ ਜੀ। ਦੂਜਾ ਭਾਉ ਰਚਾਇਓਨ। ਸੰਸਾਰ ਵਿੱਚ ਦਵੈਤ ਭਾਵ ਜਿਹੜੀ ਹੈ ਰਚਾਇਆ ਹੋਇਆ ਹੈ। ਸੰਸਾਰ ਵਿੱਚ ਦੂਜਾ ਨਾਮ ਹੈ ਦਵੈਤ ਦਾ। ਦਵੈਤ ਭਾਵ ਰਚਾਇਆ ਹੋਇਆ ਹੈ ਦਵੈਤ ਨੇ। ਇਹ ਸਾਰਾ ਸੰਸਾਰ ਮਾਇਆ ਨੇ ਦਵੈਤ ਦੇ ਵਿੱਚ ਹੀ ਰਚਿਆ ਹੋਇਆ। ਇਸ ਕਰਕੇ ਜੋ ਸੰਸਾਰ ਦੇ ਵਿੱਚ ਤ੍ਰੈ ਗੁਣ ਵਰਤਾਰਾ। ਸੰਸਾਰ ਵਿੱਚ 3 ਗੁਣ ਰਾਜਸੀ ਤਾਮਸੀ ਸਾਂਤਕੀ, ਇਹਨਾਂ ਗੁਣਾਂ ਦਾ ਵਰਤਾਰਾ ਵਰਤ ਰਿਹਾ ਹੈ। ਤਿੰਨਾਂ ਗੁਣਾਂ ਦੇ ਵਰਤਾਰੇ ਵਾਲਾ ਜੋ ਸੰਸਾਰ ਹੈ ਇਸ ਵਿੱਚ ਦਵੈਤ ਭਾਵ ਹੀ ਰਚਾਇਆ ਹੋਇਆ ਹੈ। ਬ੍ਰਹਮਾ ਵਿਸ਼ਨ ਮਹੀਸ ਉਪਾਇਨ। ਉਸ ਪਰਮੇਸ਼ਰ ਨੇ ਬ੍ਰਹਮਾ ਜਿਹੜਾ ਹੈ ਇਹ ਰਜੋਗੁਣੀ ਦੇਵਤਾ ਹੈ। ਵਿਸ਼ਨੂੰ ਜੀ ਇਹ ਸਤੋਗੁਣੀ ਦੇਵਤੇ ਨੇ ਤੇ ਜਿਹੜਾ ਮਹੇਸ਼ ਸ਼ਿਵ ਜੀ ਹੈ ਇਹ ਤਮੋਗੁਣੀ ਦੇਵਤਾ ਹੈ। ਪਰਮੇਸ਼ਰ ਨੇ ਆਪ ਹੀ ਇਹਨਾਂ ਨੂੰ ਉਪਾਇਆਂ ਪੈਦਾ ਕੀਤਾ ਹੈ, ਆਪਣੇ ਆਪ ਨਹੀਂ ਪੈਦਾ ਹੋਏ।
ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲੈ ਦੀ ਬਾਣ। ਇਹੀ ਭਾਵ ਹੈ ਇਹਦਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸ੍ਰੀ ਦਸਵੇਂ ਚ ਪਾਵਨ ਬਚਨ ਕਹੇ ਹੈ, ਬ੍ਰਹਮਾ ਵਿਸ਼ਨ ਮਹੇਸ਼ ਸਾਜ, ਕੁਦਰਤ ਦਾ ਖੇਲ ਰਚਾਇਆ। ਕੁਦਰਤ ਦਾ ਖੇਲ ਬਣਾਇਆ ਉਹ ਪਰਮੇਸ਼ਰ ਨੇ, ਇਉਂ ਬਣਤਰ ਬਣਾਈ ਹੈ ਸੰਸਾਰ ਦੀ। ਤੇ ਐਸਾ ਜੋ ਪਰਮੇਸ਼ਰ ਹੈ ਉਹਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਨੂੰ ਪੈਦਾ ਕੀਤਾ ਹੈ। ਬ੍ਰਹਮਾ ਵਿਸ਼ਨ ਸਿਰੇ ਤੈ ਅਗਨਤ, ਤਿਨ ਕੋ ਮੋਹ ਪਿਆ ਮਨ ਮਦ। हे ਵਾਹਿਗੁਰੂ ਤਾਂ ਹੀ ਪੈਦਾ ਕੀਤੇ ਨੇ। ਹੁਕਮ ਕਮਾਵਨ ਕਾਰਾ, ਆਪ ਹੀ ਉਪਾਇਨ ਪੈਦਾ ਕਰਨ ਵਾਲਾ ਤੇ ਫਿਰ ਜਿਵ ਜੇ ਹੁਕਮ ਤਿਵੇਂ ਤਿਵਕਾਰ। ਇਹ ਜਿਵੇਂ ਉਹ ਵਾਹਿਗੁਰੂ ਹੁਕਮ ਕਰਦਾ ਹੈ ਇਹ ਤਿਵੇਂ ਤਿਵੇਂ ਹੀ ਕਾਰ ਕਰਦੇ ਹਨ, ਆਪਣੀ ਮਰਜ਼ੀ ਨਹੀਂ ਕਰ ਸਕਦੇ। ਤੇ ਇਹ ਗੱਲ ਹੈ ਵੀ ਇਹ ਉਸ ਨਿਰਾਕਾਰ ਨੂੰ ਵੇਖ ਨਹੀਂ ਸਕਦੇ, ਉਹ ਇਹਨਾਂ ਨੂੰ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ। ਬਹੁਤਾ ਇਹੋ ਵੱਡਾ ਨਹੀਂ, ਇਹ ਅਚਰਜ ਹੈ। ਪਰ ਉਹ ਕਰਨਕਾਰ ਪਰਮੇਸ਼ਰ ਨਿਰਾਕਾਰ ਵਾਹਿਗੁਰੂ ਹੈ, ਉਹਦਾ ਹੁਕਮ ਹੈ ਇਹਨਾਂ ਤਿੰਨਾਂ ਦੇ ਉੱਤੇ। ਬ੍ਰਹਮਾ ਨੂੰ ਕਹਿਤਾ ਤੂੰ ਭਾਂਡੇ ਸਾਜਣੇ। ਬ੍ਰਹਮਾ ਸਾਜਣ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ ਬ੍ਰਹਮਾ ਨੂੰ, ਵਿਸ਼ਨੂੰ ਜੀ ਨੇ ਰੋਜੀ ਦੇਣ ਦੀ, ਔਰ शिव जी ਨੂੰ ਲੈਤਾ ਕਰਨ ਦੀ। ਇਹ ਉਹਦੇ ਹੁਕਮ ਚ ਕਰ ਰਹੇ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਕਾਰਾ ਕਾਰਜ ਜਿਹੜੇ ਕਮਾਉਂਦੇ ਆ ਸੰਸਾਰ ਦਾ ਉਹਦੇ ਹੁਕਮ ਵਿੱਚ ਕਰਦੇ ਨੇ। ਪੰਡਿਤ ਪੜ੍ਹਦੇ ਜੋਤ ਕੀ, ਪੰਡਿਤ ਵਿਦਵਾਨ ਲੋਕ ਜੋ ਵੇਦਾਂ ਨੂੰ ਜੋਤ ਕੀ, ਜੋਤਸੀ ਲੋਕ, ਫਲਾਣੇ ਟਾਈਮ ਹਨੇਰੀ ਆਏਗੀ, ਝੱਖੜ ਆਊਗਾ, ਮੀਂਹ ਪਊਗਾ, ਫਲਾਣੇ ਟਾਈਮ ਕਾਲ ਪਊਗਾ, ਇਹ ਜੋਤ ਚਲਾਉਂਦੇ। ਪੰਡਿਤ ਪੜ੍ਹਦੇ ਜੋਤ ਕੀ, ਕਿਉਂ ਸ਼ਾਸਤਰਾਂ ਨੂੰ ਪੜ੍ਹਦੇ ਰਹਿੰਦੇ, ਜੋਤ ਸ਼ਾਸਤਰ ਨੂੰ। ਨਾ ਬੁੱਝੈ ਵਿਚਾਰਾ, ਪਰ ਸ੍ਰੇਸ਼ਟ ਵਿਚਾਰ ਉਹ ਕੀ ਹੈ? ਸਰੂਪ ਦੀ ਵਿਚਾਰ ਹੈ, ਉਹਨੂੰ ਤਾਂ ਜਾਣਦੇ ਹੀ ਨਹੀਂ ਹੈ। ਇਸ ਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ, ਉਹ ਤੋਂ ਵਾਂਝੇ ਨੇ। ਹੋਰ ਗੱਲਾਂ ਬਥੇਰੀਆਂ ਜਾਣਦੇ ਹਨ। ਸਭ ਕਿਛ ਤੇਰਾ ਖੇਲ ਹੈ। ਇਹ ਵਾਹਿਗੁਰੂ ਇਹ ਸਭ ਕੁਝ ਤੇਰਾ ਖੇਡ ਹੈ ਮਹਾਰਾਜ। ਤੇਰਾ ਜਿਹੜੀ ਸੰਸਾਰ ਹੈ ਤੇਰੀ ਖੇਡ ਰਚੀ ਹੋਈ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਇਹ ਤੇਰਾ ਇੱਕ ਖੇਡ ਹੈ ਮਹਾਰਾਜ, ਤੇ ਬਾਜੀਗਰ ਦੀ ਤਰ੍ਹਾਂ ਬਾਜੀ ਪਾਈ ਹੋਈ ਹੈ। ਬਾਜੀਗਰ ਸਵਾਂਗ ਅਕੇਲਾ, ਉਹ ਅਕੇਲਾ ਹੀ ਹੈ ਜਿਵੇਂ ਬਾਜੀਗਰ ਇਕੱਲਾ ਹੀ ਹੁੰਦਾ ਹੈ। ਆਪਣੇ ਰੰਗ ਰਵਾਇਓ, ਆਪਣੇ ਰੰਗ ਦੇ ਵਿੱਚ ਸ੍ਰਿਸ਼ਟੀ ਨੂੰ ਸਾਜਦਾ ਹੈ। ਐਸਾ ਵਾਹਿਗੁਰੂ ਹੈ। ਸਭ ਕੁਝ ਤੇਰਾ ਖੇਲ ਹੈ। ਖੇਲ 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 ਖੇਲਣ ਅੰਤ ਕੋ ਫਿਰ ਏਕ। ਤੇ हे ਪਰਮੇਸ਼ਰ ਵਾਹਿਗੁਰੂ ਜੀ ਸੱਚ ਸੱਚ ਸਿਰਜਣਹਾਰਾ, ਇਹ ਸੱਚੇ ਰਚਨਹਾਰ ਪਰਮੇਸ਼ਰ। ਸਭ ਕੁਝ ਤੇਰਾ ਖੇਲ ਹੀ ਹੈ ਮਹਾਰਾਜ। ਇਹ ਤੇਰੀ ਖੇਡ ਹੈ। ਕਮਦਾਰੀ ਦੀ ਖੇਡ ਭਰਮਾ ਲੈਂਦੀ ਹੈ ਜੀਵਾਂ ਨੂੰ। ਤੂੰ ਤਾਂ ਏਡਾ ਵੱਡਾ ਹੈ, ਇਸ ਕਰਕੇ ਤੇਰੀ ਖੇਡ ਜਿਹੜੀ ਹੈ ਉਹ ਸਮਝ ਨਹੀਂ ਆ ਰਹੀ ਹੈ। ਅੱਗੇ ਦੱਸਦੇ ਨੇ, ਜਿਸ ਭਾਵੈ ਤਿਸ ਬਖਸ਼ ਲੈ। ਹਾਂ, ਇਹ ਗੱਲ ਹੈ ਕਿ ਜਿਸ ਦੀ ਸ਼ਰਧਾ ਤੈਨੂੰ ਪਾ ਜਾਂਦੀ ਹੈ ਉਹਨੂੰ ਬਖਸ਼ ਲੈਂਦਾ, ਜਿਹਦੀ ਘਾਲਣਾ ਤੈਨੂੰ ਪਾ ਜਾਂਦੀ ਹੈ ਉਹਨੂੰ ਤੂੰ ਬਖਸ਼ ਲੈਣਾ ਹੈ। ਜਿਸ ਭਾਵੈ ਤਿਸ ਬਖਸ਼ ਲੈ, ਉਹਦੇ ਗੁਨਾਹ ਬਖਸ਼ ਦਿੰਦਾ ਹੈ। ਸੱਚ ਸ਼ਬਦ ਸਮਾਈ, ਉਸ ਨੂੰ ਬਖਸ਼ ਲੈਣ ਤੇ ਉਹਦੀ ਸੱਚ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਤੇਰੇ ਸਰੂਪ ਵਿੱਚ ਸਮਾਈ ਲੀਨਤਾ ਹੁੰਦੀ ਹੈ। ਵਾਹ ਵਾਹ ਸੱਚੇ ਪਾਤਸ਼ਾਹ, हे ਸੱਚੇ ਪਾਤਸ਼ਾਹ ਤੂੰ ਵਾਹ ਅਚਰਜ ਹੈ ਤੇ ਵਾਹ ਵਿਸਮਾਦ ਰੂਪ ਹੈ ਮਹਾਰਾਜ। ਤੂੰ ਆਪ ਹੀ ਸੱਚੀ ਨਹੀਂ, ਬੋਲੋ ਤੂੰ ਸੱਚੀ ਨਾਈ, ਤੂੰ ਆਪ ਹੀ ਸੱਚੀ ਨਾਈ ਮਹਿਮਾ ਵਾਲਾ ਹੈ। ਹੁਣ ਅਗਲੇ ਸ਼ਲੋਕ ਸਤਿਗੁਰੂ ਪਖੰਡ ਦਾ ਖੰਡਨ ਕਰਨਗੇ ਜੀ। ਸ਼ਲੋਕ ਮਹਲਾ ਤੀਜਾ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਹਨ ਜੀ ਅੱਗੇ ਸ਼ਲੋਕ, ਮਨ ਕਾ ਝੂਠਾ ਝੂਠ ਕਮਾਵੇ। ਜਿਹਦੇ ਮਨ ਦੇ ਵਿੱਚ ਝੂਠ ਹੈ ਤੇ ਉਹ ਭਾਈ ਬਾਹਰ ਵੀ ਝੂਠ ਦਾ ਪ੍ਰਗਟਾਵਾ ਹੀ ਕਰਦਾ ਹੈ। ਜਿਹੜਾ ਮਨ ਚਿੱਤ ਦਾ ਝੂਠਾ ਪੁਰਖ ਹੈ ਉਹ ਝੂਠ ਨੂੰ ਹੀ ਕਮਾਉਂਦਾ ਹੈ। ਝੂਠੇ ਪਦਾਰਥਾਂ ਵਿੱਚ ਲੱਗ ਕੇ ਝੂਠਾ ਕਰਮ ਨੂੰ ਹੀ ਕਮਾਉਂਦਾ ਹੈ। ਇਸ ਕਰਕੇ ਮਾਇਆ ਨੂੰ ਫਿਰੈ ਤਪਾ ਸਦਾਵੇ। ਮਾਇਆ ਨੂੰ ਜਿਹੜਾ ਲੈਣ ਦੇ ਲਈ ਤੁਰਿਆ ਫਿਰਦਾ, ਆਪਣੇ ਆਪ ਨੂੰ ਤਪਸਵੀ ਸਦਾਵੇ, ਸਦਾਉਂਦਾ, ਭਾਵ ਅਖਵਾਉਂਦਾ ਹੈ। ਇਹ ਦੋ ਤਪੇ ਹੋਏ ਆ ਸਾਧ ਸੰਗਤ ਜੀ। ਇੱਕ ਤਾਂ ਖੰਡੂਰ ਸਾਹਿਬ ਸੀ ਤਪਾ, ਜਿਹਨੇ ਗੁਰੂ ਅੰਗਦ ਦੇਵ ਜੀ ਨੂੰ ਉਸ ਥਾਂ ਤੋਂ ਕਢਾ ਦਿੱਤਾ ਸੀ ਜਦੋਂ ਮਹਾਰਾਜ ਸਾਹਿਬ ਜੀ ਖਾਨ ਛਾਪਰੀ ਨਾਮੇ ਪਿੰਡ ਜਿੱਥੇ ਯਾਦਗਾਰੀ ਸਥਾਨ ਬਣਿਆ ਹੈ
ਤੇ ਜਿਹੜਾ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਉਹ ਮਰਵਾਇਆ ਸੀ ਤੇ ਗੁਰੂ ਸਾਹਿਬ ਨਾਰਾਜ਼ ਹੋ ਗਏ ਸੀ, ਐਸਾ ਨਹੀਂ ਸੀ ਕਰਨਾ ਚਾਹੀਦਾ। ਇੱਕ ਤਾਂ ਇਹ ਤਪਾ ਹੈ, ਇੱਕ ਦੂਜਾ ਇਹਦਾ ਹੀ ਸਾਥੀ ਤਪਾ ਜਿਹੜਾ ਉਹ ਗੋਂਦਵਾਲ ਸਾਹਿਬ ਵਿੱਚ ਹੋਇਆ। ਤੇ ਇਸ ਕਰਕੇ ਹੈ ਦੋਨੇ ਤਪੀ ਪਖੰਡੀ ਸੀ। ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਮਹਾਰਾਜ ਕਹਿੰਦੇ ਨੇ ਆਪਣੇ ਆਪ ਨੂੰ ਤਪਾ ਸਦਾਉਂਦੇ ਐ, ਪਰ ਹੈ ਪਖੰਡੀ, ਮਾਇਆ ਲੈਣ ਵਾਸਤੇ ਤੁਰੇ ਫਿਰਦੇ ਐ ਤੇ ਆਪਣੇ ਆਪ ਨੂੰ ਤਿਆਗੀ ਕਹਾਉਂਦੇ ਹਨ। ਭਰਮੇ ਭੂਲਾ ਸਭ ਤੀਰਥ ਗਹਿ। ਉਹ ਭਰਮ ਦਾ ਭੁਲਾਇਆ ਹੋਇਆ ਸਾਰੇ ਤੀਰਥਾਂ ਦੇ ਉੱਤੇ ਬਾਸ਼ਨਾ ਨੂੰ ਗਹਿ ਗ੍ਰਹਿਣ ਕਰਕੇ ਤੁਰਿਆ ਫਿਰਦਾ ਹੈ। ਭਾਵ 68 ਤੀਰਥਾਂ ਦੀ ਹੰਗਤਾ ਵੀ ਗ੍ਰਹਿਣ ਕਰੀ ਬੈਠਾ। ਮੈਂ ਤੀਰਥਾਂ ਦੇ 68 ਤੀਰਥਾਂ ਤੇ ਇਸ਼ਨਾਨ ਕੀਤਾ। ਇਹ ਹੰਕਾਰ ਲਾਈ ਬੈਠਾ ਅੰਦਰ। ਓਹ ਤਪਾ ਕੈਸੇ ਪਰਮਗਤ ਲਹੈ। ਉਹ ਤਪਸਵੀ ਕਿਸ ਤਰ੍ਹਾਂ ਪਰਮਗਤੀ ਕੇਵਲ ਮੋਕਸ਼ ਨੂੰ ਲੈ ਸਕਦਾ, ਪ੍ਰਾਪਤ ਕਰ ਸਕਦਾ। ਭਾਵ ਨਹੀਂ ਪ੍ਰਾਪਤ ਕਰ ਸਕਦਾ। ਗੁਰ ਪ੍ਰਸਾਦੀ ਕੋ ਸੱਚ ਕਮਾਵੇ। ਗੁਰਾਂ ਦੀ ਕਿਰਪਾ ਕਰਕੇ ਕੋਈ ਵਿਰਲਾ ਪੁਰਖ ਹੀ ਹੈ ਜਿਹੜਾ ਸੱਚੇ ਨਾਮ ਨੂੰ ਕਮਾਉਂਦਾ ਹੈ ਤੇ ਉਹਦੀ ਕਮਾਈ ਕਰਦਾ ਹੈ। ਜਿਹੜਾ ਕਮਾਉਂਦਾ ਹੈ ਉਹਦੇ ਲਈ ਦੱਸਦੇ ਨੇ ਨਾਨਕ ਸੋ ਤਪਾ ਮੋਖ ਅੰਤਰ ਪਾਵੈ। ਸਤਿਗੁਰੂ ਜੀ ਕਥਨ ਕਰਦੇ ਨੇ ਸੋ ਉਹ ਤਪਾ ਤਪਸਵੀ ਮੋਖ ਅੰਤਰ ਸੰਸਾਰ ਦੇ ਅੰਤਰ ਵਿੱਚ ਹੀ ਰਹਿੰਦਾ ਹੋਇਆ ਮੁਕਤੀ ਨੂੰ ਪਾ ਲੈਂਦਾ ਹੈ। ਉਹ ਤਪਾ ਅੰਤਰੇ ਭੇਦ ਵੱਲੋਂ ਮੋਖ ਛੁਟਕਾਰਾ ਪਾ ਲੈਂਦਾ ਹੈ। ਮਹਲਾ ਤੀਜਾ। ਅੱਗੇ ਮਹਲਾ ਤੀਜਾ ਉਚਾਰਨ ਕਰਦੇ ਨੇ ਮਹਾਰਾਜ। ਸੋ ਤਪਾ ਜੇ ਇਹੋ ਤਪ ਘਾਲੇ। ਕਿਉਂ ਤੀਸਰੇ ਪਾਤਸ਼ਾਹ ਨੇ ਮਹਲਾ ਉਚਾਰਨ ਕੀਤਾ ਹੈ। ਉਹ ਹੈ ਤਪਾ, ਉਹ ਅਸਲੀ ਤਪਾ ਤਪਸਵੀ ਹੈ ਜਿਹੜਾ ਗੁਰਮਤਿ ਦੁਆਰਾ ਦੱਸੇ ਹੋਏ ਇਸ ਪ੍ਰਕਾਰ ਜਿਹੜਾ ਇਸ ਪ੍ਰਕਾਰ ਦੇ ਤਪ ਨੂੰ ਘਾਲ ਨਾ ਕਰੇ। ਕਿਹੜੇ ਤਪ ਨੂੰ ਅੱਗੇ ਦੱਸਣਗੇ ਮਹਾਰਾਜ ਸਾਹਿਬ ਜੀ। ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੇ। ਇੱਕ ਤਾਂ ਜਿਹੜਾ ਸਤਿਗੁਰੂ ਨੂੰ ਮਿਲਦਾ ਹੈ ਗੁਰੂ ਦੇ ਉਪਦੇਸ਼ ਦੁਆਰਾ ਹਰ ਵਕਤ ਪ੍ਰਭੂ ਦੇ ਨਾਮ ਨੂੰ ਸੰਭਾਲੇ ਯਾਦ ਕਰਦਾ ਹੈ, ਸ਼ਬਦ ਬ੍ਰਹਮ ਨੂੰ ਸੰਭਾਲਦਾ ਹੈ। ਦੂਸਰਾ ਇਹ ਵੀ ਦੱਸਦੇ ਨੇ ਸਤਿਗੁਰ ਕੀ ਸੇਵਾ ਇਹੋ ਤਪ ਪਰਵਾਨ। ਜੋ ਪੂਰੇ ਸਤਿਗੁਰਾਂ ਦੀ ਸੇਵਾ ਕਰਨੀ ਹੈ, ਟਹਿਲ ਕਰਨੀ ਹੈ, ਝਾੜੂ ਮਾਰਨਾ, ਸਫਾਈ ਕਰਨੀ, ਝੂਠੇ ਭਾਂਡੇ ਮਾਂਜਣੇ, ਬਸਤਰ ਧੋਣੇ, ਲੰਗਰ ਵਰਤਾਉਣਾ, ਲੰਗਰ ਪਕਾਉਣਾ ਇਤਿਆਦਿ ਕੋਈ ਵੀ ਸੇਵਾ ਹੈ। ਸਤਿਗੁਰੂ ਕੀ ਸੇਵਾ ਜਿਹੜੀ ਸਤਿਗੁਰਾਂ ਦੀ ਐਸੀ ਸੇਵਾ ਹੈ, ਐਸਾ ਜਿਹੜਾ ਪ੍ਰਮਾਣ ਹੈ ਇਹੋ ਤਪ ਪਰਵਾਨ। ਇਹ ਤਪੱਸਿਆ ਪ੍ਰਵਾਨਿਕ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਤਪੱਸਿਆ ਹੈ ਗੁਰ ਸੇਵਾ ਤਪਾਂ ਸਿਰ ਤਪਸਾਰ। ਗੁਰੂ ਦੀ ਜਿਹੜੀ ਸੇਵਾ ਹੈ ਉਹ ਵੱਡੀ ਤਪੱਸਿਆ ਕਲਯੁਗ ਦੇ ਅੰਦਰ। ਧੂਣੀਆਂ ਤਾਪਣ ਦੀ ਲੋੜ ਨਹੀਂ, ਜਲ ਧਾਰੇ ਕਰਨ ਦੀ ਲੋੜ ਨਹੀਂ। ਜਿਹੜਾ ਗੁਰੂ ਘਰ ਸੇਵਾ ਕਰਦਾ ਹੈ ਉਹ ਮਹਾਨ ਤਪਸਵੀ ਹੋ ਜਾਂਦਾ ਹੈ। ਨਾਨਕ ਸੋ ਤਪਾ ਅੱਗੇ ਦੱਸਦੇ ਹਨ ਜੀ। ਨਾਨਕ ਸੋ ਤਪਾ ਦਰਗਹਿ ਪਾਵੈ ਮਾਣ। ਪਰ ਇਹ ਸਤਿਗੁਰੂ ਨੂੰ ਜਿਹੜਾ ਸਾਧ ਜੀ ਐਸਾ ਹੈ ਨਾਨਕ ਸੋ ਤਪਾ ਦਰਗਹਿ ਪਾਵੈ ਮਾਣ। ਸਤਿਗੁਰੂ ਜੀ ਕਥਨ ਕਰਦੇ ਉਹ ਤਪਾ ਤਪੀਆ ਪਰਮੇਸ਼ਰ ਦੀ ਦਰਗਾਹ ਦੇ ਅੰਦਰ ਨਿਆਂ ਸਭਾ ਵਿੱਚ ਸੱਚਖੰਡ ਵਿੱਚ ਮਾਣ ਆਦਰ ਪਾਉਂਦਾ ਹੈ। ਕਿਉਂਕਿ ਉਹ ਪੂਰਨ ਸਤਿਗੁਰਾਂ ਨੂੰ ਮਿਲ ਕੇ ਗੁਰ ਸ਼ਬਦ ਉਪਦੇਸ਼ ਦੁਆਰਾ ਹਰ ਵਕਤ ਪ੍ਰਭੂ ਦੇ ਨਾਮ ਨੂੰ ਸੰਭਾਲਿਆ, ਯਾਦ ਕੀਤਾ। ਉਹ ਫਿਰ ਬ੍ਰਹਮ ਨੂੰ ਸੰਭਾਲਦਾ ਤੇ ਉਹਦਾ ਜੀਵਨ ਸਫਲਾ ਹੋ ਗਿਆ। ਅੱਗੇ ਦੱਸਦੇ ਨੇ ਪੌੜੀ ਕਥਨ ਕਰਦੇ ਹਨ ਜੀ। ਰਾਤ ਦਿਨਸ ਉਪਾਇਨ। ਪਰਮੇਸ਼ਰ ਨੇ ਭਾਈ ਰਾਤ ਪੈਦਾ ਕੀਤੀ ਹੈ ਕਿ ਜੀਵ ਸੌਂ ਲਿਆ ਕਰਨਗੇ। ਕੰਮਕਾਰ ਕਰਨ ਵਾਸਤੇ ਰੋਜੀ ਕਮਾਉਣ ਵਾਸਤੇ ਦਿਨ ਉਪਾਇਨ ਪੈਦਾ ਕੀਤਾ। ਜਿਨ ਦਿਨ ਕਰਕੇ ਕੀਤੀ ਰਾਤ। ਜਿਸ ਵਾਹਿਗੁਰੂ ਨੇ ਦਿਨ ਕੀਤਾ ਰਾਤ ਬਣਾਉਣਾ ਕੀਤੀ ਹੈ, ਜਗਤ ਦੀ ਵਰਤਣ ਹੈ ਜਿਹੜੀ। ਅੱਗੇ ਦੱਸਦੇ ਨੇ ਸੰਸਾਰ ਕੀ ਵਰਤਣ। ਸੰਸਾਰ ਜਗਤ ਦੀ ਵਰਤਣ ਵਿਹਾਰ ਵਰਤੋਂ ਵਿਹਾਰ ਦੇ ਲਈ ਉਸ ਪਰਮੇਸ਼ਰ ਨੇ ਰਾਤ ਤੇ ਦਿਨ ਇਹ ਨੇਮ ਬਣਾ ਦਿੱਤਾ ਹੈ। ਦਿਨ ਕਾਰੋਬਾਰ ਕਰੋ ਭਾਈ ਤੇ ਰਾਤ ਦਾ ਚੌਥਾ ਪਹਿਰ ਭਜਨ ਸਿਮਰਨ ਕਰੋ। ਅੰਮ੍ਰਿਤ ਵੇਲੇ ਉਠੋ, ਅੰਮ੍ਰਿਤ ਵੇਲਾ ਸਚਨਾਉ ਬੜਿਆਈ ਵਿਚਾਰ। ਰਾਤ ਦੀ ਨਿਆਈ ਕੀ ਹੈ ਅਗਿਆਨੀ, ਦਿਨ ਦੀ ਨਿਆਈ ਕੀ ਹੈ ਗਿਆਨਵਾਨ। ਇਹ ਪੈਦਾ ਕੀਤੇ ਨੇ ਅਗਿਆਨੀ ਵੀ, ਵਾਹਿਗੁਰੂ ਨੇ ਪੈਦਾ ਕੀਤੇ ਨੇ ਰਾਤ ਦੀ ਨਿਆਈ। ਉਹਨਾਂ ਦੀ ਜ਼ਿੰਦਗੀ ਅੰਧੇਰੇ ਦੀ ਭਰੀ ਹੋਈ ਹੈ।
ਸਤਿਪੁਰਸ਼ਾਂ ਦੀ ਜ਼ਿੰਦਗੀ ਗਿਆਨ ਦੇ ਨਾਲ, ਚਾਨਣੇ ਦੇ ਨਾਲ ਭਰੀ ਹੋਈ ਹੈ। ਸੰਸਾਰ ਦੀ ਬਣਤਰ ਦਾ ਸੰਸਾਰ ਕੀ ਵਰਤਨ ਬੋਲਦੇ ਜੀ। ਸੰਸਾਰ ਕੀ ਵਰਤਨ, ਇਉਂ ਸੰਸਾਰ ਦੀ ਬਣਤਰ ਜਿਹੜੀ ਇਸ ਤਰ੍ਹਾਂ ਵਰਤਾਰਾ ਬਣਾਇਆ ਹੋਇਆ ਹੈ। ਗੁਰਮਤੀ ਘਟ ਚਾਨਣਾ, ਗੁਰੂ ਦੀ ਮਤ ਸਿੱਖਿਆ ਦੁਆਰਾ ਜਿਸ ਦੇ ਘਟ ਹਿਰਦੇ ਹੀ ਗਿਆਨ ਦਾ ਚਾਨਣਾ ਪ੍ਰਕਾਸ਼ ਹੋਇਆ ਹੈ। ਆਨੀਰ ਵਿਨਾਸਣ, ਇਹਨੂੰ ਭਾਈ ਆਨੇਰੇ ਇਸ ਤਰ੍ਹਾਂ ਥੋੜਾ ਜਿਹਾ ਵੀ ਜਣੀ ਆਨੇਰ ਨਾ ਬਣ ਜਵੇ। ਆਨੇਰ ਜਿਵੇਂ ਥੋੜੀ ਜਿਹੀ ਹਲੰਤ ਹੁੰਦੀ ਹੈ ਨਾ, ਇਹਨੂੰ ਬੋਲਣਾ ਇਸ ਤਰ੍ਹਾਂ ਹੀ ਪੈਣਾ। ਤੇ ਉਹ ਅੰਧੇਰੇ ਦਾ ਨਾਸ, ਵਿਨਾਸ਼ ਖਾਸ ਕਰਕੇ ਫਿਰ ਹੋ ਜਾਂਦਾ ਹੈ। ਆਨੀਰ ਵਿਨਾਸਣ, ਤੇ ਇਉਂ ਮਹਾਰਾਜ ਸਾਹਿਬ ਨੇ ਹਨੇਰ ਜਿਹੜਾ ਵਿਨਾਸ਼ਨ ਨਾਸ ਹੋ ਜਾਂਦਾ ਹੈ, ਅੰਧੇਰਾ ਅਗਿਆਨਤਾ ਦਾ। ਹੁਕਮ ਹੀ ਸਭ ਸਾਜੀਆਂ, ਪਰਮੇਸ਼ਰ ਨੇ ਆਪਣੇ ਹੁਕਮ ਵੀ ਸਾਰੀ ਸ੍ਰਿਸ਼ਟੀ ਨੂੰ ਸਾਜਨ ਸਾਜਣਾ ਕੀਤਾ, ਰਚਨਾ ਕੀਤੀ ਹੈ ਸਾਰੀ ਸ੍ਰਿਸ਼ਟੀ। ਰਵਿਆ ਸਭ ਵਣ ਤ੍ਰਿਣ, ਆਪ ਹੀ ਸਾਰਿਆਂ ਦੇ ਵਿੱਚ ਵਣ ਜੰਗਲਾਂ 'ਚ ਤ੍ਰਿਣ ਘਾਹ ਫੂਸ ਜਿਹੜੇ ਇਹਨਾਂ ਦੇ ਵਿੱਚ ਵੀ, ਤੀਲਿਆਂ ਦੇ ਵਿੱਚ ਵੀ ਰਵਿਆ ਮਿਲਿਆ ਹੋਇਆ ਹੈ। ਵਣ ਦੀ ਨਿਆਈ ਸਰੀਰ, ਤ੍ਰਿਣ ਦੀ ਨਿਆਈ, ਕੱਖਾਂ ਦੀ ਨਿਆਈ ਸਾਡੇ ਇੰਦਰੇ ਨੇ, ਇਹਨਾਂ ਇੰਦਰੀਆਂ ਦੇ ਵਿੱਚੋਂ ਮਿਲਿਆ ਹੋਇਆ ਹੈ। ਸਭ ਕਿਛ ਆਪੇ ਆਪ ਹੈ, ਇਹ ਭਾਈ ਸਭ ਕੁਝ ਪਰਮੇਸ਼ਰ ਆਪਣੇ ਆਪ ਸਰੂਪ ਹੀ ਹੈ, ਉਹ ਤੋਂ ਬਿਨਾ ਹੋਰ ਕੋਈ ਨਹੀਂ ਕਰਨ ਕਰਾਉਣ ਵਾਲਾ। ਗੁਰਮੁਖ ਸਦਾ ਹਰ ਭਣ, ਇਸ ਲਈ ਗੁਰਮੁਖਾਂ ਦੀ ਸੰਗਤ ਕਰਕੇ ਸਦਾ ਹਮੇਸ਼ਾ ਹਰ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰ। ਭਣ ਨਾਮ ਉਚਾਰਨ ਕਰਨ ਦਾ ਉਚਾਰਨ ਕਰ। ਸਬਦੇ ਹੀ ਸੋਝੀ ਪਈ, ਤੇ ਇਸ ਕਰਕੇ ਕਹਿੰਦੇ ਜਿਨ੍ਹਾਂ ਨੂੰ ਸੱਚੇ ਪਰਮੇਸ਼ਰ ਵਾਹਿਗੁਰੂ, ਇਹ ਸਾਰੀ ਪੰਕਤੀ ਇਕੱਠੀ ਬੋਲਦੇ ਜੀ। ਸਬਦੀ ਹੀ ਸੋਝੀ ਪਈ, ਸੱਚਾ ਆਪ ਬੁਝਾਈ। ਜਿਨ੍ਹਾਂ ਨੂੰ ਸੱਚੇ ਪਰਮੇਸ਼ਰ ਨੇ ਆਪ ਬੁਝਾਈ, ਬੂਝ ਸਮਝਾ ਦਿੱਤੀ, ਉਹਨਾਂ ਨੂੰ ਹੀ ਗੁਰ ਸ਼ਬਦ ਦੁਆਰਾ ਤੇ ਸ਼ਬਦ ਦੇ ਉਪਦੇਸ਼ ਦੁਆਰਾ ਸੱਚ ਸਰੂਪ ਦੀ ਸੋਝੀ ਗਿਆਤ ਪਈ। ਤੋਂ ਭਾਵ ਹੈ ਵੀ ਪੈ ਗਈ ਹੈ, ਸੋਝੀ ਹੋ ਗਈ ਹੈ, ਗਿਆਨ ਪ੍ਰਾਪਤ ਹੋ ਗਿਆ ਹੈ। ਵਾਹੋ ਵਾਹੋ ਸੱਚੇ ਪਾਤਸ਼ਾਹ, हे ਸੱਚੇ ਪਾਤਸ਼ਾਹ ਤੂੰ ਵਾਹੋ ਸਰਜ ਰੂਪ ਹੈ, ਤੂੰ ਵਾਹੋ ਬਿਸਮਾਦ ਰੂਪ ਹੈ, ਤੂੰ ਹੀ ਸੱਚੇ ਪਰਮੇਸ਼ਰ ਜੀ। ਤੂੰ ਸੱਚੀ ਨਾਈ, ਤੂੰ ਸੱਚੀ ਨਾਈ ਕੀ ਇਹ ਮਹਿਮਾ ਵਾਲਾ ਹੈ, ਤੇ ਐਸਾ ਹੈ ਤੂੰ। ਅੱਗੇ ਫਰਮਾਨ ਕਰਦੇ ਨੇ ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਇਹ ਸ਼ਲੋਕ ਉਦੋਂ ਉਚਾਰਨ ਕੀਤਾ ਹੈ ਤੇ ਗੁਰੂ ਅਮਰਦਾਸ ਜੀ ਨੇ, ਸਾਸ ਜੀ ਵੈਸ਼ਨੂ ਹੋਇਆ ਇੱਕ ਮਾਈਦਾਸ, ਉਹਦੇ ਪ੍ਰਸਾਏ ਉਚਾਰਿਆ ਹੈ। ਮਾਈਦਾਸ ਜਿਹੜਾ ਸੀ ਇਹ ਭਗਵਾਨ ਕ੍ਰਿਸ਼ਨ ਦਾ ਉਪਾਸਕ ਸੀ ਤੇ ਜੋ ਬੜਾ ਸੰਜਮੀ ਵੀ ਸੀ, ਆਪਣੇ ਹੱਥੀਂ ਆਪ ਭੋਜਨ ਤਿਆਰ ਕਰਦਾ। ਸਵੈਮ ਪਾਕੀ ਕਹਿੰਦੇ ਇਹਨਾਂ ਨੂੰ, ਵੀ ਆਪਣੇ ਆਪ ਭੋਜਨ ਆਪ ਤਿਆਰ ਕਰਨਾ, ਕਿਸੇ ਦੇ ਹੱਥ ਦਾ ਨਾ ਛਕਣਾ। ਉਹ ਸਤਿਗੁਰਾਂ ਦੀ ਮਹਿਮਾ ਸੁਣੀ ਉਸਨੇ, ਫਿਰ ਵੀ ਚਲੋ ਪਰਮਾਤਮਾ ਦੇ ਰਸਤੇ ਚੱਲਣ ਵਾਲਾ ਸੀ, ਅਜੇ ਸਰਗੁਣ ਸਰੂਪ ਪਰਮੇਸ਼ਰ ਮਿਲਿਆ ਨਹੀਂ। ਉਹ ਚਾਹੁੰਦਾ ਸੀ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਹੋ ਜਾਣ। ਉਹ ਮਹਿਮਾ ਸੁਣੀ, ਮਹਾਰਾਜ ਜੀ ਗੋਇੰਦਵਾਲ ਸਾਹਿਬ ਆ ਗਿਆ। ਆ ਕੇ ਇੱਕ ਸਿੱਖ ਨੂੰ ਪੁੱਛਣ ਲੱਗਾ ਕਿ ਮੈਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨੇ ਆ, ਕੁਝ ਬਚਨ ਬਿਲਾਸ ਕਰਨੇ ਆ, ਤੇ ਗੁਰੂ ਜੀ ਕਿੱਥੇ ਨੇ? ਉਹ ਸਿੱਖ ਨੇ ਕਿਹਾ ਮਹਾਤਮਾ ਜੀ, ਤੇ ਗੁਰੂ ਸਾਹਿਬ ਜੀ ਹੈ ਤਾਂ ਇੱਥੇ, ਪਰ ਇੱਕ ਨਿਯਮ ਬਣਾਇਆ ਉਹਨਾਂ ਨੇ ਵੀ ਜਿਹਨੇ ਉਹਨਾਂ ਨੂੰ ਮਿਲਣਾ ਹੈ ਉਹ ਪਹਿਲਾਂ ਲੰਗਰ ਵੀ ਜਾ ਕੇ ਪ੍ਰਸ਼ਾਦਾ ਛਕੇ। ਇਸ ਕਰਕੇ ਪਹਿਲੇ ਪੰਗਤ ਪਾਛੇ ਸੰਗਤ, ਇਹ ਨਿਯਮ ਬਣਾਇਆ ਹੋਇਆ। ਫਿਰ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ। ਮਾਈਦਾਸ ਵੈਸ਼ਨੂ ਕਹਿਣ ਲੱਗਾ, ਕਹਿੰਦਾ ਜੀ ਮੇਰਾ ਤਾਂ ਨੇਮ ਹੈ, ਮੈਂ ਤੁਹਾਡੇ ਲੰਗਰ ਦੇ ਕਿਵੇਂ ਪ੍ਰਸ਼ਾਦਾ ਛਕ ਸਕਦਾ? ਇੱਥੇ ਤਾਂ ਸਾਰੀਆਂ ਜਾਤਾਂ ਵਾਲੇ ਇਕੱਠੇ ਬੈਠੇ ਆ, ਤੇ ਇਸ ਕਰਕੇ ਮੈਂ ਤਾਂ ਸਵੈਮ ਪਾਕੀ ਹਾਂ, ਮੈਂ ਆਪਣੇ ਹੱਥੀਂ ਭੋਜਨ ਤਿਆਰ ਕਰਕੇ ਹੀ ਸਕਦਾ। ਸਿੱਖ ਨੇ ਕਿਹਾ ਜੀ ਕੋਈ ਬਾਤ ਨਹੀਂ, ਫਿਰ ਤੁਹਾਨੂੰ ਸੁੱਕੀ ਰਸ ਦੇ ਦਿੰਦੇ, ਅਸੀਂ ਸੁੱਕਾ ਸਿੱਧਾ ਲੈ ਲਓ। ਜੋ ਹਾਜ਼ਰ ਸੀ ਸਿੱਖ ਨੇ ਦੇ ਦਿੱਤਾ। ਮਾਈਦਾਸ ਨੇ ਸਾਧ ਸਿੰਘ ਜੀ ਪਹਿਲਾਂ ਤਾਂ ਆਪ ਇਸ਼ਨਾਨ ਕੀਤਾ ਤੇ ਸੁੱਚੇ ਬਸਤਰ ਪਾਏ, ਫਿਰ ਲੱਕੜਾਂ ਧੋਤੀਆਂ, ਫਿਰ ਚੁੱਲ੍ਹਾ ਬਣਾਇਆ, ਫਿਰ ਉੱਥੇ ਉਹਨੂੰ ਲਿਪਿਆ ਚੋਂ ਪੋਚਿਆ। ਉਹਨੂੰ ਸਾਧ ਸਿੰਘ ਜੀ ਇਸ ਤਰ੍ਹਾਂ ਕਰਦੇ ਨੂੰ ਤੇ ਕਈ ਘੰਟੇ ਦਾ ਸੁਚਮ ਦੇ ਵਿੱਚ ਇਹ ਲੱਗੇ ਲੱਕੜੀਆਂ ਲੁਕੜੀਆਂ ਧੋਂਦੇ ਨੇ। ਉਹ ਜਦ ਧਰਤੀ ਖੋਦੀ ਥੋੜੀ ਜਿਹੀ ਤੇ ਚੁੱਲ੍ਹੇ ਵਾਸਤੇ, ਉਹਦੇ ਚ ਹੱਡੀਆਂ ਨਿਕਲ ਆਈਆਂ। ਕਹਿੰਦਾ ਓਹੋ
ਸਾਰਾ ਹੀ ਕੰਮ ਖਰਾਬ ਹੋ ਗਿਆ। ਮੁੜ ਕੇ ਫੇਰ ਜਾ ਵੜਿਆ, ਫੇਰ ਇਸ਼ਨਾਨ ਸੁੱਧੇ ਕਿਸੇ ਇਸ਼ਨਾਨ ਕੀਤਾ। ਫਿਰ ਉਹ ਸੁੱਚ ਪਵਿੱਤਰਤਾ ਦੇ ਨਾਲ ਹੁਣ 2-3 ਘੰਟੇ ਤਾਂ ਪਹਿਲਾਂ ਹੀ ਲੱਗੇ ਸੀ, ਉਧਰ ਭੁੱਖ ਲੱਗੀ ਵੀ ਹੈ। ਅੱਗੇ ਚੱਲ ਕੇ ਫੇਰ ਧਰਤੀ ਖੋਦੀ, ਫੇਰ ਹੱਡੀਆਂ ਨਿਕਲ ਆਈਆਂ। ਮੁੜ ਕੇ ਫੇਰ ਵਿਆਸਾ ਜਾ ਵੜਿਆ, ਕੰਮ ਛਿੜ ਗਿਆ ਉਹਨੂੰ ਤਾਂ। ਤੇ ਇਸ਼ਨਾਨ ਕੀਤਾ। ਹੁਣ ਦੇਖ ਲਓ ਵੀ ਸਵੇਰ ਦਾ ਲੱਗਿਆ ਹੋਇਆ, ਤੀਸਰਾ ਪਹਿਰ ਹੋ ਗਿਆ, ਜੇ ਚੁੱਲ੍ਹਾ ਹੀ ਨਹੀਂ ਤਿਆਰ ਹੋਇਆ, ਰੋਟੀ ਤਾਂ ਖਬਰ ਕਦ ਤਿਆਰ ਹੋਣੀ ਹੈ। ਜਦ ਤੀਸਰੀ ਵਾਰੀ ਉਹਨੇ ਧਰਤੀ ਖੋਦੀ, ਹੱਡੀਆਂ ਫੇਰ ਨਿਕਲੀਆਂ। ਕਹਿੰਦਾ ਓਹੋ, ਗੁਰੂ ਜੀ ਇਹੋ ਜੀ ਧਰਤੀ 'ਚ ਬੈਠੇ ਜਿੱਥੇ ਹੱਡੀਆਂ ਨੇ ਹੇਠਾਂ। ਚਲੋ ਕਹਿੰਦਾ ਇੱਥੇ ਗੁਰੂ ਨੇ ਦਰਸ਼ਨ ਨਹੀਂ ਇਸ ਤਰ੍ਹਾਂ ਦੇਣੇ। ਮੈਂ ਇੱਕਣ ਦਰਸ਼ਨ ਜਿਹੜਾ ਵੀ ਦੇਖੋ, ਮੈਂ ਲੰਗਰ ਚੋਂ ਪ੍ਰਸ਼ਾਦਾ ਮੈਂ ਨਹੀਂ ਛਕਦਾ। ਉਹ ਕਈ ਵਾਰੀ ਕੀ ਹੁੰਦਾ ਨਾ, ਕਈ ਬੱਚੇ ਦੇਖੇ ਆ ਵੀ ਦਸਤਾਰ ਬੰਨੀ ਜਾਣਗੇ, ਦਸਤਾਰ ਠੀਕ ਨਹੀਂ ਆਉਂਦੀ, ਫਿਰ ਆਪ ਹੀ ਆਪਣੇ ਆਪ ਤੇ ਗੁੱਸਾ ਹੋ ਜਾਂਦਾ ਉਹਨਾਂ ਨੂੰ, ਮੇਰੇ ਕੋਲ ਐਸਾ ਕਿਉਂ ਨਹੀਂ ਹੋ ਸਕਿਆ। ਇਹਨੂੰ ਆਪਣੇ ਆਪ ਤੇ ਇਹੋ ਜਿਹਾ ਗੁੱਸਾ ਆਇਆ, ਇਹ ਉੱਥੋਂ ਛੱਡ ਕੇ ਖਿੱਚ ਕੇ ਨਾ ਦਰਸ਼ਨਾਂ ਤੋਂ ਬਗਾਏ ਰਹੀ, ਦੁਆਰਕਾ ਨੂੰ ਚੱਲ ਪਿਆ। ਤੁਰਦਿਆਂ ਦੁਆਰਕਾ ਦੇ ਕੋਲ ਇੱਕ ਬਣ ਜੰਗਲ ਗਹਿਰਾ ਆ ਗਿਆ ਤੇ ਕੁਦਰਤੀ ਉਦਣ ਇਕਾਦਸ਼ੀ ਥਿਤ ਜਾਣ ਕੇ ਇਹਦਾ ਵਰਤ ਰੱਖਿਆ ਹੋਇਆ ਸੀ। ਹਿੰਦੂ ਮਤ ਦੇ ਅੰਦਰ ਵਰਤ ਰੱਖਦੇ ਆ। ਹੁਣ ਤਾਂ ਇਹਨਾਂ ਦੀ ਰੀਸ ਆਪਣੇ ਵਾਲੇ ਵੀ ਕਾਫੀ ਲਾਗੇ ਰੱਖਣ। ਤੇ ਇਧਰ ਵਰਤ ਹੋਰ ਸੀ, ਇਸਤਰੀ ਵਰਤਾ ਤੇ ਧਰਮ ਸੀ ਵੀ ਇਹ ਰੱਖਣਾ ਹੈ, ਪਤੀ ਵਰਤਾ ਧਰਮ ਸੀ, ਇਹ ਵਰਤ ਸੀ। ਤੇ ਦੂਜੇ ਦਿਨ ਇਕਾਦਸ਼ੀ ਵਰਤ ਖੋਲਣ ਵਾਸਤੇ ਇਸ ਨੂੰ ਜੰਗਲ ਦੇ ਵਿੱਚ ਪਾਣੀ ਤੱਕ ਕੋਈ ਚੀਜ਼ ਨਾ ਮਿਲੀ, ਵਰਤ ਖੋਲਣਾ ਸੀ। ਵਰਤ ਤਾਂ ਹੀ ਖੁੱਲੂਗਾ ਜੇ ਖਾਣ ਪੀਣ ਨੂੰ ਮਿਲੂ ਕੁਛ, ਉੱਥੇ ਤਾਂ ਪਾਣੀ ਵੀ ਨਹੀਂ ਹੈ ਸੀ, ਵਰਤ ਖੋਲੇ ਕਿਵੇਂ। ਇਹ ਬਹੁਤ ਭੁੱਖ ਦਾ ਸਤਾਇਆ ਹੋਇਆ। ਤੇ ਭਗਵਾਨ ਕ੍ਰਿਸ਼ਨ ਜੀ ਨੇ ਸੋਚਿਆ ਵੀ ਚਲੋ ਚਾਹੇ ਕੁਛ ਵੀ ਹੈ ਫਿਰ ਵੀ ਮੇਰੇ ਨਾਂ ਤੇ ਹੈ, ਇਹਦੀ ਜਾਨ ਜ਼ਰੂਰ ਬਚਾਉਣੀ ਚਾਹੀਦੀ ਹੈ। ਕ੍ਰਿਸ਼ਨ ਜੀ ਗੁਪਤ ਰੂਪ ਦੇ ਅੰਦਰ ਇੱਕ ਥਾਲੀ ਵਿੱਚ ਦਾਲ ਚੌਲ ਪਾ ਕੇ ਤੇ ਉਹਦੇ ਵਿੱਚ ਸਾਧ ਸਿੰਘ ਜੀ ਉਹ ਰੱਖਦਾ। ਤਾਂ ਭਗਵਾਨ ਨੂੰ ਕੀ ਹੈ, ਜਿਹੜਾ ਸਾਰਾ ਸੰਸਾਰ ਇਹ ਕੱਚਾ ਭੋਜਨ ਦੇਖ ਕੇ ਮਾਈ ਦਾਸ ਵਿਚਾਰਦਾ ਹੈ, ਹੁਣ ਉਹ ਕਿਹੜਾ ਭੋਜਨ ਇਹਨੇ ਆਪ ਤਿਆਰ ਕਰਿਆ ਸੀ। ਕਹਿੰਦਾ ਜੇ ਚੌਂਕੇ ਤੋਂ ਬਗੈਰ ਇਹ ਭੋਜਨ ਮੈਂ ਖਾਣਾ ਫਿਰ ਮੇਰਾ ਨਿਯਮ ਟੁੱਟਦਾ ਹੈ। ਅਜੇ ਇਸ ਤਰ੍ਹਾਂ ਸੋਚ ਹੀ ਰਿਹਾ ਸੀ, ਭਗਵਾਨ ਕ੍ਰਿਸ਼ਨ ਨੇ ਪੂੜੀਆਂ, ਕੜਾਹ, ਪ੍ਰਸ਼ਾਦ, ਲੱਡੂ, ਜਲੇਬੀਆਂ, ਪੱਕਾ ਭੋਜਨ ਉਸੇ ਪਰੋਸ ਕੇ ਥਾਂ ਰੱਖ ਦਿੱਤਾ। ਇਹਦੇ ਫਿਰ ਗੱਲ ਸਮਝ ਆ ਗਈ ਵੀ ਮਨੁੱਖ ਦਾ ਕੋਈ ਕਰ ਹੀ ਨਹੀਂ ਸਕਦਾ। ਮੈਂ ਸੋਚਿਆ, ਸੋਚਣ ਦੇ ਨਾਲ ਜਦੇ ਭੋਜਨ ਆ ਗਿਆ। ਬਿਸਮਾਦ ਕੌਤਕ ਨੂੰ ਵੇਖ ਕੇ ਮਾਈ ਦਾਸ ਨੇ ਵਿਚਾਰ ਲਿਆ ਵੀ ਇਹ ਘੋਰ ਜੰਗਲ ਵਿੱਚ ਦੂਰ ਦਰਾਡੇ ਕੋਈ ਮਨੁੱਖ ਨਹੀਂ ਦ੍ਰਿਸ਼ਟੀ ਆਉਂਦਾ। ਪਹਿਲਾਂ ਕੱਚਾ ਭੋਜਨ, ਫਿਰ ਸੰਕਲਪ ਅਨੁਸਾਰ ਪੱਕਾ ਭੋਜਨ। ਇਹ ਕਿਸੇ ਮਨੁੱਖ ਦਾ ਕੰਮ ਨਹੀਂ, ਇਹ ਭਗਵਾਨ ਕ੍ਰਿਸ਼ਨ ਦਾ ਹੀ ਕੰਮ ਹੈ। ਇਹ ਕੌਤਕ ਪ੍ਰਭਾਂ ਜੀ ਕਰ ਰਹੇ। ਉਸ ਵੇਲੇ ਬੜੀ ਨਿਮਰਤਾ ਦੇ ਸਹਿਤ ਰੋ ਰੋ ਕੇ ਬੇਨਤੀਆਂ ਕੀਤੀਆਂ ਹੱਥ ਜੋੜ ਕੇ, ਹੇ ਭਗਵਾਨ ਜੇ ਮੇਰੀ ਭੁੱਖ ਦਾ ਤੈਨੂੰ ਪਤਾ ਹੈ, ਮੈਨੂੰ ਕੱਚਾ ਭੋਜਨ ਫਿਰ ਪੱਕਾ ਭੋਜਨ ਦੇ ਸਕਦਾ ਮੇਰੀ ਜਾਨ ਬਚਾਉਣ ਵਾਸਤੇ, ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦਾ। ਦਰਸ਼ਨ ਦੇ, ਮੈਨੂੰ ਦਰਸ਼ਨਾਂ ਦੀ ਭੁੱਖ ਹੈ, ਮੈਨੂੰ ਪ੍ਰਤੱਖ ਸਰਗੁਣ ਸਰੂਪ ਧਾਰ ਕੇ ਦੀਦਾਰ ਬਖਸ਼। ਇਹ ਗੱਲ ਸੁਣ ਕੇ ਭਗਵਾਨ ਕ੍ਰਿਸ਼ਨ ਜੀ ਨੇ ਆਕਾਸ਼ਬਾਣੀ ਦੁਆਰਾ ਕਿਹਾ, ਮਿਲੇ ਨਹੀਂ, ਕਹਿੰਦੇ ਮੇਰਾ ਦੀਦਾਰ ਤੈਨੂੰ ਭਾਈ ਜਿੱਥੇ ਹੋਣਾ ਸੀ ਉੱਥੋਂ ਤਾਂ ਤੂੰ ਬੇਮੁਖ ਹੋ ਕੇ ਆ ਗਿਆ। ਤੇ ਤੂੰ ਤਾਂ ਦਰਸ਼ਨ, ਜਦ ਤੈਨੂੰ ਦਰਸ਼ਨ ਉੱਥੇ ਮੇਰੇ ਦਰਸ਼ਨ ਹੋਣੇ ਸੀ, ਤੂੰ ਬਿਨਾਂ ਦਰਸ਼ਨਾਂ ਤੋਂ ਆ ਗਿਆ, ਇਸ ਕਰਕੇ ਤੈਨੂੰ ਹੁਣ ਇੱਥੇ ਕਿਵੇਂ ਦਰਸ਼ਨ ਦੇਵਾਂ ਮੈਂ। ਇਹ ਬੜਾ ਹੈਰਾਨ ਹੋਇਆ। ਤੇ ਇਸ ਕਰਕੇ ਕਹਿੰਦੇ ਜੇ ਦਰਸ਼ਨ ਕਰਨੇ ਨਾ ਤਾਂ ਫਿਰ ਦਰਸ਼ਨ ਤਾਂ ਹੋਣਗੇ ਗੋਇੰਦ ਵਾਲੇ, ਰਸਤ ਬਸ ਤੈਨੂੰ ਦੇ ਸਕਦੇ। ਇਹ ਨਹੀਂ ਇੱਥੇ ਹੁਣ ਨਾ ਤੇਰੀ ਇੱਕਣ ਮੁਕਤੀ ਹੋਣੀ ਆ, ਮੁਕਤੀ ਵੀ ਤੇਰੀ ਉੱਥੇ ਹੋਊਗੀ, ਸੱਚਾ ਗੁਰੂ ਮੁਕਤੀ ਦੇ ਸਕਦੇ। ਇਸ ਲਈ ਹੁਣ ਤੂੰ ਆਪਣੇ ਪ੍ਰਾਣਾਂ ਦੀ ਰੱਖਿਆ ਵਾਸਤੇ ਭੋਜਨ ਖਾ ਲੈ, ਵਾਪਸ ਗੋਇੰਦਵਾਲ ਜਾ, ਉੱਥੇ ਤੈਨੂੰ ਦਰਸ਼ਨ ਹੋ ਜਾਣਗੇ। ਇੰਨੇ ਬਚਨ ਆਕਾਸ਼ਬਾਣੀ ਦੇ ਸੋਕੇ ਰੋਣ ਲੱਗ ਗਿਆ, ਬਰਾਗ ਚ ਆ ਗਿਆ। ਭੋਜਨ ਛਕਿਆ ਜੋ ਭਗਵਾਨ ਨੇ ਦਿੱਤਾ। ਮਾਈ ਦਾਸ ਵਿਚਾਰਾ ਮੁੜ ਕੇ ਫੇਰ ਗੋਇੰਦਵਾਲ ਸਾਹਿਬ ਨੂੰ ਚੱਲ ਪਿਆ, ਪਹਿਲਾਂ ਇੱਧਰੋਂ ਹੀ ਗਿਆ ਸੀ। ਸ੍ਰੀ ਗੋਇੰਦਵਾਲ ਸਾਹਿਬ ਜਾ ਕੇ ਪੁੱਜਾ, ਜਾ ਕੇ ਸਾਰੇ ਸੰਜਮ ਤੇ ਸੰਸੇ ਛੱਡ ਕੇ ਲੰਗਰ ਦੀ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਲਿਆ। ਫਿਰ ਉਹ ਨਿਯਮ ਪੂਰਾ ਕਰ ਲਿਆ। ਫਿਰ ਮਨ ਦੇ ਸੰਕਲਪ ਕੀਤਾ ਵੀ ਹੇ ਗੁਰੂ ਅਮਰਦਾਸ,
ਮੈਂ ਉਪਾਸਨਾ ਕਰਦਾ ਭਗਵਾਨ ਕ੍ਰਿਸ਼ਨ ਦੀ, ਮੈਨੂੰ ਦਰਸ਼ਨ ਭਗਵਾਨ ਕ੍ਰਿਸ਼ਨ ਦੇ ਰੂਪ ਵਿੱਚ ਦਿਓ, ਸਿੱਖਾਂ ਨੂੰ ਭਾਵੇਂ ਗੁਰੂ ਦੇ ਰੂਪ ਚ ਤੁਸੀਂ ਦਰਸ਼ਨ ਦਿਓ। ਤਾਂ ਜਿਸ ਵੇਲੇ ਦਰਬਾਰ ਵਿੱਚ ਪਹੁੰਚਿਆ ਤਾਂ ਮਹਾ ਵਿਸ਼ਨੂੰ ਦਾ ਰੂਪ ਦੇਖਿਆ। ਪਹਿਲਾਂ ਭਗਵਾਨ ਕ੍ਰਿਸ਼ਨ ਦਾ ਰੂਪ ਦਿਖਾ ਦਿੱਤਾ, ਮਹਾ ਵਿਸ਼ਨੂੰ ਦਿਖਾ ਦਿੱਤਾ ਕਿ ਮੈਂ ਉਹ ਹਾਂ ਜਿਹੜਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਪੈਦਾ ਕਰਨ ਵਾਲਾ ਹਾਂ। ਇਹ ਤੇਜ ਪ੍ਰਤਾਪ ਸਹਾਰ ਨਾ ਸਕਿਆ, ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਇਸ ਨੂੰ ਕਿਰਪਾ ਕੀਤੀ, ਆਪਣਾ ਚਰਨ ਇਹਦੇ ਮਸਤਕ ਨੂੰ ਲਾ ਕੇ ਮਾਈ ਦਾਸ ਨੂੰ ਹੋਸ਼ ਵਿੱਚ ਲਿਆਂਦਾ ਤੇ ਫਿਰ ਬ੍ਰਹਮ ਗਿਆਨ ਬਖਸ਼ਿਆ। ਇਹ ਸ਼ਲੋਕ ਉਸ ਵੇਲੇ ਮਾਈ ਦਾਸ ਨੂੰ ਸਿੱਖਿਆ ਦੇਣ ਵਾਸਤੇ ਅਭਿਆਗਾਤੀ ਪਰਿਭਾਸ਼ਾ ਦੱਸਦਿਆਂ ਹੋਇਆ ਉਪਦੇਸ਼ ਦਿੱਤਾ ਹੈ ਕਿ ਸੁਣਨਾ ਕਰ। ਅਭਿਆਗਤ ਇਹ ਨਾ ਆਖੀਆਂ ਤੇ ਹੇ ਮਾਈ ਦਾਸ, ਇਹ ਪੁਰਖ ਅਭਿਆਗਤ ਅਥਿਤੀ ਸਾਧੂ ਨਹੀਂ ਆਖੀਆਂ ਕਹੀ ਦੇ। ਤੇ ਅਭਿਆਗਤ ਸਾਧ ਸਿੰਘ ਜੀ ਤੇ ਜਿਹੜੀ ਆਪਣੇ ਮਨ ਦੀ ਅਭਿਲਾਸ਼ਾ ਤੋਂ ਨਿਉਂਦਾ ਦਿੱਤੇ ਤੋਂ ਬਿਨਾਂ ਹੀ ਕੋਈ ਆ ਗਿਆ ਹੋਵੇ ਉਹਨੂੰ ਅਭਿਆਗਤ ਕਹਿੰਦੇ। ਜਿਹਦੇ ਆਉਣ ਦੀ ਕੋਈ ਥਿੱਤ ਦਾ ਪਹਿਲਾਂ ਪਤਾ ਹੀ ਨਾ ਹੋਵੇ, ਅਚਾਨਕ ਆ ਗਿਆ ਹੋਵੇ, ਉਹਨੂੰ ਅਥਿਤੀ ਕਹਿੰਦੇ ਨੇ, ਲੋੜਵੰਦ। ਅਥਿਤੀ ਤੇ ਅਭਿਆਗਤ ਇਹਦੇ ਅਰਥ ਨੇ। ਤੇ ਜਾਂ ਫਿਰ ਅਬ ਹਿਰਦੇ ਦੇ ਅਨੁਸਾਰ ਆਪਣੀ ਇੱਛਾ ਸਵਯੰ ਅਨੁਸਾਰ ਕੋਈ ਬਿਨਾਂ ਆਪਣਾ ਟਿਕਾਣਾ ਬਣਾਏ, ਉਹ ਭਰਮਣ ਕਰਦਾ ਫਿਰਦਾ ਹੋਵੇ, ਆਪਣੀ ਮਰਜ਼ੀ ਨਾਲ ਸੁਤੇ ਸਿੱਧ ਦੁਆਰੇ ਤੇ ਆ ਗਿਆ, ਉਹਨੂੰ ਬੇਅਭਿਆਗਤ ਕਹਿੰਦੇ। ਤੇ ਅਬ ਹਿਰਦੇ ਦੀ ਇੱਛਾ ਅਨੁਸਾਰ ਆਗਤ ਆ ਗਿਆ ਹੋਵੇ, ਇਉਂ ਇਹਦੇ ਦੋ ਤਿੰਨ ਅਰਥ ਬਣਦੇ ਆ। ਅਭਿਆਗਤ ਇਹ ਨਾ ਆਖਿਆ ਨੂੰ, ਉਹਨਾਂ ਨੂੰ ਅਥਿਤੀ ਸਾਧੂ ਅਭਿਆਗਤ ਨਹੀਂ ਕਿਹਾ ਜਾਂਦਾ। ਜਿਨ ਕੇ ਚਿਤ ਮਹਿ ਭਰਮ, ਜਿਨ੍ਹਾਂ ਦੇ ਚਿੱਤ ਹਿਰਦੇ ਦੇ ਵਿੱਚ ਭਰਮ ਭੁਲੇਖਾ ਹੁੰਦਾ ਉਹ ਅਭਿਆਗਤ ਨਹੀਂ ਹੁੰਦੇ। ਤਿਸ ਦਾ ਦਿੱਤਾ ਨਾਨਕਾ, ਸਤਿਗੁਰੂ ਜੀ ਕਥਨ ਕਰਦੇ ਉਸ ਦੇ ਤਾਂ ਹੀ ਤਾਂ ਦਿੱਤੇ ਦਾਨ ਦਾ ਅੱਗੇ ਦੱਸਦੇ ਨੇ। ਤਿਹੋ ਜਿਹਾ ਧਰਮ, ਤਿਹੋ ਉਹ ਹੈ ਜਿਹਾ ਹੀ ਧਰਮ ਪੁੰਨ ਹੁੰਦਾ ਹੈ, ਜਿਹਾ ਜਿਹਾ ਕਰਮ ਉਹਨੇ ਕੀਤਾ। ਭਾਵ ਭਰਮ ਵਾਲੇ ਨੂੰ ਦਾਨ ਦੇਣ ਨਾਲ ਉਹਦਾ ਫਲ ਭਰਮ ਮਾਤਰ ਹੀ ਹੁੰਦਾ ਹੈ। ਉਹ ਕਿਵੇਂ ਹੈ? ਉਹਦੇ ਸਾਧ ਸਿੰਘ ਜੀ ਇੱਕ ਨਗਰ ਦੇ ਵਿੱਚ ਇੱਕ ਮਾਈ ਰਹਿੰਦੀ ਸੀ ਤੇ ਪੁਰਾਣੇ ਸਮੇਂ ਦੇ ਵਿੱਚ ਸਾਧ ਸਿੰਘ ਜੀ ਵਸਤਰਾਂ ਦੀ ਚੋਰੀ, ਬਰਤਨਾਂ ਦੀ ਚੋਰੀ, ਜਿਨਸਾਂ ਦੀ ਚੋਰੀ, ਪਿੰਡਾਂ ਦੇ ਵਿੱਚ ਲੋਕ ਚੋਰੀਆਂ ਇੱਕ ਦੂਜੇ ਦੀਆਂ ਕਰਦੇ। ਤੇ ਉਹ ਮਾਈ ਦਾ ਵੀ ਚੋਰੀਵਾਜ ਸੁਭਾਅ ਸੀ। ਕਿਸੇ ਗੁਆਂਢਣ ਦਾ ਛੰਨਾ ਚੁੱਕ ਲਿਆ, ਕਾਂਸੀ ਦੇ ਛੰਨੇ ਹੁੰਦੇ ਸੀ, ਉਹ ਛੰਨਾ ਚੁੱਕ ਲਿਆ ਤੇ ਮਨ ਦੇ ਵੀ ਸੋਚਦੀ ਆਇਆ ਵੀ ਕਿਤੇ ਪਤਾ ਨਾ ਲੱਗ ਜਾਵੇ, ਇਸ ਲਈ ਮੈਂ ਧਰਮੀ ਹੋਣ ਦੀ ਪ੍ਰਦਰਸ਼ਨੀ ਕਰਦਾ ਥੋੜੀ ਜੀ। ਚੋਰੀ ਕੀਤੀ ਹੈ। ਇਹ ਕਹਿੰਦੀ ਵੀ ਮੈਂ ਕਿਸੇ ਸਾਧੂ ਨੂੰ ਪ੍ਰਸ਼ਾਦਾ ਛਕਾਦਾ। ਉਹ ਇੱਕ ਪਖੰਡੀ ਤੁਰਿਆ ਫਿਰਦਾ ਸੀ ਤੇ ਵੀ ਇਹਨੇ ਸੁਣਿਆ ਸੀ ਵੀ ਜੇ ਕਿਸੇ ਸਾਧੂ ਨੂੰ ਪ੍ਰਸ਼ਾਦਾ ਛਕਾ ਦੇਵੇ ਵੀ ਫਿਰ ਸਵਰਗ ਤੋਂ ਵਿਮਾਨ ਆਉਂਦੇ ਲੈਣ ਵਾਸਤੇ। ਇਹਨੇ ਕਿਹਾ ਨਾਲੇ ਤਾਂ ਵਿਮਾਨਾਂ ਚੜੂਗੀ, ਨਾਲੇ ਮੇਰਾ ਪਰਦਾ ਢਕਿਆ ਜਾਊਗਾ। ਇਉਂ ਸੋਚ ਕੇ ਗਲੀ ਦੇ ਜਾਂਦੇ ਹੋਏ ਇੱਕ ਸਾਧੂ ਨੇ ਆਵਾਜ਼ ਮਾਰੀ, ਕਹਿੰਦੇ ਸੰਤ ਜੀ ਰੁਕਿਓ। ਉਹ ਵੀ ਗਾਹਾਂ ਸਾਧ ਵੀ ਇਹੋ ਜਿਹੀ ਹੈ, ਭੁੱਖ ਲੱਗੀ ਹੋਈ ਸੀ ਉਹਨੂੰ। ਕਹਿੰਦਾ ਮਾਈ ਦੱਸੋ। ਕਹਿੰਦੀ ਭਾਈ ਮੈਂ ਰੱਬ ਦੇ ਨਾਂ ਤੇ ਨਾ ਤੈਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦੀ ਹਾਂ। ਉਹ ਤਾਂ ਖੁਸ਼ ਹੋ ਗਿਆ, ਕਹਿੰਦਾ ਮਾਈ ਠੀਕ ਹੈ। ਤੇ ਉਹ ਫਿਰ ਲਿਬਾਸ ਮਾਤਰੀ ਸੀ, ਉਹ ਤਾਂ ਮੰਗਣ ਵਾਸਤੇ ਪਾਇਆ ਸੀ ਲਿਬਾਸ। ਹੁਣ ਵੀ ਬਹੁਤ ਸਾਰੇ ਲੋਕ ਪਾ ਦਿੰਦੇ ਆ। ਸੀ ਪਖੰਡੀ, ਰਸਾਂ ਕਸਾਂ ਵੀ ਫਸਿਆ ਹੋਇਆ ਸੀ। ਤੇ ਉਹ ਸਾਧ ਸਿੰਘ ਜੀ ਸਾਧੂ ਅੰਦਰ ਆਇਆ ਤੇ ਮਾਈ ਨੇ ਉਸ ਨੂੰ ਲਿਆ ਕੇ ਛੋਲਿਆਂ ਦੀਆਂ ਬਣੀਆਂ ਹੋਈਆਂ ਰੋਟੀਆਂ ਉਹਦੇ ਹੱਥ ਤੇ ਰੱਖਦੇ, ਰੁੱਖੀਆਂ। ਉਹ ਤਾਂ ਸੋਚਦਾ ਹੀ ਖਾਨੀ ਮਾਈ ਨੇ ਖੀਰ ਬਣਾਈ ਹੋਊਗੀ, ਬਦਾਮ ਪਿਸਤੇ ਪਾਏ ਹੋਣਗੇ, ਸੌਗੀ ਪਾਈ ਹੋਊਗੀ। ਉਹਨੇ ਲਿਆ ਕੇ ਮੱਸੀਆਂ ਰੋਟੀਆਂ ਰੱਖ ਦਿੱਤੀਆਂ ਖੁਸ਼ਕ, ਤੇ ਖਾਣ ਵਾਸਤੇ ਹੋਰ ਨਾਲ ਹੈ ਨਹੀਂ ਕੁਛ। ਤੇ ਆਪ ਮਕਾਨ ਦੀ ਛੱਤ ਦੇ ਉੱਤੇ ਚੜ੍ਹ ਗਈ। ਸਾਧ ਨੇ ਦੇਖਿਆ ਵੀ ਮਾਈ ਮੇਰੇ ਹੱਥਾਂ ਤੇ ਰੋਟੀ ਰੱਖ ਕੇ ਆਪ ਛੱਤ ਤੇ ਚੜ੍ਹ ਗਈ, ਕੀ ਕਾਰਨ ਹੋ ਸਕਦਾ ਹੈ? ਚਲੋ ਕਹਿੰਦਾ ਕਾਰਨ ਕੋਈ ਵੀ ਹੋਵੇ, ਰੋਟੀ ਦਾ ਮਾਰੇ ਭਗਾ ਕੇ ਮਾਰੀ ਕੁੱਤੇ ਦੇ ਮੂਹਰੇ ਉਹਨੇ। ਕੁੱਤਾ ਵਿਚਾਰਾ ਜ਼ਿਆਦਾ ਭੁੱਖਾ ਸੀ, ਇਹਦੇ ਨਾਲੋਂ ਵੀ ਕੁੱਤਾ ਰੋਟੀ ਖਾਣ ਲੱਗ ਗਿਆ। ਇਹਨੇ ਕੀ ਕਰਿਆ, ਉਹ ਚੱਕਿਆ ਛੰਨਾ ਜਿਹੜਾ ਮਾਈ ਨੇ ਚੋਰੀ ਕੀਤਾ ਸੀ,
ਉਹ ਕਾੜਨੀ ਦੇ ਵਿੱਚ ਦੁੱਧ ਕੱਢਣਾ ਰੱਖਿਆ ਹੋਇਆ ਸੀ, ਉਹਦੇ ਤੇ ਗਾੜੀ ਮਲਾਈ ਆ ਜਾਂਦੀ ਹੈ, ਜਿਹੜਾ ਕੜ ਕੜ ਕੇ ਨਾ ਮਲਾਈ ਉੱਪਰ ਆ ਜਾਂਦੀ ਹੈ। ਇਹਨੇ ਤਾਂ ਮਾਈ ਦੇ ਆਉਣ ਤੋਂ ਪਹਿਲਾਂ ਹੀ ਮੋਰਚਾ ਫਤਿਹ ਕਰ ਲਿਆ। ਉਹਦੇ 'ਚ ਛੰਨੇ ਦੇ ਉੱਪਰ ਸਾਰੀ ਮਲਾਈ ਲਾ ਲਈ ਤੇ ਥੋੜਾ ਜਿਹਾ ਦੁੱਧ ਦੇ 'ਚ ਘੋਲ ਕੇ ਇਹਦਾ ਮਾਈ ਦੇ ਆਉਣ ਤੋਂ ਪਹਿਲਾਂ ਹੀ ਮੁੱਛਾਂ ਤੇ ਤਾ ਦੇ ਕੇ ਪੀ ਕੇ ਆਰਾਮ ਨਾਲ ਬੈਠਾ। ਇਹਨੇ ਨੂੰ ਮਾਈ ਉਤਰ ਆਈ ਉੱਪਰੋਂ, ਤੇ ਮਾਈ ਜਦੋਂ ਆ ਗਈ ਕਹਿੰਦੀ ਬਾਬਾ ਜੀ ਛਕ ਲਿਆ ਪ੍ਰਸ਼ਾਦਾ? ਕਹਿੰਦੇ ਮੈਂ ਤਾਂ ਪ੍ਰਸ਼ਾਦਾ ਛਕਿਆ, ਚਾਹੇ ਨੇ ਵੀ ਤੂੰ ਕੀ ਕਰਦੀ ਸੀ ਕੋਠੇ ਤੇ? ਉਹਨੇ ਕਿਹੜਾ ਦੱਸਿਆ ਵੀ ਮੈਂ ਮਲਾਈ ਲਾ ਕੇ ਖਾ ਲਈ ਸਾਰੀ ਤੇਰੀ? ਕਹਿੰਦੀ ਬਾਬਾ ਮੈਂ ਤਾਂ ਉੱਪਰ ਬਵਾਨ ਦੇਖਦੀ ਸੀ। ਬਵਾਨ? ਕਹਿੰਦੀ ਮੈਂ ਸੁਣਿਆ ਸੀ ਜੇ ਕੋਈ ਸਾਧਾਂ ਨੂੰ ਰੋਟੀ ਖਿਲਾ ਦੇਵੇ ਬਵਾਨ ਆ ਜਾਂਦਾ ਹੈ। ਕਹਿੰਦਾ ਮਾਈ ਤਾਂ ਠੀਕ ਹੀ ਸੁਣਿਆ, ਮੇਰੇ ਵਰਗਾ ਸੰਤੋਖੀ ਹੋਵੇ, ਤੇਰੇ ਵਰਗੀ ਸਤੀ ਹੋਵੇ, ਕਹਿੰਦੇ ਬਵਾਨ ਕਿਵੇਂ ਨਾ ਭਲਾ ਆਉਣ, ਆਪਾਂ ਦੋਨੇ ਹੀ ਠੀਕ ਠਾਕ ਐ। ਮੈਂ ਖਾਣ ਦਾ ਲਾਲਚੀ ਤੇ ਤੂੰ ਐ ਪਖੰਡ। ਉਸ ਵੇਲੇ ਸਤਿਪੁਰਸ਼ਾਂ ਨੇ ਇੱਕ ਇਹਦੇ ਤੇ ਸਾਸਨੀ ਰਚਨਾ ਕੀਤੀ ਹੋਇਆ, ਕਹਿੰਦੇ ਅਹਰਣ ਦੀ ਚੋਰੀ ਕਰੇ ਸੂਈ ਕਰਦੀ ਦਾਨ, ਦਾਨ ਤਾਂ ਕਰਦੀ ਸੂਈ ਜਿੰਨਾ ਕੁ, ਤੇ ਚੋਰੀ ਕਰਦੀ ਅਹਰਣ ਛੰਨਾ ਚੱਕ ਕੇ ਲਿਆਈ ਹੈ ਤੇ ਦਾਨ ਛੋਲਿਆਂ ਦੀਆਂ ਰੋਟੀਆਂ ਉਹਦੇ ਮੱਥੇ ਮਾਰੀਆਂ। ਕਹਿੰਦੇ ਕੋਠੇ ਚੜ ਕੇ ਤੱਕਣ ਲੱਗੀ ਕਿਧਰੋਂ ਆਉਣ ਵਿਵਾਨ, ਵਿਵਾਨ ਕਿੱਥੇ ਆਉਣੇ ਸੀ? ਤੇ ਇਉਂ ਸਾਧ ਜੀ ਮਹਾਰਾਜ ਸਾਹਿਬ ਜੀ ਕਹਿੰਦੇ ਨਾ ਤਿਸ ਦੇ ਦਿੱਤੇ ਨਾਨਕਾ ਤਿਹੋ ਜਿਹਾ ਧਰਮ। ਇਹੋ ਜਿਹੇ ਪਖੰਡੀਆਂ ਨੂੰ ਖਿਲਾਉਣ ਦਾ ਇਹੋ ਜਿਹੇ ਧਰਮ ਹੋਊਗਾ ਜਿਹੇ ਜੇ ਉਹ ਨਾ। ਫੰਡਰ ਗਾਂ ਮੱਝ ਨੂੰ ਜਿੰਨਾ ਮਰਜ਼ੀ ਤੁਸੀਂ ਖੁਰਾਕ ਪਾਈ ਜਾਓ ਉਹ ਦੁੱਧ ਤਾਂ ਨਹੀਂ ਦੇਣਾ ਉਹਨੇ। ਇਸ ਕਰਕੇ ਉਹਨੂੰ ਵੰਡ ਪਾਉਣ ਦਾ ਤੇ ਉਹਨੂੰ ਚਾਰਾ ਪਾਉਣ ਦਾ ਕੋਈ ਲਾਭ ਨਹੀਂ ਹੁੰਦਾ। ਗੋਹਾ ਹੈ ਉਹਦੇ ਕੋਲ, ਮੂਤਰ ਹੈ ਉਹਦੇ ਕੋਲ, ਉਹੀ ਪੱਲੇ ਪਊਗਾ। ਪਖੰਡੀ ਨੂੰ ਖਿਲਾਉਣ ਪਾਉਣ ਦੇ ਨਾਲ ਇਸ ਪ੍ਰਕਾਰ ਜਿਹੜਾ ਕੋਈ ਫਲ ਨਹੀਂ ਮਿਲਦਾ ਮਾਰ ਕੇ। ਉਹ ਇਹੋ ਜਿਹਾ ਧਰਮ ਹੁੰਦਾ ਹੈ। ਲੋਕਾਂ ਨੂੰ ਸੋਭਾ ਚਾਹੀਦੀ ਹੈ, ਸੋਭਾ ਮਿਲ ਜਾਂਦੀ ਹੈ, ਉਹਨਾਂ ਨੂੰ ਭਾਈ ਰਾਸ਼ਨ ਚਾਹੀਦਾ, ਰਾਸ਼ਨ ਮਿਲ ਜਾਂਦਾ। ਮਹਾਰਾਜ ਕਹਿੰਦੇ ਬਸ ਇਦੋਂ ਵੱਧ ਹੋਰ ਕੋਈ ਫਲ ਨਹੀਂ ਹੈ। ਸੋ ਇਸ ਕਰਕੇ ਜਿਹੋ ਜਿਹਾ ਕੋਈ ਦਾਨ ਕਰਦਾ ਹੈ ਉਹ ਜਿਹਾ ਉਹਨੂੰ ਫਲ ਪ੍ਰਾਪਤ ਹੋ ਜਾਂਦਾ ਹੈ। ਅਭੈ ਨਿਰੰਜਨ ਪਰਮ ਪਦ, ਅਭੈ ਡਰ ਤੋਂ ਰਹਿਤ ਨਿਰੰਜਨ ਸੁੱਧ ਸਰੂਪ ਤੇ ਪਰਮ ਪਦ ਵੱਡੀ ਪਦਵੀ, ਕੈਵਲ ਮੋਕਸ਼ ਦੀ ਪਦਵੀ ਵਾਲਾ ਪਰਮੇਸ਼ਰ ਹੈ। ਵੱਡੀ ਪਦਵੀ ਤੇ ਜਿਹੜਾ ਜੀਵਨ ਮੁਕਤੀ ਨੂੰ ਦੇਣ ਵਾਲਾ ਹੈ। ਤਾ ਕਾ ਭੂਖਾ ਹੋਏ, ਜਿਹੜਾ ਜਗਿਆਸੂ ਬਣ ਕੇ ਉਸ ਦੀ ਪ੍ਰਾਪਤੀ ਦਾ ਭੁੱਖਾ ਹੋਵੇ, ਭਾਵ ਗੁਰਾਂ ਤੋਂ ਬ੍ਰਹਮ ਵਿਦਿਆ ਰੂਪੀ ਭੋਜਨ ਨੂੰ ਖਾ ਕੇ ਤ੍ਰਿਪਤ ਹੋਣ ਵਾਲਾ ਹੋਵੇ। ਤਿਸ ਕਾ ਭੋਜਨ ਨਾਨਕਾ, ਸਤਿਗੁਰੂ ਕਥਨ ਕਰਦੇ ਉਹਦਾ ਮਹਾਤਮਾ ਦਾ ਭੋਜਨ ਜਿਹੜਾ ਛਕਣਾ ਛਕਾਉਣਾ ਹੈ, ਉਹਦਾ ਭੋਜਨ ਜਿਹੜਾ ਛਕਾਉਣਾ ਹੈ। ਤੇ ਇਸ ਪ੍ਰਕਾਰ ਦੱਸਦੇ ਉਹਨਾਂ ਮਹਾਤਮਾ ਨੂੰ ਜਾਂ ਜਿਹੜਾ ਭੋਜਨ ਛਕਾਉਣ ਦੀ ਸੇਵਾ ਕਰਨ ਦਾ ਫਲ ਜਿਹੜਾ ਹੈ ਵਿਰਲਾ ਪਾਈ ਕੋਈ, ਉਹ ਤਾਂ ਭਾਈ ਕੋਈ ਵਿਰਲਾ ਪੁਰਖ ਹੀ ਪਾਉਂਦਾ ਜੋ ਤਿਸ ਉਸ ਪਰਮੇਸ਼ਰ ਦਾ ਬ੍ਰਹਮ ਗਿਆਨ ਰੂਪੀ ਭੋਜਨ ਹੈ। ਉਸ ਬ੍ਰਹਮ ਗਿਆਨ ਭੋਜਨ ਨੂੰ ਕੋਈ ਵਿਰਲਾ ਪੁਰਖ ਹੀ ਪਾਉਂਦਾ ਹੈ। ਜਿਹੜਾ ਪਾਉਂਦਾ ਮੁਕਤ ਹੋ ਜਾਂਦਾ। ਇੱਕ ਸਾਧ ਜੀ ਗ੍ਰਸਤੀ ਸੀ ਔਰ ਉਹ ਗ੍ਰਸਤੀ ਦਾ ਇੱਕ ਨਿਯਮ ਸੀ, ਜਨਮ ਤੋਂ ਲੈ ਕੇ ਜ਼ਿਮੀਂਦਾਰ ਸੀ। ਜੇ ਦੂਸਰੇ ਦੇ ਖੇਤ ਵਿੱਚ ਨੂੰ ਲੰਘ ਗਿਆ ਹੈ, ਜਿਹੜੀ ਪੈਰਾਂ ਨੂੰ ਮਿੱਟੀ ਲੱਗੀ ਉਹ ਵੀ ਝਾੜ ਕੇ ਉਸ ਦੇ ਖੇਤ 'ਚ ਰੱਖਣੀ, ਵੀ ਕਿਸੇ ਦੀ ਮਿੱਟੀ ਵੀ ਮੇਰੇ ਖੇਤ 'ਚ ਨਾ ਚਲੀ ਜਾਏ, ਦਾਣਾ ਨਾ ਕਿਸੇ ਦਾ ਮੇਰੇ ਖੇਤ ਦੇ ਵਿੱਚ ਮਿਲ ਜਾਏ। ਬੰਦਗੀ ਹਰ ਵਾਰ ਕਰਦਾ ਰਿਹਾ। ਹਲ ਵਾਹੁੰਦਾ ਵੀ ਬੰਦਗੀ, ਖੂਹ ਹੱਕਦਾ ਵੀ ਬੰਦਗੀ, ਪੱਠੇ ਪਾਉਂਦਾ ਵੀ ਬੰਦਗੀ, ਕੋਈ ਵੀ ਕੰਮ ਕਰਦਾ ਹਾਥ ਮੋਹ ਕਰ ਕਾਮ ਸਮਝੀ ਤੰਦਰੰਜਨ, ਸੱਚੀ ਸੁੱਚੀ ਕਰਤ। ਘਰ ਵਾਲੀ ਵੀ ਭਗਤਣੀ ਲੋਈ ਵਰਗੀ ਸੀ। ਇੱਕ ਦਿਨ ਕੀ ਹੋ ਗਿਆ, ਇੱਕ ਮਹਾਤਮਾ ਆਇਆ, ਉਧਰ ਬੀਬੀ ਲੈ ਕੇ ਆਈ ਪ੍ਰਸ਼ਾਦਾ। ਦੁਪਹਿਰ ਦਾ ਟਾਈਮ ਹੈ, ਫਲੇ ਚੱਲਦੇ ਸੀ, ਫਲੇ ਹੁੰਦੇ ਸੀ ਪੁਰਾਣੇ ਸਮੇਂ 'ਚ। ਹੁਣ ਛਾਂ ਨਹੀਂ ਸੀ ਹੁੰਦੀ ਜਿੱਥੇ ਫਲੇ ਹੁੰਦੇ ਸੀ, ਮੈਦਾਨ 'ਚ ਹੁੰਦੇ ਸੀ ਫਲੇ, ਲਾਣ ਸੁੱਕਦੇ ਹੀ ਨਹੀਂ ਉਹ ਤੋਂ ਬਿਨਾਂ। ਸਲੰਗ ਫਸਾ ਕੇ ਮੰਜੇ ਦੇ ਉੱਤੇ ਉਹਦੇ ਕੱਪੜਾ ਪਾ ਕੇ ਵਿਚਾਰੇ ਨੇ ਛਾਂ ਕੀਤੀ, ਉਹਦੇ ਹੇਠਾਂ ਬੈਠਾ ਤੇ ਘਰ ਵਾਲੀ ਰੋਟੀ ਲੈ ਕੇ ਆ ਗਈ ਹੈ। ਇਹਨਾਂ ਨੂੰ ਮਹਾਤਮਾ ਆ ਗਏ। ਮਹਾਤਮਾ ਜਦੋਂ ਆਏ, ਇਹਨਾਂ ਨੇ ਉੱਠ ਕੇ ਪਤੀ ਪਤਨੀ ਨੇ ਪੈਰੀ ਹੱਥ ਲਾਏ ਉਹਨਾਂ ਦੇ, ਕਿਹਾ ਮਹਾਤਮਾ ਜੀ ਆਓ ਤੇ ਤੁਸੀਂ ਬੜੀ ਕਿਰਪਾ ਕੀਤੀ, ਸਾਡੇ ਇੱਥੇ ਪਿੰਡ 'ਚ ਆਏ ਹੈ। ਮਹਾਤਮਾ ਕਹਿੰਦਾ ਭਾਈ ਭੁੱਖ ਬਹੁਤ ਲੱਗੀ। ਉਹ ਕਹਿੰਦੇ ਜੀ ਪਾਣੀ ਪੀ ਲਓ। ਉਹ ਕਹਿੰਦੇ ਭੁੱਖ ਲੱਗੀ ਆ ਰੋਟੀ ਦੀ, ਪਾਣੀ ਪੀਣ ਨਾਲ ਨਹੀਂ ਚੱਲਣਾ ਕੰਮ। ਉਹ ਕਹਿੰਦਾ ਵੀ ਅੱਜ ਤੱਕ ਮੈਂ ਕਿਸੇ ਨੂੰ ਜਵਾਬ ਨਹੀਂ ਦਿੱਤਾ, ਪਰ ਮੈਂ ਰੋਟੀ ਨਹੀਂ ਖਵਾ ਸਕਦਾ। ਆਖੇ ਕਿਉਂ? ਰੋਟੀ ਤੇਰੇ ਕੋਲ ਆਈ ਪਈ ਹੈ, ਖਵਾ ਕਿਉਂ ਨਹੀਂ ਸਕਦਾ?
ਤੈਨੂੰ ਭੁੱਖ ਲੱਗੀ ਅੱਧੀ ਤੂੰ ਖਾ ਲੈ ਅੱਧੀ ਮੈਨੂੰ ਦੇ ਦੇ, ਦੋਨਾਂ ਦਾ ਸਰਜ। ਉਹ ਕਹਿੰਦਾ ਰੋਟੀ ਤਾਂ ਮੈਂ ਸਾਰੀ ਵੀ ਦੇ ਸਕਦਾ, ਭੁੱਖਾ ਵੀ ਸਾਰ ਲੂੰ, ਪਰ ਮੇਰਾ ਧਰਮ ਨਹੀਂ ਹੈ ਕਿ ਕਿਉਂ? ਕਹਿੰਦਾ ਸੰਤ ਜੀ ਅਚਨ ਚੇਤ ਅਲਕ ਬਹਿੜਾ ਜੋੜਿਆ ਸੀ, ਪੈੜੀਆਂ ਨੇੜੇ ਨੇੜੇ ਦੋਨਾਂ ਦੀਆਂ ਪਾਈਆਂ ਸੀ, ਮੇਰਾ ਬਲਦ ਨੱਠ ਕੇ ਦੂਸਰੇ ਦੀ ਪੈੜੀ 'ਚ ਵੜ ਗਿਆ, ਉਹਦੇ ਦਾਣੇ ਮੇਰਿਆਂ ਦਾਣੇ 'ਚ ਰਲ ਗਏ, ਮੇਰੇ ਦਾਣੇ ਉਹਨਾਂ 'ਚ ਰਲ ਗਏ, ਇਸ ਕਰਕੇ ਅੰਨ ਸੁੱਧ ਨਹੀਂ ਰਿਹਾ। ਸੁੱਧ ਅੰਨ ਦਾ ਮੈਂ ਫਿਰ ਪ੍ਰਸ਼ਾਦਾ ਛਕਾਉਣਾ ਸੀ, ਧਰਮ ਦੀ ਕਿਰਤ ਠੀਕ ਨਹੀਂ ਰਹੀ ਮੇਰੀ, ਮੈਂ ਬੇਈਮਾਨੇ ਦਾ, ਮੈਂ ਦੂਸਰੇ ਦੇ ਦਾਣਿਆਂ ਦੀ ਰੋਟੀ ਤੈਨੂੰ ਮੈਂ ਨਹੀਂ ਖਵਾਉਣੀ। ਘਰ ਵਾਲੀ ਕਹਿੰਦੀ ਹੇ ਪਤੀ ਦੇਵ, ਮੈਨੂੰ ਤੇਰੀ ਮੁਸੀਬਤ ਦਾ ਪਤਾ ਸੀ, ਤੂੰ ਧਰਮ ਪਾਲ ਰਿਹਾ, ਮੈਂ ਵੀ ਧਰਮ ਪਾਲਦੀ ਹਾਂ, ਮੈਂ ਤੈਨੂੰ ਬਿਨਾਂ ਦੱਸੇ ਪਿਛਲੇ ਸਾਲ ਦੇ ਦਾਣਿਆਂ ਦਾ ਭੜੋਲਾ ਇੱਕ ਵੱਖਰਾ ਰੱਖਿਆ ਹੋਇਆ, ਤੂੰ ਚਿੰਤਾ ਨਾ ਕਰ, ਮੈਂ ਰੋਟੀ ਪਕਾ ਕੇ ਲੈ ਕੇ ਆਉਂਦੀ। ਸੰਤ ਦਾ ਹੈਰਾਨ ਹੋ ਗਿਆ, ਕਹਿੰਦਾ ਕਹੇ ਜੇ ਧਰਮੀ ਗਈ ਬੀਬੀ, ਜਾ ਕੇ ਪ੍ਰਸ਼ਾਦਾ ਫਟਾਫਟ ਪਕਾਇਆ। ਹੁਣ ਦਾਲ ਸਬਜ਼ੀ ਤਾਂ ਠੀਕ ਸੀ, ਗੱਲ ਤਾਂ ਅਨਾਜ ਦਾ ਹੀ ਸੀ ਨਾ, ਰੋਟੀ ਪਕਾ ਕੇ ਲਿਆਈ, ਤੇ ਜ਼ਿਮੀਂਦਾਰ ਨੇ ਵੀ ਰੋਟੀ ਨਹੀਂ ਖਾਧੀ ਉਹਨਾਂ 'ਚ, ਤੇ ਰੋਟੀਆਂ ਲਿਆਂਦੀਆਂ 3 ਪਕਾ ਕੇ, ਉਹਨੇ 2 ਕਿਹਾ ਸੀ ਵੀ 2 ਰੋਟੀਆਂ ਬਹੁਤ, 3 ਲਾਇਆ। ਉਹ ਮਹਾਤਮਾ ਨੇ ਹੱਥ ਕੀਤਾ, ਰੋਟੀ ਰੱਖ ਦਿੱਤੀ, ਦਾਲ ਸਬਜ਼ੀ ਪਾਤੀ। ਰੋਟੀ ਖਾਂਦੇ ਖਾਂਦੇ ਸਾਰੇ ਬ੍ਰਹਮੰਡ ਦਾ ਗਿਆਨ ਹੋ ਗਿਆ, ਮਾਤ ਲੋਕ ਦਾ, ਕਿੱਥੇ ਕੀ ਹੋ ਰਿਹਾ। ਕਹਿੰਦਾ ਉਹ ਕਹਿੰਦਾ ਰੋਟੀ ਜਿਹੜੀ ਕਰਾਮਾਤ, ਤੇ ਫਿਰ ਹੱਥ ਕਰ ਲਿਆ। ਉਹਨੇ ਦੂਸਰੀ ਰੋਟੀ ਖਾਂਦਿਆਂ ਖਾਂਦਿਆਂ ਉਹਨੂੰ ਪਤਾਲ ਦੇ ਸਾਰੇ ਹੀ ਲੋਕਾਂ ਦਾ, ਪਤਾਲ ਲੋਕ ਦਾ ਗਿਆਨ ਹੋ ਗਿਆ, ਕਪਾਟ ਖੁੱਲ ਗਏ। ਉਹਨੇ ਕਿਹਾ ਵੀ ਰੋਟੀਆਂ ਤਾਂ 2 ਖਾਣੀਆਂ ਸੀ, ਪਰ ਹੁਣ ਤੀਸਰੀ ਵੀ ਖਾ ਲਈਏ, 3 ਲੋਕਾਂ ਦਾ ਗਿਆਨ ਹੋ ਜਵੇ। ਉਹਨੇ ਫੇਰ ਹੱਥ ਕੀਤਾ, ਤੇ ਮਹਾਤਮਾ ਕਹਿੰਦੇ ਸੰਤ ਜੀ ਕੋਈ ਸ਼ਰਮ ਵੀ ਕਰ। ਕਹਿੰਦੇ ਕਿਉਂ, ਕੀ ਗੱਲ ਹੋ ਗਈ, ਰੋਟੀ ਖਾ ਰਹੇ? ਕਹਿੰਦੇ ਰੋਟੀ ਖਾ ਰਹੇ ਆ, ਮੇਰੀਆਂ 2 ਰੋਟੀਆਂ ਨੇ 2 ਲੋਕਾਂ ਦਾ ਤੈਨੂੰ ਗਿਆਨ ਕਰਾ ਦਿੱਤਾ। ਉਹ 1 ਲੋਕ ਦਾ ਗਿਆਨ ਤਾਂ ਆਪਣੀ ਕਮਾਈ ਕਰਕੇ ਕਰ ਲੈ, ਕਿ ਸਾਰਾ ਕੁਝ ਮੇਰੇ ਹੀ ਖਾ ਕੇ ਜਾਏਗਾ। ਸੰਤ ਉੱਠ ਕੇ ਕਹਿੰਦਾ ਤੂੰ ਮੇਰੇ ਕਾਹਨੂੰ ਪੈਰੀ ਪੈ ਗਿਆ, ਮੈਂ ਤੇਰੇ ਪੈਰੀ ਪੈਣਾ, ਮੇਰੇ ਵਰਗੇ ਭੇਖੀਆਂ ਨਾਲੋਂ ਤੇਰੇ ਵਰਗੇ ਗ੍ਰਸਤੀ ਚੰਗੇ ਨੇ, ਜਿਸ ਕਰਕੇ ਜਿਨ੍ਹਾਂ ਦਾ ਭੋਜਨ ਖਾ ਕਰਕੇ ਤੇ ਉਹ ਦੂਸਰੇ ਨੂੰ ਤ੍ਰਿਪਤ ਕਰ ਦੇਣ, ਸੰਤੁਸ਼ਟ ਕਰ ਦੇਣ। ਪੰਕਤੀ ਬੋਲੋ ਜੀ ਜਿੱਥੇ ਹੈ। ਵਿਰਲਾ ਪਾਏ ਕੋਇ, ਪਰ ਇਸ ਤਰ੍ਹਾਂ ਦਾ ਕੋਈ ਵਿਰਲਾ ਹੀ ਹੈ ਜਿਹੜਾ ਇਸ ਤਰ੍ਹਾਂ ਦਾ ਭੋਜਨ ਪ੍ਰਾਪਤ ਕਰੇ ਭਾਈ। ਤੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾਂਦੇ ਖਾਂਦੇ 36 ਪ੍ਰਕਾਰ ਦੇ ਭੋਜਨਾਂ ਦਾ ਸਵਾਦ ਮਰਦਾਨੇ ਨੂੰ ਆਇਆ ਸੀ। ਬਿਰਲਾ ਕੋਈ ਹੈ ਐਸਾ, ਜਿਹਾ ਜਿਹਾ ਧਰਮੀ ਹੋਵੇ ਕਹਿਣ ਤਾਂ ਭਾਵ ਹੈ, ਉਹ ਤਾਂ ਛਕਣ ਵਾਲੇ ਦੇ ਮਨ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਬਾਕੀ ਭਾਈ ਜਿਹਾ ਜਿਹਾ ਜੈਸਾ ਖਾਏ ਅੰਨ ਤੈਸਾ ਹੋਏ ਮਨ, ਜਿਹਾ ਜਿਹਾ ਅੰਨ ਖਾਂਦਾ ਹੈ ਉਹ ਜਿਹਾ ਮਨ ਹੋ ਜਾਂਦਾ ਹੈ। ਇਸ ਕਰਕੇ ਮਨ ਪਵਿੱਤਰ ਹੋ ਗਿਆ ਉਸਦਾ, 2 ਲੋਕਾਂ ਦੀ ਸੋਝੀ ਹੋ ਗਈ ਹੈ। ਤੋ ਇਸ ਪ੍ਰਕਾਰ ਸਾਸੀ ਧਰਮ ਕਿਰਤਾਂ ਦੇ ਅੰਦਰ ਐਡਾ ਵੱਡਾ ਇਹ ਬਰਕਤਾਂ ਹਨ। ਤੇ ਦੁਆਰੇ ਬੋਲ ਦਿਓ ਜੀ ਫਿਰ ਇਸ ਕਾ ਤਿਸ ਕਾ ਭੋਜਨ ਨਾਨਕਾ, ਜੋ ਤਿਸ ਉਸ ਪਰਮੇਸ਼ਰ ਦਾ ਜਿਹੜਾ ਬ੍ਰਹਮ ਗਿਆਨ ਰੂਪੀ ਭੋਜਨ ਹੈ। ਵਿਰਲਾ ਪਾਈ ਕੋਈ, ਉਹ ਬ੍ਰਹਮ ਗਿਆਨ ਰੂਪੀ ਭੋਜਨ ਦਾ ਕੋਈ ਬਿਰਲਾ ਪੁਰਖ ਹੀ ਪਾਏ ਪਾਉਂਦਾ। ਅਖੰਡ ਕੀਰਤਨ 3 ਭੋਜਨ ਚੂਰਾ, ਇਹ ਬਿਰਲੇ ਨੇ ਜਿਹੜਾ ਐਸਾ ਭੋਜਨ ਛਕਦੇ ਆ ਜੀ। ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਦਾ ਬਚਨ ਹੈ ਜੀ ਅੱਗੇ। ਅਭਿਆਗਤ ਇਹ ਨਾ ਆਖੀਆਂ, ਇਹੋ ਜਿਹੇ ਅਭਿਆਗਤ ਅਥਿਤੀ ਸਾਧੂ ਨਹੀਂ ਕਹੇ ਜਾਂਦੇ ਹਨ, ਕਹੀਦੇ ਨਹੀਂ ਹੈ। ਜੇ ਪਰ ਘਰ ਭੋਜਨ ਕਰੇਨ, ਜਿਹੜੇ ਪਰਾਏ ਘਰਾਂ ਦੇ ਵਿੱਚ ਭੋਜਨ ਛਕਣ ਤੇ ਸੁੱਤੇ ਰਹਿਣ, ਕਰਨ ਕੁਝ ਉਹਨਾਂ ਨੂੰ ਨਹੀਂ ਅਭਿਆਗਤ ਕਹਿੰਦੇ। ਉਹ ਤਾਂ ਪਖੰਡੀ ਨੇ ਜਿਹੜੇ ਪਰਾਏ ਘਰ ਕਿਹੜੇ ਦੇਵੀ ਦੇਵਤਿਆਂ ਦੀ ਉਪਾਸਨਾ ਕਰਨ ਵੀ ਭੋਜਨ ਖਾਣਾ ਕਰਦੇ ਆ, ਤੇ ਉਹ ਨਹੀਂ ਕਹੇ ਜਾਂਦੇ ਉਪਾਸਕ, ਅਭਿਆਗਤ ਨਹੀਂ ਕਹੇ ਜਾਂਦੇ। ਉਦਰੈ ਕਾਰਨ ਆਪਣੇ, ਉਹ ਤਾਂ ਆਪਣੇ ਉਧਰ ਪੇਟ ਦੇ ਭਰਨ ਵਾਸਤੇ, ਇਹਦੇ ਕਾਰਨ ਵਾਸਤੇ ਬਹਿਲੀ ਭੇਖ ਕਰੇਨ, ਬਹੁਤੇ ਲਿਵਾਸ ਧਾਰਨ ਕਰਦੇ ਹੈ। ਤੇ ਇਸ ਪ੍ਰਕਾਰ ਦਾ ਉਹਨਾਂ ਦਾ ਹਾਲ ਹੈ। ਅਭਿਆਗਤ ਸੇ ਨਾਨਕਾ, ਸਤਿਗੁਰੂ ਕਥਨ ਕਰਦੇ ਨੇ ਉਹੀ ਪੁਰਖ ਅਭਿਆਗਤ ਅਥਿਤੀ ਸਾਧੂ ਹਨ, ਜੇ ਆਤਮ ਗੌਣ ਕਰੇਨ, ਜਿਹੜੇ ਆਤਮ ਸਰੂਪ ਦੇ ਗੌਣ ਗਮਨ ਕਰੇਨ ਕਰਦੇ ਆ, ਜਾਂ ਫਿਰ ਜੋ ਪਰਮੇਸ਼ਰ ਸਾਰਿਆਂ ਦਾ ਆਤਮਾ ਰੂਪ ਹੈ, ਜੋ ਆ ਤਮ ਆ ਸਰਬ ਔਰ ਸੇ
ਪ੍ਰਭੂ ਤਮ ਅਤਸੇ ਕਰਕੇ ਪ੍ਰਾਪਤ ਰੂਪ ਹੈ। ਉਸ ਵਿੱਚ ਜੋ ਗੌਣ ਵਿਚਰਨਾ ਕਰਦੇ ਹਨ, ਜਿਹਨੇ ਸੁਰਤ ਕਰਕੇ ਭਾਲ ਲਹਿਨ ਸਹੁ ਆਪਣਾ, ਅਤੇ ਜੋ ਆਪਣਾ ਸਹੁ ਪਤੀ ਪਰਮੇਸ਼ਰ ਖੋਜ ਲੈਣ ਲੱਭ ਲੈਂਦੇ ਹਨ। ਨਿਜ ਘਰ ਰਹਿਣ ਕਰੇਨ, ਆਪਣੇ ਸਰੂਪ ਰੂਪੀ ਘਰ ਦੇ ਵਿੱਚ, ਆਤਮ ਸਰੂਪ ਰੂਪੀ ਘਰ ਦੇ ਵਿੱਚ ਰਹਿਣ ਠਹਿਰਨਾ ਕਰੇਨ ਕਰਦੇ ਹਨ। ਪੌੜੀ ਅੱਗੇ ਮਹਾਰਾਜ ਸਾਹਿਬ ਜੀ ਪੌੜੀ ਉਚਾਰਨ ਕਰਦੇ ਹਨ ਜੀ। ਅੰਬਰ ਧਰਤ ਵਿਛੋੜਿਆ ਨਾ, ਇਹ ਬ੍ਰਹਮੰਡ ਕਹਿੰਦੇ ਪੈਂਦੇ ਆ ਪਹਿਲਾਂ ਅੰਡੇ ਦੀ ਸ਼ਕਲ ਦਾ ਸੀ, ਇਸ ਕਰਕੇ ਪਿੱਛੇ ਬ੍ਰਹਮੰਡ, ਮੰਡ ਦਾ ਅਰਥ ਵਿੱਚੋਂ ਅੰਡ ਬਣ ਜਾਂਦਾ, ਅੰਡੇ ਦੀ ਸ਼ਕਲ ਦਾ ਸੀ। ਇਹਦੇ ਦੋ ਹਿੱਸੇ ਕਰਕੇ ਪ੍ਰਮਾਤਮਾ ਨੇ ਇੱਕ ਆਕਾਸ਼ ਤੇ ਧਰਤੀ ਬਣਾ ਦਿੱਤੀ। ਇਹ ਵਿਛੋੜੇ ਉਹ ਪ੍ਰਾਣਕ ਕਥਾਵਾਂ ਅਨੁਸਾਰ ਪ੍ਰਮਾਣ ਦਿੰਦੇ ਨੇ ਮਹਾਰਾਜ। ਪਰਮੇਸ਼ਰ ਅੰਬਰ ਆਕਾਸ਼ ਧਰਤ ਧਰਤੀ ਦੋਹਾਂ ਦੇ ਵਿਛੋੜ ਦਿੱਤਾ, ਅਲੱਗ-ਅਲੱਗ ਕਰ ਦਿੱਤੇ। ਆਕਾਸ਼ ਅਲੱਗ ਕਰ ਦਿੱਤਾ, ਧਰਤੀ ਅਲੱਗ ਕਰ ਦਿੱਤੀ। ਫਿਰ ਇਹਨਾਂ ਦੇ ਵਿੱਚ ਸੱਚਾ ਅਸਰਾਓ, ਇਹਨਾਂ ਦੇ ਵਿਚਕਾਰ ਸੱਚਾ ਪਰਮੇਸ਼ਰ ਆਪ ਹੀ। ਅਸਰਾਓ ਨਾਮ ਆਸਰੇ ਦਾ ਹੁੰਦਾ ਹੈ, ਆਸਰਾ ਰੂਪ ਹੈ। ਇਹਨਾਂ ਦੇ ਵਿੱਚ ਚੇਤਨ ਸੱਤਾ ਰੂਪੀ ਸੱਚਾ ਆਸਰਾ ਰੂਪ ਹੈ। ਨਾਮ ਕੇ ਧਾਰੇ ਖੰਡ ਬ੍ਰਹਮੰਡ, ਉਹ ਹੁਕਮ ਰੂਪੀ ਸੱਤਾ ਰੂਪੀ ਇਹ ਜਿਹੜਾ ਪਰਮੇਸ਼ਰ ਵਾਹਿਗੁਰੂ ਨਾਮ ਦੇ ਉਹਦੇ ਆਸਰੀ ਖੰਡ ਬ੍ਰਹਮੰਡ ਹਨ। ਘਰ ਦਰ ਸਭੋ ਸੱਚ ਹੈ, ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਉਹਦੀ ਗੱਲ ਕਰਦੇ ਸਾਰੀ ਬੋਲ ਦਿਓ ਜੀ। ਜਿਸ ਵਿੱਚ ਸੱਚਾ ਨਾਮ, ਜਿਸ ਦੇ ਹਿਰਦੇ ਵਿੱਚ ਸੱਚਾ ਨਾਮ ਵਸਿਆ ਹੋਇਆ ਉਹਦੇ ਪ੍ਰਤੱਖ ਘਰ ਅਤੇ ਪ੍ਰਤੱਖਤ ਘਰਾਂ ਦੇ ਦਰ, ਜਾਂ ਸਰੀਰ ਰੂਪੀ ਘਰ, ਇੰਦਰੀਆਂ ਰੂਪੀ ਦਰ, ਸਭੋ ਸਾਰੇ ਹੀ ਸੱਚ ਸੱਚੇ ਹਨ। ਇਸੇ ਪ੍ਰਕਾਰ ਜੇ ਘਰ ਦਰ ਸਭੋ ਸੱਚ ਹੈ, ਜਿਸ ਵਿੱਚ ਸੱਚਾ ਨਾਮ, ਜਿਸ ਦੇ ਹਿਰਦੇ ਸੱਚੇ ਪਰਮਾਤਮਾ ਦਾ ਨਾਮ ਵਾਹਿਗੁਰੂ ਦਾ, ਉਸ ਨਾਮ ਦਾ ਪਿਆਰ ਹੈ, ਉਸ ਨੂੰ ਖੰਡਾਂ ਬ੍ਰਹਮੰਡਾਂ ਰੂਪੀ ਘਰ ਅਤੇ ਦਰ ਦਰਵਾਜ਼ਿਆਂ ਆਦਿ ਸਭੋ ਸਾਰਾ ਕੁਝ ਹੀ ਸੱਚਾ ਹੀ ਪ੍ਰਤੀਤ ਹੁੰਦਾ ਹੈ। ਤੇ ਜਿਹੜਾ ਉਹ ਖੰਡਾਂ ਬ੍ਰਹਮੰਡਾਂ ਰੂਪੀ ਘਰ ਦੇ ਦਰ ਦਰਵਾਜ਼ਿਆਂ ਆਦਿ ਵਿੱਚ ਸਾਰਿਆਂ ਥਾਵਾਂ ਤੇ ਸੱਚੇ ਪ੍ਰਤੀਤ ਹੁੰਦਾ ਹੈ, ਜਾਂ ਫਿਰ ਉਹਦੇ ਸਰੀਰ ਰੂਪੀ ਘਰ ਸੱਚਾ ਸਚਾਈ ਵਾਲਾ ਦਰ ਮੁਖ ਆਦਿ ਸਭੋ ਸਭ ਕੁਝ ਸਫਲਾ ਹੈ। ਸਭ ਸੱਚਾ ਹੁਕਮ ਵਰਤਦਾ, ਉਹਨੂੰ ਇਹੀ ਪ੍ਰਤੀਤ ਹੁੰਦਾ ਸਭ ਕੁਝ ਸੱਚਾ ਹੁਕਮ ਹੀ ਵਰਤਦਾ, ਜਿਸ ਵਿੱਚ ਸੱਚਾ ਨਾਉ ਤੇ ਅੰਤਹਿਕਰ ਰੂਪੀ ਘਰ ਦੇ ਗਿਆਨ ਰੂਪੀ ਦਰ ਵੀ ਸੱਚਾ ਹੈ, ਜਿਹਦੇ ਹਿਰਦੇ ਸੱਚਾ ਨਾਮ ਹੀ ਵਸਿਆ ਹੋਇਆ, ਸਭ ਸੱਚਾ ਹੁਕਮ ਵਰਦਾ। ਉਹਦੇ ਲਈ ਸਭ ਸਾਰਿਆਂ ਦੇ ਸਿਰ ਉੱਤੇ ਸੱਚੇ ਵਾਹਿਗੁਰੂ ਦਾ ਹੁਕਮ ਹੀ ਵਰਤ ਰਿਹਾ ਹੈ। ਗੁਰਮੁਖ ਸੱਚ ਸਮਾਓ, ਗੁਰਮੁਖ ਜਨਾਂ ਦਾ ਸੱਚ ਸਰੂਪ ਵਿੱਚ ਸਮਾਉਣਾ ਮਿਲਣਾ ਹੁੰਦਾ ਹੈ। ਸੱਚਾ ਆਪ ਤਖਤ ਸੱਚਾ, ਸੱਚਾ ਤੁਧ ਤਖਤ ਬਚਨ ਆਉਂਦਾ ਨਾ, ਉਹ ਪਰਮੇਸ਼ਰ ਆਪ ਸੱਚਾ ਹੈ। ਉਹਦਾ ਅਧਿਸ਼ਠਾਨ ਰੂਪ ਹੋਣ ਕਰਕੇ ਸੰਸਾਰ ਰੂਪੀ ਤਖਤ ਵੀ ਸੱਚਾ ਹੈ। ਸੱਚਾ ਆਪ ਵੀ ਦਰਗਾਹ ਵਿੱਚ ਬੈਠ ਕਰਕੇ ਫਿਰ ਅੱਗੇ ਦੱਸਦੇ ਨੇ ਬਹਿ ਸੱਚਾ ਕਰੇ ਨਿਆਉ। ਉਹ ਦਰਗਾਹ ਵਿੱਚ ਬੈਠ ਕੇ ਤੇ ਸੱਚਾ ਨਿਆਉ ਕਿਹਦਾ, ਪਾਪਾਂ ਪੁੰਨਾਂ ਦਾ ਨਿਰਣਾ ਕਰਦਾ ਹੈ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ। ਇਸ ਪ੍ਰਕਾਰ ਉਹ ਨਿਆਂ ਕਰਦਾ ਹੈ। ਝੂਠਿਆਂ ਨੂੰ, ਵਿਸ਼ਈ ਪਾਮਰਾਂ ਨੂੰ ਇੱਕ ਪਾਸੇ ਚੁਣ ਦਿੰਦਾ ਹੈ, ਪੁੰਨੀਆਂ ਨੂੰ, ਸਚਾਈ ਵਾਲਿਆਂ ਨੂੰ ਇੱਕ ਪਾਸੇ। ਬਹਿ ਸੱਚਾ ਕਰੇ ਨਿਆਉ। ਸੱਚਾ ਆਪ ਤਖਤ ਸੱਚਾ, ਪਰਮੇਸ਼ਰ ਆਪ ਵੀ ਸੱਚਾ ਹੈ, ਉਹਦਾ ਸਤਸੰਗ ਰੂਪੀ ਤਖਤ ਵੀ ਸੱਚਾ ਹੈ। ਉਹਦੇ ਵਿੱਚ ਬੈਠ ਕਰਕੇ ਬਹਿ ਸੱਚਾ ਕਰੇ ਨਿਆਉ, ਉਹਦੇ ਸੱਚਾ ਨਿਰਣਾ ਕਰਦਾ ਹੈ। ਉੱਥੇ ਸੱਚਾ ਗੁਰੂ ਰੂਪ ਹੋ ਕੇ, ਸੱਚਾ ਮਹਾਤਮਾ ਰੂਪ ਹੋ ਕੇ, ਸਤਸੰਗ ਰੂਪੀ ਤਖਤ ਉੱਤੇ ਬੈਠ ਕੇ ਜਿਗਿਆਸਿਆਂ ਨੂੰ ਤਾਰਨ ਰੂਪ ਨਿਰਣਾ ਕਰਦਾ ਹੈ। ਬਹਿ ਸੱਚਾ ਕਰੇ ਨਿਆਉ। ਇਹ ਵੀ ਹੈ ਭਾਵ ਇਹਦਾ ਸੱਚਾ ਆਪ ਤਖਤ ਸੱਚਾ, ਤੇ ਪ੍ਰਭੂ ਆਪ ਸੱਚਾ ਹੈ, ਸੱਚੇ ਹੀ ਉਹਦਾ ਤਖਤ ਹੈ, ਤੇ ਆਪ ਵੀ ਸੱਚਾ ਹੈ। ਧਰਮ ਰਾਜ ਰੂਪ ਹੋ ਕੇ ਬਹਿ ਸੱਚਾ ਕਰੇ ਨਿਆਉ, ਧਰਮ ਰਾਜ ਰੂਪ ਹੋ ਕੇ ਨਿਆਂ ਵੀ ਸੱਚਾ ਹੀ ਕਰਦਾ ਹੈ। ਸੱਚਾ ਆਪ ਤਖਤ ਸੱਚਾ, ਉਹ ਪ੍ਰਭੂ ਬਹਿ ਸੱਚਾ ਕਰੇ ਨਿਆਉ। ਪ੍ਰਭੂ ਆਪ ਵੀ ਸੱਚਾ ਹੈ ਅਤੇ ਸੱਚਾਈ ਅੰਤਸਕਰਨ ਰੂਪੀ ਤਖਤ ਉਹਦੇ ਤੇ ਬੈਠ ਕੇ ਸੱਚਾ ਸਾਥੀ ਰੂਪ ਹੋ ਕੇ ਨਿਰਣਾ ਕਰਦਾ ਹੈ। ਭਾਵ ਇੰਦਰੀਆਂ ਨੂੰ ਪ੍ਰੇਰ ਕੇ ਸੱਚ ਦੀ ਪ੍ਰਾਪਤੀ ਵੱਲ ਲਾਉਂਦਾ ਹੈ। ਉਹ ਪਰਮੇਸ਼ਰ ਐਸਾ ਹੈ। ਸਭ ਸੱਚੋ ਸੱਚ ਵਰਤਦਾ, ਸਾਰਿਆਂ ਥਾਵਾਂ ਵਿੱਚ ਸੱਚੋ ਸੱਚਾ ਹੀ ਸੱਚ ਵਰਤਦਾ ਹੈ। ਸਭ ਸਾਰਿਆਂ ਥਾਵਾਂ ਵਿੱਚ ਸੱਚ ਨਿਸ਼ਚੈ ਕਰਕੇ ਸੱਚੋ ਸੱਚਾ ਪਰਮੇਸ਼ਰ ਹੀ
ਉਹ ਵਰਤ ਦਾ ਵਰਤ ਰਿਹਾ ਹੈ। ਗੁਰਮੁਖ ਅਲਖ ਲਖਾਈ, ਗੁਰਮੁਖ ਜਨ ਆਪ ਗੁਰਾਂ ਦੁਆਰਾ ਅਲਖ ਲਖਣ ਤੋਂ ਰਹਿਤ ਸਰੂਪ ਨੂੰ ਲਖਦੇ ਐ, ਜਾਣਦੇ ਐ, ਹੋਰਨਾਂ ਤਾਈਂ ਲਿਖਾਈ ਜਣਾਉਂਦੇ ਐ, ਜਣਾਉਣਾ ਕਰਦੇ ਹਨ। ਲਖਣਾ ਬਿਰਤੀ ਦੁਆਰਾ ਉਸ ਅਲਖ ਨੂੰ, ਕਿਉਂਕਿ ਸ਼ਕਤੀ ਬਿਰਤੀ ਕਰਕੇ ਤਾਂ ਅਲਖ ਹੈ, ਲਖਿਆ ਨਹੀਂ ਜਾਂਦਾ, ਤੇ ਇਸ ਕਰਕੇ ਲਖਣਾ ਬਿਰਤੀ ਦੁਆਰਾ ਤੇ ਗੁਰੂ ਸਾਹਿਬ ਉਹਨਾਂ ਨੂੰ ਜਣਾ ਦਿੰਦੇ ਐ, ਉਹ ਜਾਣ ਲੈਂਦੇ ਹਨ। ਆਹੋ ਆਹੋ ਸੱਚੇ ਪਾਤਸ਼ਾਹ, ਇਸ ਕਰਕੇ ਗੁਰਮੁਖ ਜਨਾਂ ਦਾ ਇਹੀ ਨਿਸ਼ਚੈ ਹੈ ਕਿ ਸੱਚੇ ਪਾਤਸ਼ਾਹ ਤੂੰ ਵਾਹ ਅਚਰਜ ਹੈ, ਤੂੰ ਵਾਹ ਬਿਸਮਾਦ ਰੂਪ ਹੈ, ਤੂੰ ਸੱਚੀ ਨਾਈ, ਤੇਰੀ ਸੱਚੀ ਨਾਈ ਮਹਿਮਾ ਆਵਾਜ਼ ਵਾਲਾ ਹੈ, ਸੱਚੀ ਆਵਾਜ਼ ਵਾਲਾ ਹੈ, ਤੇ ਇਸ ਕਰਕੇ ਮਹਾਰਾਜ ਸੱਚੀ ਤੇਰੀ ਸਿਫਤ ਹੈ। ਸ਼ਲੋਕ ਮਹਲਾ ਤੀਜਾ। ਅੱਗੇ ਤੀਸਰੇ ਪਾਤਸ਼ਾਹ ਦਾ ਹੋਰ ਸ਼ਬਦ ਆ ਰਿਹਾ ਜੀ, ਰਾਇ ਨਾਇਰ ਮਾਹਿ ਅਨੰਤ ਹੈ। ਹੁਣ ਅੱਗੇ ਸ਼ਲੋਕ ਦੇ ਵਿੱਚ ਕਹਿੰਦੇ ਨੇ ਮਹਾਰਾਜ ਸੰਸਾਰ ਰੈਣ ਆਇਰ ਤੋਂ ਭਾਵ ਹੈ ਸਮੁੰਦਰ, ਸਤ ਸੰਗਤ ਰੂਪੀ ਸਮੁੰਦਰ ਦੇ ਮਾਹੇ ਵਿੱਚ ਅਨੰਤ ਹੈ, ਤੇ ਅਨੰਤ ਅੰਤ ਤੋਂ ਰਹਿਤ, ਜਿਹਦਾ ਅੰਤ ਨਹੀਂ ਕੋਈ ਪਾਇਆ ਜਾ ਸਕਦਾ, ਉਹ ਪਰਮੇਸ਼ਰ ਆਪ ਹੀ ਵਸ ਰਿਹਾ ਹੈ। ਕੂੜੀ ਆਵੇ ਜਾਏ, ਪਰ ਪਦਾਰਥਾਂ ਵਿੱਚ ਲੱਗ ਕੇ ਵਾਹਿਗੁਰੂ ਨੂੰ ਭੁੱਲ ਕੇ, ਹਰੀ ਵਾਹਿਗੁਰੂ ਨੂੰ ਭੁੱਲ ਕੇ ਕੂੜੀ ਝੂਠੀ ਸ੍ਰਿਸ਼ਟੀ ਆਵੇ, ਆਉਂਦੀ ਹੈ, ਤੇ ਜਾਏ ਮਰ ਕੇ ਜਾਂਦੀ ਹੈ, ਜਮਦੀ ਮਰਦੀ ਰਹਿੰਦੀ ਹੈ। ਇਸੇ ਪ੍ਰਕਾਰ ਜੇ ਰੈਣ ਆਇਰ ਮਾਹਿ ਅਨੰਤ ਹੈ। ਸਤਿਗੁਰੂ ਜੀ ਰੈਣ ਆਇਰ ਚੰਦਰਮਾ ਦੀ ਨਿਆਈ ਨੇ, ਜੋ ਜਿਸ ਦਾ ਰੈਣ ਰਾਤ ਰੂਪੀ ਘਰ ਵਿੱਚ ਚੰਦਰਮਾ ਰਾਤ ਨੂੰ ਦਿਸਦੇ ਨਾ, ਚਾਂਦਨੀ ਰਾਤ ਦੇ ਵਿੱਚ, ਤੇ ਇਹਦਾ ਪ੍ਰਮਾਣ ਦਿੱਤਾ ਜੋ ਗਿਆਨ ਰੂਪੀ ਕਿਰਨਾਂ, ਸਤਿਗੁਰੂ ਜੀ ਆਪ ਚੰਦਰਮਾ ਦੀ ਨਿਆਈ, ਗਿਆਨ ਰੂਪੀ ਸ਼ਾਂਤੀ ਦੇਣ ਵਾਲੀਆਂ ਕਿਰਨਾਂ ਨੇ, ਉਹ ਕਿਰਨਾਂ ਦਾ ਕਾਰਨ ਅਤੇ ਅਨੰਤ ਅੰਤ ਤੋਂ ਰਹਿਤ ਐਸਾ ਜੋ ਚਿਦਾਕਾਸ਼ ਰੂਪੀ ਬ੍ਰਹਮ ਸਤਿਗੁਰਾਂ ਦੇ ਹਿਰਦੇ ਵਿੱਚ ਵਸ ਰਿਹਾ ਹੈ। ਕੂੜੀ ਆਵੇ ਜਾਏ, ਪਰ ਸਤਿਗੁਰਾਂ ਦੇ ਉਪਦੇਸ਼ ਤੋਂ ਬਗੈਰ ਝੂਠੀ ਸ੍ਰਿਸ਼ਟੀ ਆਉਣ ਜਾਣ ਵਿੱਚ ਲੱਗੀ ਹੋਈ ਹੈ। ਜਿਨ੍ਹਾਂ ਦੀ ਦੇਵੀ ਦੇਵਤਿਆਂ ਦੀ ਝੂਠੀ ਸ਼ਰਧਾ ਹੈ, ਉਹ ਜੰਮਦੇ ਮਰਦੇ ਰਹਿੰਦੇ ਹੈ, ਸਤਿਗੁਰ ਤੋਂ ਉਪਦੇਸ਼ ਲੈ ਕੇ ਜੀਵਨ ਮੁਕਤੀ ਦਾ ਲਾਭ ਨਹੀਂ ਉਠਾ ਸਕਦੇ। ਭਾਣਾ ਚੱਲੈ ਆਪਣੈ, ਜਿਹੜੇ ਪੁਰਖ ਆਪਣੇ ਆਪ ਦੇ ਭਾਣੇ ਖਿਆਲਾਂ ਅਨੁਸਾਰ ਚੱਲਦੇ ਹਨ, ਬਹੁਤੀ ਲਹੈ ਸਜਾਏ, ਉਹ ਪਰਲੋਕ ਦੇ ਵਿੱਚ ਵੀ ਨਰਕਾਂ ਦੇ ਵਿੱਚ ਜਾ ਕੇ ਸਜ਼ਾ ਬਹੁਤੀ ਬੇਅੰਤੀ ਲੈਂਦੇ ਹਨ। ਰੈਣ ਆਇਰ ਮਹਿ ਸਭ ਕਿਛ ਹੈ, ਸੰਸਾਰ ਜਿਹੜਾ ਹੈ ਨਾ, ਜਾਂ ਸੰਸਾਰ ਵਿੱਚ ਸੰਸਾਰ ਰੂਪੀ ਰਾਜ, ਜਾਂ ਗੁਰੂ ਜਿਹੜਾ ਹੈ ਸਤਸੰਗਤ ਰੂਪੀ ਰੈਣਾਰ ਸਮੁੰਦਰ, ਸੰਸਾਰ ਰੂਪੀ ਸਮੁੰਦਰ ਹੈ, ਗੁਰੂ ਰੂਪੀ ਸਮੁੰਦਰ ਹੈ, ਸਤਸੰਗਤ ਰੂਪੀ ਰੈਣਾਰ ਸਮੁੰਦਰ ਦੇ ਮਹਿ ਵਿੱਚ ਤੇ ਸਭ ਕੁਝ ਹੈ। ਸਭ ਕੁਝ ਤੋਂ ਭਾਵ ਹੈ ਕਿ ਪ੍ਰਤੱਖ ਪਦਾਰਥ ਵੀ ਨੇ, ਸਤ ਸੰਤੋਖ ਆਦਿ ਸ਼ੁਭ ਗੁਣਾ ਰੂਪੀ ਪਦਾਰਥ ਵੀ ਨੇ, ਪਰ ਇਹਨਾਂ ਨੂੰ ਪ੍ਰਾਪਤ ਕੌਣ ਕਰਦਾ ਹੈ? ਕਰਮੀ ਪੱਲੇ ਪਾਏ, ਪਰ ਗੁਰਾਂ ਦੀ ਕਰਮੀ ਕਿਰਪਾ ਕਰਕੇ ਹਿਰਦੇ ਰੂਪੀ ਪੱਲੇ ਦੇ ਵਿੱਚ ਸ਼ੁਭ ਗੁਣ ਪਾਏ ਪੈਂਦੇ ਆ। ਪੂਰਬਲੇ ਨਿਸ਼ਕਾਮ, ਉਹ ਨਿਸ਼ਕਾਮ ਕਰਮਾਂ ਦਾ ਸਦਕਾ ਪ੍ਰਭੂ ਦੀ ਕਰਮੀ ਮਿਹਰ ਬਖਸ਼ਿਸ਼ ਹੁੰਦੀ ਹੈ, ਬੁੱਧੀ ਰੂਪ ਪੱਲੇ ਦੇ ਫਿਰ ਪੈਂਦੇ ਐ। ਨਾਨਕ ਨੌ ਨਿਧ ਪਾਈ ਹੈ, ਸਤਿਗੁਰੂ ਜੀ ਕਥਨ ਕਰਦੇ ਹਨ, ਤਾਂ ਹੀ 9 ਨਿਧੀਆਂ ਪ੍ਰਾਪਤ ਕਰੀਦੀਆਂ ਨੇ। ਨਵਦਾ ਭਗਤੀ ਜਾਂ 9 ਗੋਲਕਾਂ ਦਾ ਆਸਰਾ ਸੱਚ ਸਰੂਪ ਵਾਹਿਗੁਰੂ ਉਸ ਨੂੰ ਪਾਈਐ, ਪਾਉਣਾ ਕਰੀਦਾ ਹੈ। ਜੇ ਚੱਲੈ ਤਿਸੈ ਰਜਾਏ, ਜੇਕਰ ਜੀਵ ਆਪਣੇ ਮਨਮਤ ਛੱਡ ਕੇ ਤਿਸੇ ਉਸ ਵਾਹਿਗੁਰੂ ਦੀ ਰਜਾਏ ਰਜਾ ਵਿੱਚ ਆਗਿਆ ਵਿੱਚ ਚੱਲਣਾ ਕਰੇ। ਮਹੱਲਾ ਤੀਜਾ। ਮਹੱਲਾ ਹੈ ਤੀਸਰੇ ਪਾਤਸ਼ਾਹ ਦਾ ਜੀ। ਸਹਜੇ ਸਤਿਗੁਰ ਨਾ ਸੇਵਿਓ, ਜਿਨ੍ਹਾਂ ਨੇ ਸ਼ਾਂਤੀ ਪੂਰਵਕ ਧੀਰਜਤਾ ਦੇ ਨਾਲ, ਸਹਜੇ ਸੰਤੋਖ ਦੇ ਨਾਲ, ਸਹਜੇ ਗਿਆਨ ਦੀ ਪ੍ਰਾਪਤੀ ਵਾਸਤੇ ਪੂਰੇ ਸਤਿਗੁਰਾਂ ਨੂੰ ਨਾ ਸੇਵਿਓ, ਸੇਵਨਾ ਨਹੀਂ ਕੀਤਾ ਹੈ। ਵਿੱਚ ਹਉਮੈ ਜਨਮ ਵਿਨਾਸ਼, ਉਹਨਾਂ ਨੇ ਹੰਗਤਾ ਦੇ ਵਿੱਚ ਆਪਣੇ ਮਨੁੱਖਾ ਜਨਮ ਨੂੰ ਨਾਸ਼ ਕਰ ਲਿਆ। ਉਹ ਹੰਗਤਾ ਦੇ ਵਿੱਚ ਜੇ ਜੰਮਦਾ ਤੇ ਵਿਨਾਸ਼ ਵਿਸ਼ੇਸ਼ ਕਰਕੇ ਨਾਸ਼ ਹੁੰਦਾ ਹੈ, ਭਾਵ ਜੰਮਦਾ ਮਰਦਾ ਰਹਿੰਦਾ ਹੈ। ਰਸਨਾ ਹਰ ਰਸਨਾ ਚਖਿਓ, ਜਿਨ੍ਹਾਂ ਨੇ ਪ੍ਰਤੱਖ ਰਸਨਾ ਦੇ ਨਾਲ ਵਾਹਿਗੁਰੂ ਦੇ ਨਾਮ ਰਸ ਨੂੰ ਨਹੀਂ ਚਖਣਾ ਕੀਤਾ, ਜਾਂ ਪ੍ਰੀਤ ਰੂਪੀ ਰਸਨਾ ਦੇ ਨਾਲ ਜੀਵ ਦੁਆਰਾ ਹਰ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਨਹੀਂ ਚਖਣਾ ਕੀਤਾ ਹੈ, ਤੇ ਉਹਨਾਂ ਦੀ ਬਾਬਤ ਕਹਿੰਦੇ ਨੇ, ਕਮਲ ਨਾ ਹੋਇਓ ਪ੍ਰਗਾਸ, ਉਹਦੇ ਹਿਰਦੇ ਕਮਲ ਵਿੱਚ ਗਿਆਨ ਦਾ ਪ੍ਰਕਾਸ਼ ਚਾਨਣਾ ਨਹੀਂ ਹੋਇਆ। ਜਾਂ ਫਿਰ ਜੋਗੀਆਂ ਦੇ ਮਤ ਅਨੁਸਾਰ ਹਿਰਦਾ ਕਮਲ ਹੈ ਜਿਹੜੇ ਇਹ ਮੁੱਦਾ ਹੈ, ਜਿਵੇਂ ਮੁੱਦੇ ਭਾਂਡੇ ਦੇ ਵਿੱਚ ਕੁਝ ਨਹੀਂ ਪੈਂਦਾ, ਬਾਹਰ ਡੁੱਲ ਜਾਂਦੀ ਹੈ ਵਸਤੂ। ਇਸ ਕਰਕੇ 10ਵੇਂ ਦੁਆਰ ਦੇ ਵਿੱਚੋਂ
ਇੱਕ ਸਾਧ ਸਿੰਘ ਜੀ ਅੰਮ੍ਰਿਤ ਰਸ ਦੀਆਂ ਬੂੰਦਾਂ ਜਿਹੜੀਆਂ ਨਾ ਉਹ ਝਰਦੀਆਂ, ਉਹ ਝਰ ਕੇ ਜਠਰਾ ਅਗਨੀ ਤੇ ਪੈ ਕੇ ਸਮਾਪਤ ਹੋ ਜਾਂਦੀਆਂ ਹਨ। ਕਿਉਂਕਿ ਜਠਰਾ ਅਗਨੀ ਤਪ ਰਹੀ ਹੈ, ਜਿਵੇਂ ਚੁੱਲ੍ਹਾ, ਤਾਂ ਚੁੱਲ੍ਹੇ 'ਚ ਪਾਣੀ ਛੱਡਦੀ ਹੈ, ਖਤਮ ਹੋ ਜਾਂਦਾ ਹੈ। ਉਹ ਜਠਰਾ ਅਗਨੀ ਪੈ ਕੇ ਸੁਆਹ ਹੋ ਜਾਂਦੀ ਹੈ। ਇਹ ਆਮ ਮਨੁੱਖਾਂ ਦਾ ਹਿਰਦਾ ਕਮਲ ਜਿਹੜਾ ਨਾ, ਇਹਦੇ 'ਚ ਕਮਲ ਮੁੱਦਾ ਹੈ। ਜਦੋਂ ਜੋਗੀ ਜਨ ਜਿਹੜਾ ਜਲੰਧਰੀ ਬੰਦ ਹੁੰਦਾ ਹੈ, ਮੂਲ ਬੰਦ ਹੁੰਦਾ ਹੈ, ਉਹਦੇ ਬੜੇ ਤਰੀਕੇ ਨੇ ਇਹ ਯੋਗ ਮਤ ਦੇ ਆਸਣਾਂ ਦੇ ਵਿੱਚ ਆ ਜਾਂਦੇ ਨੇ। ਜੋਗੀ ਜਨ ਮੂਲ ਦੁਆਰੇ ਦੀ ਪੌਣ ਨੂੰ ਸਾਧ ਕੇ ਉਹ ਕਮਲ ਨੂੰ ਸਿੱਧਾ ਕਰਦੇ ਆ। ਜਿਵੇਂ ਪਲਾਸਟਿਕ ਦੇ ਪਾਈਪ ਦੇ ਵਿੱਚ ਜਦੋਂ ਹਵਾ ਭਰਦੇ ਆ, ਇਕੱਠਾ ਹੋਇਆ ਵਾ, ਉਹਦੇ ਬਲ ਨਿਕਲ ਜਾਂਦੇ ਨੇ। ਉਹ ਇਸ ਤਰ੍ਹਾਂ ਦੇ ਪੌਣ ਦੇ ਨਾਲ ਉਹ ਜਿਹੜਾ ਮੁੱਦਾ ਹੋਇਆ ਉਹਨੂੰ ਸਿੱਧਾ ਕਰ ਲੈਂਦੇ ਨੇ ਹਵਾ ਦੇ ਪ੍ਰੈਸ਼ਰ ਨਾਲ। ਜਦੋਂ ਸਿੱਧਾ ਹੋ ਗਿਆ, ਦਸਮ ਦੁਆਰ ਤੋਂ ਰਸ ਧਾਤੂ ਜਿਹੜਾ ਡਿੱਗਦਾ ਹੈ ਉਹਦੇ ਵਿੱਚ ਡਿੱਗਦਾ, ਫਿਰ ਅੱਗ 'ਚ ਨਹੀਂ ਡਿੱਗਦਾ ਜਠਰਾ ਅਗਨੀ। ਉਹਦੇ ਨਾਲ ਕੀ ਲਾਭ ਮਿਲਦਾ ਹੈ? ਵਾਏ ਪਿੱਤ ਕਫ, ਚੌਥਾ ਰੁਦਰ ਵਿਗਾਰ ਜੋਗੀ ਨੂੰ ਹੁੰਦਾ ਨਹੀਂ ਤੇ ਉਹਨਾਂ ਦੀ ਉਮਰ ਲੰਮੀ ਹੋ ਜਾਂਦੀ ਹੈ। ਉਹਨਾਂ 'ਚ ਲੰਮੇ ਉਹਦੇ ਸਾਧਨ ਕਰਦੇ ਰਹਿੰਦੇ ਆ। ਤੇ ਇਸ ਕਰਕੇ ਉਹਦਾ ਹਵਾਲਾ ਦਿੱਤਾ ਹੈ ਮਹਾਰਾਜ ਨੇ, ਕਮਲ ਨਾ ਹੋਇਓ ਪ੍ਰਗਾਸ। ਉਹ ਕਮਲ ਪ੍ਰਗਾਸ ਨਹੀਂ ਹੋਇਆ ਤੇ ਮਹਾਰਾਜ ਕਹਿੰਦੇ ਨੇ ਤੇ ਉਹਨੂੰ ਕਮਲ ਨੂੰ ਸਿੱਧਾ ਕਰਨ ਨੂੰ ਇਹ ਜਿਹੜੇ ਸਾਧਦੇ ਨੇ ਬੋਲਦੇ, ਜੋ ਕਮਲ ਨਾ ਹੋਇਆ, ਕਮਲ ਨਾ ਹੋਇਓ ਪ੍ਰਗਾਸ। ਉਹ ਮੂਲ ਦੁਆਰੇ ਦੀ ਪੌਣ ਨੂੰ ਸਾਧ ਕੇ ਕਮਲ ਸਿੱਧਾ ਕਰ ਲੈਂਦੇ ਆ, ਪਰ ਦਸਮ ਦੁਆਰ ਦੀ ਡਿੱਗੀ ਬੂੰਦ ਕਮਲ ਵਿੱਚ ਪੈਂਦੀ ਹੈ। ਜੋਗੀਆਂ ਦੀ ਲੰਮੀ ਉਮਰ ਹੋ ਜਾਂਦੀ ਹੈ, ਤੈਂ ਤਾਂ ਉਹ ਵੀ ਨਾ ਕਰਿਆ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਆ, ਇਸੇ ਪ੍ਰਕਾਰ ਜੇ ਰਸਨਾ ਹਰ ਰਸ ਨਾ ਚਖਿਓ। ਜੀਵ ਦਾ ਹਿਰਦੇ ਰੂਪੀ ਕਮਲ ਜਿਹੜਾ ਰਸਨਾ ਦੇ ਨਾਲ ਨਾਮ ਦਾ ਰਸ ਨਹੀਂ ਚਖਿਆ ਹੈ, ਜਦੋਂ ਇਸ ਨੇ ਕਮਲ ਨਾ ਹੋਇਓ ਪ੍ਰਗਾਸ। ਇਹਦਾ ਹਿਰਦਾ ਰੂਪੀ ਕਮਲ ਗੁਰਾਂ ਦੇ ਸਨਮੁਖ ਹੋਣ ਰੂਪੀ ਸਿੱਧਾ ਨਹੀਂ ਹੋਇਆ, ਪੁੱਠਾ ਚੱਲਦਾ ਹੈ, ਗੁਰਮਤਿ ਦੇ ਅਨੁਸਾਰ ਜੀਵਨ ਨਹੀਂ ਬਣਾਉਂਦਾ। ਨਾ ਹੀ ਕਰਨਾ ਮੁਦਤਾ ਮੈਤਰੀ ਉਪੇਖਿਆ। ਇਹ ਕਮਲ ਦੀਆਂ ਪੰਖੜੀਆਂ ਖਿੜਦੀਆਂ, ਜਿਵੇਂ ਕਮਲ ਦੀਆਂ ਪੰਖੜੀਆਂ ਹੁੰਦੀਆਂ। ਗੁਰ ਉਪਦੇਸ਼ ਦੁਆਰਾ ਗਿਆਨ ਦੀ ਗਿਆਨ ਰੂਪੀ ਸੂਰਜ ਦੀ ਕਿਰਨ ਹਿਰਦੇ ਰੂਪੀ ਕਮਲ 'ਚ ਪ੍ਰਕਾਸ਼ ਨਹੀਂ ਹੋਇਆ, ਜਿਸ ਕਰਕੇ ਇਹਦੇ 'ਚ ਜਿਹੜੇ ਦੋਸ਼ ਪਏ, ਬਾਸ਼ਨਾ ਰੂਪੀ ਵਾਏ, ਕਾਮ ਰੂਪੀ ਕਫ, ਪਾਪਾਂ ਰੂਪੀ ਪਿੱਤ, ਹਿਰਦੇ ਦੇ ਵਿੱਚ ਜਿਹੜੇ ਸਾਧ ਸੰਜੀ ਵਿਕਾਰਾਂ ਦਾ ਵਿਗਾੜ ਰੂਪੀ ਰੁਦਰ ਵਿਗਾਰ ਹੋਇਆ ਹੈ, ਆਦਤਾਂ ਵਿਗੜੀਆਂ ਹੋਈਆਂ ਨੇ, ਇਹ ਫਿਰ ਮਿਟਦੀਆਂ ਨਹੀਂ ਹੈ, ਕਿਉਂਕਿ ਗੁਰੂ ਦੇ ਉਪਦੇਸ਼ 'ਚ ਨਹੀਂ ਆਇਆ ਹੈ। ਬਿਖ ਖਾਦੀ ਮਨਮੁਖ ਮੁਆ। ਮਨਮੁਖ ਨੇ ਵਿਸ਼ਿਆਂ ਰੂਪੀ ਜ਼ਹਿਰ ਖਾਧੀ ਹੈ, ਇਸ ਕਰਕੇ ਮਨਮੁਖ ਮਿਰਤੂ ਦੇ ਵਾਸ ਹੁੰਦਾ ਹੈ। ਮਾਇਆ ਮੋਹਿ ਵਿਨਾਸ਼। ਮਾਇਆ ਦੇ ਮੋਹ ਵਿੱਚ ਲੱਗਣ ਕਰਕੇ ਵਾਰ-ਵਾਰ ਵਿਨਾਸ਼ ਨਾਸ ਹੁੰਦਾ ਰਹਿੰਦਾ ਹੈ। ਮਾਇਆ ਦਾ ਮੋਹ ਇਸ ਨੂੰ ਪਰਮੇਸ਼ਰ ਵੱਲੋਂ ਬੇਮੁਖ ਕਰਨ ਰੂਪੀ ਨਾਸ ਕਰਦਾ ਰਹਿੰਦਾ ਹੈ। ਇਕਸ ਹਰ ਕੇ ਨਾਮ ਵਿਣ। ਇੱਕ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨ ਬਗੈਰ ਮਨਮੁਖਾਂ ਦਾ ਤ੍ਰਿਗ ਜੀਵਨ ਤ੍ਰਿਗ ਆਸ। ਮਨਮੁਖਾਂ ਦਾ ਹੁਣ ਤੱਕ ਸੰਸਾਰ ਵਿੱਚ ਜੀਵਨ ਜਿਉਣਾ ਉਹ ਤ੍ਰਿਕਾਰਾਂ ਭਰਿਆ ਹੈ। ਜਿਉਣ ਦੀ ਜਿਹੜੀ ਆਸ ਲੱਗੀ ਹੋਈ ਹੈ ਤੇ ਉਹ ਜਿਹੜੀ ਬਾਸ਼ਨਾ ਲੱਗੀ ਹੋਈ ਹੈ, ਉਹ ਵੀ ਤ੍ਰਿਕਾਰਯੋਗ ਹੈ। ਤ੍ਰਿਗ ਜੀਵ ਹੈ, ਤ੍ਰਿਗ ਜੀਵਾਸ। ਪ੍ਰਤੱਖ ਘਰ ਵਿੱਚ ਬਾਸ ਬਸਣਾ ਵੀ ਤ੍ਰਿਕਾਰਯੋਗ। ਤੇ ਇਸ ਕਰਕੇ ਇੱਕ ਹਰ ਕੇ ਨਾਮ ਵਿਣ ਬੋਲਦੇ ਜੀ ਤ੍ਰਿਗ। ਇਕਸ ਹਰ ਕੇ ਨਾਮ ਵਿਣ ਤ੍ਰਿਗ ਜੀਵਨ ਤ੍ਰਿਗ ਵਾਸ। ਉਹਦਾ ਪ੍ਰਤੱਖ ਘਰਾਂ ਵਿੱਚ ਬਸਣਾ ਵੀ ਤ੍ਰਿਕਾਰ, ਤਿੰਨੇ ਦੇਹਾਂ ਰੂਪ ਘਰਾਂ ਵਿੱਚ ਵੜਨਾ ਤ੍ਰਿਕਾਰ। ਸੁਤ ਵਿਤ ਲੋਕ ਈਖਣਾ ਆਦ ਬਾਸ਼ਨਾ ਬਾਸ, ਇਹਨਾਂ ਚ ਬਸਣਾ ਇਹ ਤ੍ਰਿਕਾਰ ਯੋਗ ਹੈ। ਜਾ ਆਪੀ ਨਦਰ ਕਰੇ ਪ੍ਰਭ ਸੱਚਾ। ਜਦੋਂ ਪੂਰਬਲੇ ਨਿਸ਼ਕਾਮ ਕਰਮਾਂ ਦੀ ਪ੍ਰੇਰਣਾ ਦਾ ਸਦਕਾ ਸੱਚਾ ਪ੍ਰਭੂ ਪਰਮੇਸ਼ਰ ਆਪ ਹੀ ਕਿਰਪਾ ਦ੍ਰਿਸ਼ਟੀ ਕਰਦਾ ਹੈ, ਤਾ ਹੋਵੇ ਦਾਸਨ ਦਾਸ। ਤਦ ਹੀ ਜੀਵ ਫਿਰ ਵਾਹਿਗੁਰੂ ਦੇ ਦਾਸਾਂ ਸੇਵਕਾਂ ਦੇ ਮਨ ਕਰਕੇ ਬਾਣੀ ਕਰਕੇ ਦਾਸਨ ਦਾਸ ਸੇਵਕਾਂ ਦਾ ਸੇਵਕ ਹੋਣਾ ਕਰਦਾ ਹੈ। ਤਾ ਅਨ ਦਿਨ ਸੇਵਾ ਕਰੇ ਸਤਿਗੁਰੂ ਕੀ। ਸੇਵਕ ਬਣਦਾ ਹੈ ਤਾਂ ਫਿਰ ਅਨ ਦਿਨ ਰਾਤ ਦਿਨ ਸਤਿਗੁਰਾਂ ਦੀ ਸੇਵਾ ਟਹਿਲ ਕਰਦਾ ਹੈ। ਕਵਹਿ ਨਾ ਛੋੜੈ ਪਾਸ। ਕਦੇ ਵੀ ਜੀਵ ਸਤਿਗੁਰਾਂ ਦਾ ਪਾਸਾ ਤਰਫ ਛੱਡਦਾ ਨਹੀਂ ਹੈ, ਮਰਿਆਦਾ ਵਿੱਚ ਰਹਿੰਦਾ ਹੈ। ਜਿਉ ਜਲ ਮਹਿ ਕਮਲ ਅਲਿਪਤੋ ਵਰਤੈ। ਜਿਵੇਂ ਜਲ ਹੈ ਜਿਹੜਾ, ਜਿਸ ਪ੍ਰਕਾਰ ਜਿਵੇਂ ਜਲ ਨਾਮ ਹੈ ਪਾਣੀ ਦਾ, ਪਾਣੀ ਦੇ ਮਹਿ ਵਿੱਚ ਰਹਿੰਦਾ ਹੋਇਆ ਕਮਲ ਅਲਿਪਤ ਨਿਰਲੇਪ ਹੀ ਵਰਤਦਾ ਹੈ। ਤੇ ਇਸ ਕਰਕੇ
ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੈ। ਤੋ ਉਹ ਇਸ ਪ੍ਰਕਾਰ ਫਿਰ ਹੋ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਇਹ ਸੁਰਤੀ ਦਾ ਸ਼ਬਦ ਨਾਲ ਜੁੜਨਾ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ। ਇਸ ਪ੍ਰਕਾਰ ਸਾਧ ਸੰਗਤ ਜੀ ਕਹਿੰਦੇ ਉਹ ਜਿਹੜੇ ਨੇ ਗੁਰਮੁਖ ਜਨ ਇਉਂ ਰਹਿੰਦੇ ਜਿਵੇਂ ਕਮਲ। ਇੱਥੇ ਪ੍ਰਮਾਣ ਦਿੱਤਾ ਹੈ ਕਮਲ ਪਾਣੀ 'ਚ ਡੁੱਬਦਾ ਨਹੀਂ, ਉਹ ਵੀ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਡੁੱਬਦੇ ਨਹੀਂ ਹਨ। ਤਿਉ ਵਿੱਚ ਗ੍ਰਹਿ ਉਦਾਸ, ਉਹ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਉਦਾਸ ਉਪਰਾਮ ਰਹਿੰਦੇ ਆ ਤੇ ਨਾਮ ਜਪਦੇ ਰਹਿੰਦੇ ਹਰ ਵੇਲੇ। ਬਿਰਤੀ ਉਹਨਾਂ ਦੀ ਕਮਲ ਵਾਂਗੂ ਨਿਰਲੇਪ ਰਹਿੰਦੀ ਹੈ। ਜਨ ਨਾਨਕ ਕਰੀ ਕਰਾਇਆ ਸਭ ਕੋ, ਸਤਿਗੁਰੂ ਜੀ ਜਨ ਦਾਸਾ ਭਾਵ ਧਾਰ ਕੇ ਕਥਨ ਕਰਦੇ ਆ ਕਿ ਪੂਰਬਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਈਸ਼ਵਰ ਦਾ ਕਰਾਇਆ ਹੋਇਆ ਸਭ ਕੋ ਕੋਈ ਕਰਤਵ ਕਰੇ ਕਰਦਾ ਹੈ। ਜਿਉ ਭਾਵੈ ਤਿਵ ਹਰ ਗੁਣਤਾਸ, ਜਿਵੇਂ ਪਰਮੇਸ਼ਰ ਨੂੰ ਭਾਵੇ ਪਾਉਂਦਾ ਤੇ ਉਹ ਉਸੇ ਤਰ੍ਹਾਂ ਗੁਣਤਾਸ ਗੁਣਾਂ ਦੇ ਖਜ਼ਾਨੇ ਹਰ ਪਰਮੇਸ਼ਰ ਦੀ ਰਾਜਾ ਚ ਚੱਲਣਾ ਕਰੇ। ਪੌੜੀ ਅੱਗੇ ਪੌੜੀ ਕਥਨ ਕਰਦੇ ਨੇ। ਛਤੀਹ ਜੁਗ ਗੁਬਾਰ ਸਾ, ਜਦੋਂ 36 ਯੁਗ ਗੁਬਾਰ ਹਨੇਰਾ ਸਾ ਸੀ, ਭਾਵ 36 ਯੁਗਾਂ ਵਿੱਚ ਕੋਈ ਵੀ ਰਚਨਾ ਨਹੀਂ ਸੀ। ਹੁਣ ਕਈ ਸਵਾਲ ਕਰਦੇ ਜਦੋਂ ਰਚਨਾ ਹੀ ਸੀ ਤੇ ਉਸ ਵੇਲੇ ਫਿਰ ਸਮੇਂ ਦਾ ਕਿਵੇਂ ਪਤਾ ਲੱਗਿਆ ਵੀ 36 ਯੁਗ ਲੰਘ ਗਏ? ਹੈ ਤਾਂ ਕੁਝ ਵੀ ਨਹੀਂ ਸੀ। ਗਿਣਤੀ ਕਿਹਨੇ ਕੀਤੀ? ਬੜਾ ਭਾਰੀ ਹਨੇਰਾ ਸੀ ਜਦੋਂ। ਉਹਦਾ ਜਵਾਬ ਦਿੰਦੇ ਨੇ ਮਹਾਰਾਜ ਆਪੇ ਗਣਤ ਕੀਨੇ, ਕਹਿੰਦੇ ਪਰਮੇਸ਼ਰ ਨੇ ਆਪ ਹੀ ਯੁਗਾਂ ਦੀ ਗਣਤ ਗਿਣਤੀ ਕੀ ਨਹੀਂ ਉਸ ਵੇਲੇ। ਨਿਰਾਕਾਰ ਰੂਪ ਜਦੋਂ ਵਾਹਿਗੁਰੂ ਮੰਤਰ ਤਿਆਰ ਕੀਤਾ 9 ਯੁਗ ਦੇ ਇੱਕ ਅੱਖਰ ਬਣਾਇਆ, ਆਪ ਹੀ ਇੱਕ ਤੋਂ ਅਨੇਕ ਹੋਣ ਰੂਪ ਦੀ ਸ੍ਰਿਸ਼ਟੀ ਦੀ ਰਚਨ ਦੀ ਗਿਣਤੀ ਕੀਤੀ ਹੈ। ਆਪੇ ਸ੍ਰਿਸ਼ਟ ਸਭ ਸਾਜੀਆਂ, ਪਰਮੇਸ਼ਰ ਨੇ ਆਪ ਹੀ ਸਾਰੀ ਸ੍ਰਿਸ਼ਟੀ ਦੁਨੀਆ ਸਾਜਨ ਸਾਜਣਾ ਕੀਤੀ ਹੈ। ਆਪ ਮਤ ਦੀਨੀ, ਆਪ ਹੀ ਜੀਵਨ ਨੂੰ ਗੁਰਮਤ ਵਿਵਹਾਰਕ ਸ਼ਾਸਤਰਕ ਮਤ ਦੀਨੀ ਦੇਣਾ ਕੀਤੀ ਹੈ ਜਾਂ ਸ਼ੁਭ ਅਸ਼ੁਭ ਮਤ ਦੇਣਾ ਕੀਤੀ ਹੈ ਕਰਮਾਂ ਅਨੁਸਾਰ। ਸਿਮਰਤ ਸਾਸਤ ਸਾਜਿਆਂ, ਆਪ ਹੀ ਹਾਂਜੀ ਸਿਮਰਤ ਸਾਸਤ ਸਾਜਿਆਂ, ਆਪ ਹੀ ਰਿਖੀਆਂ ਮੁਨੀਆਂ ਨੂੰ ਸਿਮਰਤੀਆਂ ਜੋ ਵੇਦ ਦੇ ਗਿਆਨ ਨੂੰ ਯਾਦ ਕਰਾਉਣ ਤੇ ਸ਼ਾਸਤ ਜੋ ਸਤ ਸ਼ਾਸਤਰ ਜੇ ਉਸੇ ਨੂੰ ਕਹਿੰਦੇ ਨੇ ਜਿਹੜਾ ਵੇਦ ਦੀ ਆਗਿਆ ਲਾਗੂ ਕਰਦਾ ਮੰਨਦਾ ਹੈ। ਸਾਜਨ ਰਚਨਾ ਕੀਤੇ ਨੇ ਇਹਨਾਂ ਵਾਲੀ ਮਤ ਦੇਣਾ ਕੀਤੀ ਹੈ। ਪਾਪ ਪੁੰਨ ਗਣਤ ਗਣੀਨੀ, ਆਪ ਹੀ ਰਿਸ਼ੀਆਂ ਮੁਨੀਆਂ ਨੇ ਸਿਮਰਤੀਆਂ ਸ਼ਾਸਤਰਾਂ ਦੇ ਪਾਪਾਂ ਪੁੰਨਾਂ ਦੀ ਕਰਮਾਂ ਦੀ ਗਣਤ ਗਿਣਨਾ ਕੀਤੀ ਹੈ। ਪਾਪ ਪੁੰਨ ਗਣਤ ਗਣੀਨੀ, ਪਾਪ ਕਰਮ ਤੇ ਪੁੰਨ ਕਰਮਾਂ ਦੀ ਗਣਤ ਗਿਣਤੀ ਗਣੀਨੀ ਗਿਣਨਾ ਕੀਤੀ ਹੈ। ਜਿਸ ਬੁਝਾਏ ਸੋ ਬੁੱਝਸੀ, ਜਿਸ ਪੁਰਖ ਨੂੰ ਪਰਮੇਸ਼ਰ ਆਪ ਬੁਝਾਉਂਦਾ ਹੈ ਭਾਵ ਸਮਝਾਉਂਦਾ ਹੈ ਉਹੀ ਪਿੱਛੇ ਬੁੱਝ ਸੀ ਪੁੱਜਦਾ ਸੀ। ਜਿਸ ਨੂੰ ਹੁਣ ਬੁਝਾਉਂਦਾ ਹੈ ਉਹ ਪਰਮੇਸ਼ਰ ਇਸ ਦੇ ਆਨੰਦ ਨੂੰ ਬੁੱਝ ਸੀ ਬੁੱਝਦਾ ਹੈ ਤੇ ਜਾਂ ਫਿਰ ਅੱਗੇ ਨੂੰ ਵੀ ਬੁੱਝ ਸੀ ਬੁੱਝਣਗੇ ਜਿਨ੍ਹਾਂ ਤੇ ਕਿਰਪਾ ਕਰੇਗਾ ਜਿਨ੍ਹਾਂ ਨੂੰ ਜਣਾਏਗਾ। ਸੱਚਾ ਸ਼ਬਦ ਪਤੀਨੀ, ਪਰ ਇਹ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਪਤੀਨੀ ਪਤੀਜ ਦਾ ਅਜਮੈਸ਼ ਆਉਂਦੀ ਹੈ। ਜੋ ਸੱਚ ਸ਼ਬਦ ਨੂੰ ਕਮਾਉਂਦਾ ਹੈ ਉਸ ਦਾ ਮਨ ਪਰਮੇਸ਼ਰ ਤੇ ਪਤੀਜ ਆਉਂਦਾ ਹੈ। ਸਭ ਆਪੀ ਆਪ ਵਰਤਦਾ, ਸਾਰਿਆਂ ਵਿੱਚ ਪਰਮੇਸ਼ਰ ਆਪਣਾ ਆਪ ਰੂਪ ਹੋ ਕਰਕੇ ਵਰਤ ਰਿਹਾ ਹੈ। ਆਪੇ ਬਖਸ਼ ਮਿਲਾਈ, ਆਪੇ ਯਾਨੀ ਆਪ ਹੀ ਜੀਵਾਂ ਦੇ ਔਗਣਾਂ ਨੂੰ ਬਖਸ਼ ਕੇ ਆਪਣੇ ਸਰੂਪ ਚ ਮਿਲਾ ਲੈਂਦਾ ਹੈ। ਆਪ ਹੀ ਗੁਰਾਂ ਦੁਆਰਾ ਨਾਮ ਦੀ ਦਾਤ ਬਖਸ਼ ਕੇ ਆਪਣੇ ਸਰੂਪ ਚ ਮਿਲਾ ਲੈਂਦਾ ਹੈ। ਆਹੋ ਆਹੋ ਸੱਚੇ ਪਾਤਸ਼ਾਹ, ਹੇ ਸੱਚੇ ਪਾਤਸ਼ਾਹ ਤੂੰ ਵਾਹ ਅਚਰਜ ਹੈ ਤੇ ਵਾਹ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ, ਤੂੰ ਆਪ ਹੀ ਸੱਚੀ ਨਾਈ ਮਹਿਮਾ ਵਾਲਾ ਹੈ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਇਹ ਸ਼ਲੋਕ ਸਾਧ ਸੰਗਤ ਜੀ ਉਚਾਰਨ ਕਰਦੇ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਸਿੱਖਾਂ ਨੇ ਬੇਨਤੀ ਕੀਤੀ। ਮਹਾਰਾਜ ਜੋ ਭਗਤ ਫਰੀਦ ਸਾਹਿਬ ਜੀ ਦਾ ਸ਼ਲੋਕ ਹੈ ਕਿ ਫਰੀਦਾ ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰਤੇ ਰੱਬ ਸਿਉ ਤਿੰਨ ਤਨ ਰਤ ਨਾ ਹੋਏ। ਇਹ ਕਿਹਾ ਫਰੀਦ ਸਾਹਿਬ ਨੇ। ਇਹ ਮਹਾਰਾਜ ਕਿਵੇਂ ਹੋ ਸਕਦਾ? ਤੇ ਕਿਉਂਕਿ ਰਤ ਤੋਂ ਬਿਨਾਂ ਸਰੀਰ ਹੀ ਨਹੀਂ ਚੱਲ ਸਕਦਾ। ਉਹ ਕਹਿੰਦੇ ਵੀ ਉਹਦੇ ਰਤੇ ਨਹੀਂ ਹੁੰਦੀ।
ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਜਿਹੜਾ ਫਰੀਦ ਸਾਹਿਬ ਜੀ ਦਾ ਸ਼ਲੋਕ ਦਾ ਭਾਵ ਰੱਖਿਆ ਹੈ ਤੇ ਕਿ ਲਹੂ ਤੋਂ ਬਗੈਰ ਸਰੀਰ ਕਿਵੇਂ ਹੋ ਸਕਦਾ ਹੈ, ਇਹ ਸ਼ੰਕਾ ਬਣਦੀ ਸੀ, ਸਿੱਖਾਂ ਨੇ ਕੀਤੀ। ਪੰਜਵੇਂ ਪਾਤਸ਼ਾਹ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਇਹ ਸ਼ਲੋਕ ਦਾ ਉੱਤਰ ਦਿੱਤਾ ਹੋਇਆ। ਭਗਤ ਫਰੀਦ ਸਾਹਿਬ ਜੀ ਨੇ ਜੋ ਕਿਹਾ ਠੀਕ ਉਚਾਰਿਆ ਹੈ। ਇਸ ਦਾ ਤਾਤਪਰਜ ਸੁਣੋ। ਉਹ ਸਾਡੇ ਗੁਰੂ ਸਾਹਿਬ ਜੀ ਇਉਂ ਉਚਾਰਨ ਕਰਦੇ ਹਨ। ਤੀਸਰੇ ਪਾਤਸ਼ਾਹ ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਨੇ ਇਹ ਜਵਾਬ ਦਿੱਤਾ ਉਸ ਸ਼ਲੋਕ ਦਾ, ਇਹੋ ਤਨ ਸਭੋ ਰਤ ਹੈ। ਕਹਿੰਦੇ ਇਹ ਸਾਰਾ ਤਨ ਸਰੀਰ ਤਾਂ ਲਹੂ ਤੋਂ ਹੀ ਬਣਿਆ ਹੋਇਆ, ਮਾਂ ਦੀ ਰਗਤ ਹੀ ਹੈ ਨਾ, ਮਾਂ ਕੀ ਰਗਤ ਪਿਤਾ ਬਿੰਦ ਧਾਰਾ। ਤੇ ਇਸ ਕਰਕੇ ਇਹ ਰਤ ਖੂਨ ਤੋਂ ਬਿਨਾਂ ਬਗੈਰ ਤਨ ਚੱਲੇ ਨਹੀਂ ਸਕਦਾ, ਖੂਨ ਦੁਆਰੇ ਚੱਲਦਾ ਹੈ। ਖੂਨ ਖਤਮ ਹੋਇਆ ਸਰੀਰ ਖਤਮ ਹੋ ਜਾਂਦਾ ਹੈ। ਇਸ ਕਰਕੇ ਇਹ ਤਨ ਸਭੋ ਰਤ ਹੈ। ਹਾਂਜੀ, ਰਤ ਬਿਨ ਰਤ ਬਿਨ ਤਨ ਨਾ ਹੋਏ। ਇਹ ਸਰੀਰ ਰਤ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਲਹੂ ਸੁੱਕ ਜਾਂਦਾ ਹੈ, ਲਹੂ ਬਣਨੋਂ ਹਟ ਜਾਵੇ, ਸਰੀਰ ਨਾਸ ਹੋ ਜਾਂਦਾ ਹੈ। ਇਸ ਕਰਕੇ ਜੋ ਸਹਿ ਰਤੇ ਆਪਣਾ, ਇਹਦਾ ਮਤਲਬ ਜਿਹੜੇ ਗੁਰਮੁਖ ਆਪਣੇ ਪਤੀ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਏ ਹਨ, ਤਿਨ ਤਨ ਲੋਭ ਰਤ ਨਾ ਹੋਏ। ਉਹਨਾਂ ਦੇ ਤਨ ਸਰੀਰ ਵਿੱਚ ਲੋਭ ਰੂਪੀ ਰਤ ਨਹੀਂ ਹੁੰਦੀ। ਦੂਈ ਰਤਾ ਹੁੰਦੀ ਹੈ, ਲੋਭ ਰੂਪੀ ਰਤ ਨਹੀਂ ਹੁੰਦੀ। ਲੋਭ ਚ ਨਹੀਂ ਰਤੇ ਹੁੰਦੇ ਹਨ। ਭੈ ਪੈ ਤਨ ਖੀਣ ਹੋਏ। ਪਰਮੇਸ਼ਰ ਦਾ ਡਰ ਪੈਣ ਕਰਕੇ ਤਨ ਸਰੀਰ ਖੀਣ ਕਮਜ਼ੋਰ ਹੋ ਜਾਂਦਾ ਹੈ। ਲੋਭ ਰੂਪੀ ਰਤ ਜਿਹੜੀ ਹੈ ਤੇ ਉਹ ਦੱਸਦੇ ਨੇ ਲੋਭ ਰਤ ਵਿੱਚ ਹੋ ਜਾਏ। ਲੋਭ ਰੂਪੀ ਰਤ ਲਹੂ ਮਨ ਦੇ ਵਿੱਚੋਂ ਲੋਭ ਚ ਰਤਨਾ ਉਹ ਨਿਕਲ ਜਾਂਦਾ ਹੈ। ਪਾਪ ਪਦਾਰਥਾਂ ਦੇ ਜੋੜਨ ਦਾ ਲੋਭ ਨਿਵਰਤ ਹੋ ਜਾਂਦਾ ਹੈ। ਤੇ ਫਰੀਦ ਸਾਹਿਬ ਜੀ ਦੇ ਭਾਵ ਨੂੰ ਸਤਿਗੁਰੂ ਨੇ ਬਾਣੀ ਉਚਾਰ ਕੇ ਸਪਸ਼ਟ ਕਰ ਦਿੱਤਾ ਹੈ। ਅੱਗੇ ਦੱਸਦੇ ਹਨ ਹੁਣ, ਜਿਉ ਬੈਸੰਤਰ ਧਾਤ ਸੁਧ ਹੋਏ। ਤੇ ਜਿਵੇਂ ਬੈਸੰਤਰ ਅਗਨੀ ਦੇ ਪਾ ਕੇ ਸੋਨੇ ਆਦਿ ਨੂੰ ਧਾਤ ਜਿਹੜਾ ਹੈ ਸੁਧ ਕਰ ਲਈਦੀ ਹੈ, ਖੋਟ ਨਿਕਲ ਜਾਂਦੀ ਹੈ ਵਿੱਚੋਂ। ਜਿਉ ਬੈਸੰਤਰ ਧਾਤ ਸੁਧ ਹੋਏ। ਜਿਵੇਂ ਬੈਸੰਤਰ ਅਗਨੀ ਵਿੱਚ ਪਾ ਕੇ ਸੋਨੇ ਆ ਜਿਹੜੀ ਧਾਤੂ ਹੈ ਸੁਧ ਹੋ ਜਾਂਦੀ ਹੈ, ਉਹਦੇ ਚ ਮੈਲ ਕੱਟੀ ਜਾਂਦੀ ਹੈ। ਇਸੇ ਪ੍ਰਕਾਰ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ। ਜਿਵੇਂ ਹਰੀ ਪਰਮੇਸ਼ਰ ਦਾ ਡਰ ਜਿਹੜਾ ਹੈ ਉਹ ਖੋਟੀ ਮਤ ਮੈਲ ਹੈ ਜਿਹੜੀ ਮਲੀਨਤਾ ਇਹਦੇ ਵਿੱਚੋਂ ਗਵਾ ਦਿੰਦਾ ਹੈ, ਅੰਤਸ਼ਕਰਨ ਸੁਧ ਹੋ ਜਾਂਦਾ ਹੈ। ਨਾਨਕ ਤੇ ਜਨ ਸੋਹਣੇ। ਤੇ ਸਤਿਗੁਰੂ ਜੀ ਕਥਨ ਕਰਦੇ ਉਹ ਜਨ ਪੁਰਖ ਲੋਕ ਪਰਲੋਕ ਵਿੱਚ ਸੋਹਣੇ ਸੋਭਨੀਕ ਹੋ ਜਾਂਦੇ ਨੇ। ਜੋ ਰਤੇ ਹਰ ਰੰਗ ਲਾਏ। ਜਿਹੜੇ ਹਰ ਪਰਮੇਸ਼ਰ ਦੇ ਨਾਲ ਰੰਗ ਪ੍ਰੇਮ ਦੇ ਲਾ ਕਰਕੇ ਮਨ ਬਾਣੀ ਸਰੀਰ ਕਰਕੇ ਨਾਮ ਵਿੱਚ ਰਤੇ ਰੰਗੇ ਹੋਏ ਹਨ। ਮਹੱਲਾ ਤੀਜਾ। ਅੱਗੇ ਹੁਣ ਤੀਸਰੇ ਪਾਤਸ਼ਾਹ ਨੇ ਉਹ ਸ਼ਬਦ ਉਦੋਂ ਉਚਾਰਨ ਕੀਤਾ, ਗੋਇੰਦਵਾਲ ਸਾਹਿਬ ਗਵਈਏ ਆ ਗਏ ਉੱਥੇ। ਉਹਨਾਂ ਨੇ ਆ ਕੇ ਰਾਮਕਲੀ ਰਾਗ ਗਾਇਆ, ਬੜਾ ਸੋਹਣਾ ਗਾਇਆ। ਰਾਮਕਲੀ ਰਾਗਣੀ ਸੁਣ ਕੇ ਸਿੱਖ ਪ੍ਰਸੰਨ ਹੋ ਕੇ ਕਹਿਣ ਲੱਗੇ, ਮਹਾਰਾਜ ਬਹੁਤ ਸੋਹਣੀ ਰਾਮਕਲੀ ਰਾਗਣੀ ਗਾਈ ਹੈ। ਸੁਣ ਕੇ ਮਹਾਰਾਜ ਸਾਹਿਬ ਜੀ ਨੇ ਫਿਰ ਉਸ ਵੇਲੇ ਇਹ ਜਿਹੜਾ ਮਹੱਲਾ ਉਚਾਰਨ ਕੀਤਾ। ਮਹਾਰਾਜ ਸਾਹਿਬ ਜੀ ਦੱਸਦੇ ਹਨ, ਰਾਮਕਲੀ ਰਾਮ ਮਨ ਵਸਿਆ। ਇਹ ਭਾਈ ਰਾਮਕਲੀ ਰਾਗਣੀ ਗਾਉਣ ਵਾਲੇ ਦੇ ਜੇ ਮਨ ਦੇ ਹਿਰਦੇ ਦੇ ਵਿੱਚ ਰਾਮ ਪਰਮੇਸ਼ਰ ਵਸਿਆ ਹੋਵੇ ਤਾਂ ਫਿਰ ਇਹ ਰਾਮਕਲੀ ਰਾਗ ਗਾਇਆ ਹੋਇਆ ਤਾਂ ਸਫਲਾ ਹੈ। ਇਸ ਕਰਕੇ ਤਾਂ ਬਣਿਆ ਸੀਗਾਰ। ਤਾਂ ਹੀ ਗਾਉਣ ਦਾ ਸੁਰ ਤਾਲ ਇਤਿਆਦਿਕ ਇਹ ਸਿਗਾਰ ਹੈ। ਗਾਉਣ ਦਾ ਸਿਗਾਰ ਹੈ ਜਿਹੜਾ ਸੁਰ ਤਾਲ ਵਿੱਚ ਰਹਿਣਾ, ਸੰਗੀਤ ਨਿਯਮਾਂ ਵਿੱਚ ਰਹਿਣਾ, ਤਾਂ ਬਣਿਆ ਹੋਇਆ ਸਬਲਾ। ਇਸੇ ਪ੍ਰਕਾਰ ਜੇ ਰਾਮ ਕਲੀ ਰਾਮ ਮਨ ਵਸਿਆ। ਰਾਮ ਕਲੀ, ਰਾਮ ਪਰਮੇਸ਼ਰ ਰਮਿਆ ਹੋਇਆ ਪ੍ਰਮਾਤਮਾ, ਉਹਦੀ ਪ੍ਰਾਪਤੀ ਵਾਲੀ ਕਲੀ ਭਾਵ ਬੁੱਧੀ, ਭਾਵ ਜਿਵੇਂ ਬੂਟਿਆਂ ਵਿੱਚੋਂ ਕਲੀਆਂ ਨਿਕਲਦੀਆਂ ਹੁੰਦੀਆਂ ਨੇ, ਤੇ ਇਸੇ ਤਰ੍ਹਾਂ ਜਿਸ ਦੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਬੁੱਧੀ ਵਿੱਚੋਂ ਕਰਨਾ, ਮੈਤਰੀ, ਮੁਦਤਾ, ਅਪੇਖਾ ਆਦਿ ਕਲੀਆਂ ਨਿਕਲੀਆਂ ਹੋਈਆਂ, ਹਿਰਦੇ 'ਚ ਪਰਮੇਸ਼ਰ ਦਾ ਨਾਮ ਵਸਿਆ ਹੋਇਆ, ਤਾਂ ਫਿਰ ਇਹ ਸਮਝੀ ਉਸ ਦਾ ਵੈਰਾਗ ਵੀ ਖਟ ਸੰਪਤੀ ਆਦਿ ਤਾਂ ਬਣਿਆ ਸੀਗਾਰ। ਉਹਦਾ ਵੈਰਾਗ ਵੇ ਖਟ ਸੰਪਤੀ ਆਦ ਖਿਮਾ ਧਾਰਨ ਕਰਨੀ, ਸ਼ਾਂਤੀ ਰੂਪ ਸ਼ਿੰਗਾਰ ਤਾਂ ਬਣਿਆ ਹੋਇਆ ਸਫਲ। ਗੁਰ ਕੈ ਸ਼ਬਦ ਕਮਲ ਬਿਗਸਿਆ। ਜਿਨ੍ਹਾਂ ਦਾ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਹਿਰਦਾ ਕਮਲ ਖਿੜ ਗਿਆ ਹੈ, ਬਿਗਸਿਆ ਨਾਮ ਖਿੜਨ ਦਾ, ਤਾਂ ਸੌਪਿਆ ਭਗਤ ਭੰਡਾਰ। ਤਾਂ ਦੈਵੀ ਸੰਪਦਾ ਅੰਦਰੋਂ ਪ੍ਰਗਟ ਹੋ ਆਈ ਹੈ, ਤਾਂ ਉਸ ਨੂੰ ਸਤਿਗੁਰੂ ਜੀ ਨੇ ਭਗਤੀ ਰੂਪ
ਭੰਡਾਰ ਖਜ਼ਾਨਾ ਸੌਂਪਿਆ, ਅਰਪਣ ਕਰ ਦਿੱਤਾ ਹੈ। ਭਰਮ ਗਿਆ ਤਾਂ ਜਾਗਿਆ, ਜਦੋਂ ਭਰਮ ਨਿਵਰਤ ਹੋ ਗਿਆ ਤਦ ਫਿਰ ਇਹ ਮਨ ਗਿਆਨ ਅਵਸਥਾ ਵਿੱਚ ਜਾਗਿਆ, ਨਹੀਂ ਤਾਂ ਸੁੱਤਾ ਹੀ ਪਿਆ ਰਹਿੰਦਾ ਭਰਮ ਵਿੱਚ। ਚੂਕਾ ਅਗਿਆਨ ਅੰਧਾਰ, ਅਤੇ ਅਗਿਆਨ ਰੂਪੀ ਅੰਧਾਰ ਹਨੇਰਾ ਚੁੱਕਾ ਗਿਆ, ਫਿਰ ਉਹਦਾ ਦੂਰ ਹੋ ਗਿਆ, ਨਿਵਰਤ ਹੋ ਗਿਆ। ਚੂਕੇ ਦਾ ਅਰਥ ਹੀ ਚੁੱਕਣਾ, ਨਿਵਰਤ ਕਰ ਦੇਣਾ। ਇੱਕ ਥਾਂ ਤੋਂ ਜਿਹੜੀ ਚੀਜ਼ ਬਦਲ ਜਾਏ, ਕਹਿੰਦਾ ਫਲਾਣਾ ਚੀਜ਼ ਫਲਾਣੀ ਚੁੱਕ ਕੇ ਲੈ ਗਿਆ, ਤੇ ਇਹੋ ਨਿਵਰਤ ਹੋ ਜਾਂਦਾ ਹੈ। ਜਿਸ ਨੂੰ ਰੂਪ ਅਤਿ ਅਗਲਾ, ਜਿਸ ਦਾ ਪਰਮੇਸ਼ਰ ਦੇ ਨਾਲ, ਸਾਰੀ ਬੋਲੋ ਪੰਕਤੀ ਜੀ। ਜਿਸ ਹਰ ਨਾਲ ਪਿਆਰ, ਜਿਸ ਦਾ ਪਰਮੇਸ਼ਰ ਦੇ ਨਾਲ ਸਾਥ ਪਿਆਰ ਸਨੇਹ ਲੱਗਿਆ ਹੋਇਆ ਹੈ, ਤੇ ਤਿਸ ਨੂੰ, ਉਸ ਨੂੰ ਦਿਲ ਦੀ ਸਫਾਈ ਰੂਪ ਅਤ ਅਤਿਅੰਤ, ਅਗਲਾ ਬਹੁਤਾ ਰੂਪ ਚੜਿਆ ਹੋਇਆ ਹੈ, ਜਾਂ ਉਸ ਨੂੰ ਅਤ ਅਗਲਾ ਅਨਾਦ ਕਾਲ ਸਰੂਪ ਦੀ ਪ੍ਰਾਪਤੀ ਹੋ ਗਈ ਹੈ। ਤੇ ਐਸਾ ਜਿਹੜਾ ਅਨਾਦ ਕਾਲ ਸਰੂਪ ਦੀ ਪ੍ਰਾਪਤੀ ਹੋ ਗਈ, ਅੱਗੇ ਹੁਣ ਇਸਤਰੀ ਦਾ ਅਲੰਕਾਰ ਬਣਾ ਕੇ ਫਰਮਾਨ ਕਰਦੇ ਨੇ, ਸੁਣੋ ਜੀ। ਸਦਾ ਰਵੈ ਫਿਰ ਆਪਣਾ, ਜਿਹੜੀ ਇਸਤਰੀ ਤੇ ਆਪਣਾ ਜਾਣ ਕੇ ਸਦਾ ਹਮੇਸ਼ਾ ਫਿਰ ਪਤੀ ਦੇ ਸੁਖ ਨੂੰ ਤੇ ਰਵੈ ਮਾਣਦੀ ਹੈ। ਸੋਭਾਵੰਤੀ ਨਾਰ, ਉਹ ਨਾਰ ਇਸਤਰੀ ਸੋਭਾਵੰਤੀ, ਸੋਭਾ ਵਾਲੀ ਕਹਾਉਂਦੀ ਹੈ। ਇਸੇ ਪ੍ਰਕਾਰ ਜੇ ਸਦਾ ਰਵੈ ਫਿਰ ਆਪਣਾ, ਤੇ ਜੇ ਇਸੇ ਪ੍ਰਕਾਰ ਮਹਾਤਮਾ ਰੂਪੀ ਇਸਤਰੀ ਆਪਣਾ ਜਾਣ ਕੇ ਜੋ ਸਦਾ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਮਾਣਦੀ ਹੈ, ਅਤੇ ਉਹ ਫਿਰ ਸੋਭਾਵੰਤੀ ਨਾਰ, ਉਹ ਮਹਾਤਮਾ ਰੂਪੀ ਇਸਤਰੀ ਭਗਤੀ ਰੂਪੀ ਸੋਭਾ ਵਾਲੀ ਕਹਾਉਂਦੀ ਹੈ। ਮਨਮੁਖ ਸੀਗਾਰ ਨਾ ਜਾਣਨੀ, ਮਨਮੁਖ ਮਨ ਦੇ ਪਿੱਛੇ ਲੱਗਣ ਵਾਲੀ ਜੀਵ ਰੂਪੀ ਇਸਤਰੀ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਵੈਰਾਗ ਵਿਵੇਕ ਕੋਈ ਸਾਧਨਾ ਸਿਗਾਰ ਨੂੰ ਕਰਨਾ ਉਹ ਨਹੀਂ ਜਾਣਦੀ ਹੈ। ਜਾਸਨ ਜਨਮ ਸਭ ਹਾਰ, ਤੇ ਇਸ ਲਈ ਉਹ ਫਿਰ ਸਭ ਸਾਰੇ ਆਪਣੇ ਮਨੁੱਖਾ ਜਨਮ ਵਿਸ਼ਿਆਂ ਰੂਪੀ ਜੂਏ ਵਿੱਚ ਹਾਰ ਕੇ ਦੁਨੀਆ ਤੋਂ ਜਾਸਨ ਜਾਣ ਗਈਆਂ ਮਨਮੁਖ ਰੂਪੀ ਇਸਤਰੀਆਂ। ਬਿਨ ਹਰ ਭਗਤੀ ਸੀਗਾਰ ਕਰਹਿ, ਜੋ ਹਰ ਪਰਮੇਸ਼ਰ ਦੀ ਭਗਤੀ ਤੋਂ ਬਿਨ ਬਗੈਰ ਤੇ ਉਹ ਸਿਗਾਰ ਕਰਦੀ ਹੈ। ਬਿਨ ਹਰ ਭਗਤੀ ਸਿਗਾਰ ਕਰੇ, ਇਹ ਹਾਰ ਸ਼ਿੰਗਾਰ ਆਦ ਕਰਦੀ ਹੈ। ਜੋ ਨਿਤ ਜੰਮਹਿ ਹੋਏ ਖੁਆਰ, ਜੋ ਹਰ ਪਰਮੇਸ਼ਰ ਦੀ ਭਗਤੀ ਕਰੀ ਤੋਂ ਬਿਨ ਬਗੈਰ ਉਹ ਜਗਤ ਜਾਂ ਫਿਰ ਪੂਜਾ ਤ੍ਰਾਟਕ ਸਾਧਨ ਰੂਪ, ਸਾਧਨਾ ਕਰਨ ਰੂਪ, ਭੇਖ ਬਣਾਓ, ਸ਼ਿੰਗਾਰ ਕਰੇ ਕਰਦੀਆਂ ਜੀਵ ਰੂਪ ਇਸਤਰੀਆਂ, ਉਹ ਨਿਤ ਹਮੇਸ਼ਾ ਵਾਸ਼ਨਾ ਕਰਕੇ ਜੰਮਦੀਆਂ ਰਹਿੰਦੀਆਂ ਹਨ, ਵਿਸ਼ਿਆਂ ਵਿੱਚ ਕੁਸੰਗਤ ਕਰਕੇ ਨਰਕਾਂ ਵਿੱਚ ਖੁਆਰ ਹੁੰਦੀਆਂ ਰਹਿੰਦੀਆਂ ਹਨ। ਸਹਿ ਸਾਰੇ ਵਿੱਚ ਸੋਭ ਨਾ ਪਾਏ ਨੀ, ਉਹ ਸੰਸਾਰ ਜਗਤ ਦੇ ਵਿੱਚ ਸੋਭਾ ਨਹੀਂ ਪਾ ਸਕਦੀਆਂ ਹਨ। ਅੱਗੇ ਜੀ ਕਰੇ ਸੋ ਜਾਣੈ ਕਰਤਾਰ, ਅੱਗੇ ਪ੍ਰਲੋਕ ਜੋ ਪਰਮੇਸ਼ਰ ਕਰਮਾਂ ਅਨੁਸਾਰ ਫਲ ਦੇਣਾ ਕਰਦਾ ਹੈ, ਉਹ ਫਿਰ ਕਰਤਾਰ ਪਰਮੇਸ਼ਰ ਹੀ ਜਾਣਦਾ ਹੈ। ਅੱਗੇ ਜੋ ਕਰਤਾਰ ਪਰਮੇਸ਼ਰ ਦੇ ਕਰਮਾਂ ਅਨੁਸਾਰ ਫਲ ਦਿੰਦਾ ਹੈ, ਉਹ ਜਿਹੜਾ ਆਪ ਹੀ ਕਰਦਾ ਉਹ ਜਾਣਦਾ ਹੈ, ਜਾਂ ਪਰਮੇਸ਼ਰ ਜਾਣਦਾ, ਜਾਂ ਫਿਰ ਜਿਹੜੇ ਜੀਵ ਨੇ ਕੀਤਾ ਉਹ ਜਾਣਦਾ ਵੀ ਆਹ ਫਲ ਮਿਲਿਆ। ਨਾਨਕ ਸੱਚਾ ਏਕ ਹੈ, ਸਤਿਗੁਰੂ ਜੀ ਕਥਨ ਕਰਦੇ ਨੇ ਕਿ ਇੱਕ ਅਕਾਲ ਪੁਰਖ ਸੱਚਾ ਹੈ, ਬਾਕੀ ਸਾਰਾ ਸੰਸਾਰ ਜੋ ਹੈ ਉਹ ਜਗਤ ਜੋ ਹੈ ਦੋ ਵਿੱਚ ਹੈ ਸੰਸਾਰ, ਉਹ ਜਗਤ ਦੋਹਾਂ ਦਵੈਤ ਦੇ ਵਿੱਚ, ਦਵੈਤ ਦੇ ਅੰਦਰ ਹੈ। ਰਾਗ ਦਵੈਸ਼ ਮਿੱਤਰੂ ਸਤਰੂ ਵਿੱਚ ਬੁਰਾ ਭਲਾ ਸੁਭਾਅ ਹੈ। ਇਹ ਇਸ ਪ੍ਰਕਾਰ ਜੀਵ ਈਸ਼ ਦਾ ਭੇਦ ਆਦ ਇਹਨਾਂ ਦੋਹਾਂ ਦੇ ਵਿੱਚ ਸੰਸਾਰ ਪਿਆ ਹੋਇਆ ਹੈ। ਚੰਗਾ ਮੰਦਾ ਆਪ ਲਾਇਨ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਪਰਮੇਸ਼ਰ ਨੇ ਆਪ ਹੀ ਨਿਸ਼ਕਾਮ ਕਰਮ ਕਰਨ ਵਾਲਿਆਂ ਨੂੰ ਚੰਗੇ ਸ੍ਰੇਸ਼ਟ ਕੰਮਾਂ ਵਿੱਚ, ਤੇ ਤਮੋ ਗੁਣ ਸੁਭਾਅ ਵਾਲਿਆਂ ਨੂੰ, ਸਕਾਮੀ ਪੁਰਖਾਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਦੇਣ ਵਾਸਤੇ ਮੰਦੇ ਨੀਚ ਕਰਮਾਂ ਵਿੱਚ ਲਾਇਆ ਹੋਇਆ ਹੈ। ਤੇ ਇਸ ਕਰਕੇ ਸੋ ਕਰਨ ਜੇ ਆਪ ਕਰਾਏ ਕਰਤਾਰ, ਸੋ ਉਹ ਕਰਦੇ ਆ ਜਿਹੜਾ ਕਰਤਾਰ ਉਹਨਾਂ ਤੋਂ ਕਰਾਉਂਦਾ ਹੈ। ਭਾਵ ਜਿਹੜੇ ਨਿਸ਼ਕਾਮ ਕਰਮ ਕੀਤੇ ਨੇ ਉਹਨਾਂ ਦਾ ਫਲ ਵੱਖਰਾ ਹੁੰਦਾ ਹੈ, ਸਕਾਮ ਕਰਮ ਕੀਤੇ ਨੇ ਉਹਨਾਂ ਦਾ ਫਲ ਦੇਣ ਦੇ ਜੀ ਜੀਵ ਨੂੰ। ਸੋ ਉਹੀ ਕਰਮ ਕਰਾਉਂਦੇ ਆ। ਮਹਾਰਾਜ ਸਾਹਿਬ ਕਿਸੇ ਤੋਂ ਗਲਤ ਕੰਮ ਨਹੀਂ ਕਰਾਉਂਦੇ, ਉਹਦੀ ਪ੍ਰਾਲਬਧ ਐਸੀ ਆ, ਉਹਦਾ ਪ੍ਰਾਲਬਧ ਦਾ ਫਲ ਦੇ ਰਿਹਾ। ਉਹਨਾਂ ਨੂੰ ਉਸ ਕਰਮ ਦੇ ਵਿੱਚ ਕਰਤਾਰ ਪਰਮੇਸ਼ਰ ਨੇ
ਆਪ ਹੀ ਕਰਾਉਣਾ ਕੀਤਾ। ਇਹ ਕਰਮ ਕਰਾਉਂਦਾ ਉਹਨਾਂ ਦੇ ਕੋਲੋਂ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਹਨ ਜੀ, ਬਿਨ ਸਤਿਗੁਰ ਸੇਵੇ ਸ਼ਾਂਤ ਨਾ ਆਵਈ। ਪੂਰਨ ਸਤਿਗੁਰਾਂ ਦੇ ਸੇਵੇ ਟਹਿਲ ਕੀਤੇ ਤੋਂ ਬਗੈਰ ਆਤਮਿਕ ਸ਼ਾਂਤੀ ਨਹੀਂ ਆਉਂਦੀ ਹੈ। ਦੂਜੀ ਨਾਹੀ ਜਾਏ। ਦੂਜੀ ਦੂਸਰੀ ਦਵੈਤ, ਦੂਜੀ ਦੋ ਜੀਵ ਤੇ ਈਸ਼ ਦਾ ਭੇਦ ਆਦ ਦੁਬਦਾ ਵੀ ਅੰਦਰੋਂ ਨਹੀਂ ਜਾਂਦੀ। ਇਹ ਪਹਿਲਾਂ ਗੁਰਮਤ ਹੈ, ਦੂਸਰੀ ਦੁਰਮਤ ਹੈ, ਭਾਵ ਦੁਰਮਤ ਵੀ ਅੰਦਰੋਂ ਨਹੀਂ ਜਾਂਦੀ ਹੈ। ਜੀ ਬਹੁ ਤੀਰਾ ਲੋਚੀਐ। ਜੇਕਰ ਐਸੇ ਪੁਰਖ ਨੂੰ ਬਹੁਤਾ ਸਾਧਨ ਕਰਾ ਕੇ ਚੰਗਾ ਬਣਾਉਣ ਦਾ ਲੋਚੀਏ ਚਾਹੀਏ, ਗੁਰਾਂ ਨੂੰ ਮਿਲਾਉਣਾ ਚਾਹੀਏ, ਬਾ ਨਿਸ਼ਕਾਮ ਕਰਮਾਂ ਤੋਂ ਬਿਨ ਬਗੈਰ ਵਿਣ ਕਰਮਾ ਪਾਇਆ ਨਾ ਜਾਏ। ਨਿਸ਼ਕਾਮ ਕਰਮਾਂ ਤੋਂ ਬਗੈਰ ਪੂਰਾ ਗੁਰੂ ਜਾਂ ਪਰਮੇਸ਼ਰ ਨਹੀਂ ਪਾਇਆ ਜਾਂਦਾ ਹੈ। ਅੰਤਰ ਲੋਭ ਵਿਕਾਰ ਹੈ। ਜਿਨ੍ਹਾਂ ਦੇ ਹਿਰਦੇ ਦੇ ਪਦਾਰਥਾਂ ਦੇ ਜੋੜਨ ਦਾ ਲੋਭ, ਲਾਲਚ ਤੇ ਵਿਕਾਰ ਭੋਗਣ ਦਾ ਇਹ ਇੱਛਾ ਬਣੀ ਹੋਈ ਹੈ, ਉਹ ਪੁਰਸ਼ ਦੂਜਾ ਭਾਈ ਖੁਆਏ। ਤੇ ਉਹ ਫਿਰ ਦਵੈਤ ਭਾਵਨਾ 'ਚ ਖਰਾਬ ਹੁੰਦੇ ਆ। ਦਵੈਤ ਭਾਵ ਨੇ ਉਹਨਾਂ ਨੂੰ ਪਰਮੇਸ਼ਰ ਵੱਲੋਂ ਖਵਾ ਦਿੱਤਾ, ਭੁਲਾ ਦਿੱਤਾ ਹੈ। ਤਿਨ ਜੰਮਣ ਮਰਨ ਨਾ ਚੁੱਕੀ। ਉਹਨਾਂ ਨੇ ਜੰਮਣ ਮਰਨਾ ਜਿਹੜਾ ਸੀ ਨਾ ਚੁੱਕੀ, ਨਹੀਂ ਚੁੱਕਿਆ ਜਾਂਦਾ। ਜੰਮਦੇ ਮਰਦੇ ਰਹਿੰਦੇ ਨੇ, ਕਿਉਂਕਿ ਹਉਮੈ ਵਿੱਚ ਦੁੱਖ ਪਾਏ। ਕਿਉਂਕਿ ਉਹ ਦੇਹ ਦੀ ਹਉਮੈ ਹੰਗਤਾ ਵਿੱਚ ਹੋਣ ਕਰਕੇ ਜੰਮਣ ਮਰਨ ਦਾ ਦੁੱਖ ਪਾਉਂਦੇ ਹਨ। ਜਿਨੀ ਸਤਿਗੁਰ ਸਿਓ ਚਿਤ ਲਾਇਆ। ਜਿਨ੍ਹਾਂ ਨੇ ਸਤਿਗੁਰਾਂ ਦੇ ਨਾਲ ਚਿਤ ਬਿਰਤੀ ਨੂੰ ਲਾਉਣਾ ਕੀਤਾ ਹੈ, ਸੋ ਖਾਲੀ ਕੋਈ ਨਾਹੀ। ਉਹ ਕੋਈ ਵੀ ਸਤਿਗੁਰਾਂ ਦੇ ਦਰ ਤੋਂ ਖਾਲੀ ਸਖਣਾ ਨਹੀਂ ਜਾਂਦਾ ਹੈ। ਸਭ ਕਰਮ ਧਰਮ ਨਾਮ ਤੇ ਕਾਮ ਮੋਖ ਆਦਿ ਪਦਾਰਥਾਂ ਦੀ ਪ੍ਰਾਪਤੀ ਤੇ ਇਸ ਸੋ ਖਾਲੀ ਕੋਈ ਨਾ। ਇਸ ਉਹਨਾਂ ਨੂੰ ਸਾਰਾ ਕੁਝ ਪ੍ਰਾਪਤ ਹੋਏ, ਹਿਰਦੇ ਰੂਪੀ ਝੋਲੀ ਕਦੇ ਸਖਣੀ ਨਹੀਂ ਰਹਿੰਦੀ। ਧਰਮ ਅਰਥ ਕਾਮ ਮੋਖ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਤਿਨ ਜਮ ਕੀ ਤਲਬ ਨਾ ਹੋਈ। ਤੇ ਉਹਨਾਂ ਨੂੰ ਫੇਰ ਜਮ ਦੀ ਤਲਬ ਕੀ ਹੈ? ਤਿਮ ਜਮ ਡੰਡ ਨਾ ਲੱਗੀ ਜੋ ਹਰ ਲਿਵ ਜਾਗੇ। ਕਿਉਂ ਲੱਗੀ ਹੋਈ ਹੈ ਲਿਵ ਉਹਨਾਂ ਨੂੰ? ਇਸ ਕਰਕੇ ਫਿਰ ਉਹਨਾਂ ਨੂੰ ਜਮ ਦਾ ਤਲਬ ਨਾਮ ਸੱਦਣ ਦਾ ਹੁੰਦਾ ਹੈ। ਤਲਵਾਨਾ ਸਦਨ ਨੂੰ ਕਹਿੰਦੇ ਨੇ। ਇਹ ਨਹੀਂ ਹੁੰਦਾ ਹੈ। ਨਾ ਉਹ ਦੁੱਖ ਸਹਾਏ। ਨਾ ਉਹ ਨਰਕਾਂ ਦੇ ਦੁੱਖ ਨੂੰ ਸਹਾਰਨਗੇ। ਨਾਨਕ ਗੁਰਮੁਖ ਉਬਰੇ। ਸਤਿਗੁਰੂ ਜੀ ਕਥਨ ਕਰਦੇ ਉਹ ਗੁਰਮੁਖ ਸੰਸਾਰ ਸਮੁੰਦਰ ਤੋਂ ਬਚ ਗਏ ਹਨ, ਉਬਰੇ ਨਾ ਬਚਣ ਦਾ। ਸੱਚਾ ਸ਼ਬਦ ਸਮਾਏ। ਉਹ ਸੱਚੇ ਗੁਰਾਂ ਦੇ ਉਪਦੇਸ਼ ਦੇ ਵਿੱਚ ਸਮਾਏ ਗਏ, ਲੀਨ ਹੋ ਗਏ ਨੇ। ਤੇ ਇਸ ਕਰਕੇ ਉਹਨਾਂ ਨੂੰ ਕਮਾਈ ਕਰਕੇ ਸਮਾਹੜਾ ਆਨੰਦ ਪ੍ਰਾਪਤ ਹੋਇਆ ਹੈ। ਪੌੜੀ ਅੱਗੇ ਪੌੜੀ ਕਥਨ ਕੀਤੀ ਹੈ ਜੀ। ਆਪ ਅਲਿਪਤ ਸਦਾ ਰਹਿ। ਪਰਮੇਸ਼ਰ ਆਪ ਪਾਪ ਪੁੰਨ ਰਾਗ ਦਵੈਸ਼ ਸ਼ਤਰੂ ਮਿੱਤਰ ਆਦ ਇਹਨਾਂ ਤੋਂ ਉੱਪਰ ਮਹਾਰਾਜ ਅਲਿਪਤ ਨਿਰਲੇਪਨ ਤੇ ਜੀਵਾਂ ਵਾਲੇ ਕਰਤਵਾਂ ਤੋਂ ਸਦਾ ਹੀ ਹਮੇਸ਼ਾ ਅਲਿਪਤ ਨਿਰਲੇਪ ਰਹਿੰਦਾ ਹੈ ਪਰਮੇਸ਼ਰ। ਹੋਰ ਧੰਦਾ ਸਭ ਧਾਵੇ ਹੈ। ਹੋਰ ਸਭ ਸਾਰੇ ਜੀ ਸੰਸਾਰਕ ਧੰਦਿਆਂ ਦੇ ਵਿੱਚ ਧਾਵੇ ਦੌੜਦੇ ਰਹਿੰਦੇ ਨੇ। ਹੋਰ ਸੁਭਾਅ ਵਾਲੀ ਜਿਹੜੀ ਸ੍ਰਿਸ਼ਟੀ ਹੈ, ਹੋਰ ਸੁਭਾਅ ਵਾਲੀ ਸ੍ਰਿਸ਼ਟੀ ਬਾਸ਼ਨਾ ਕਰਕੇ ਰਾਜਸੀ ਤਾਮਸੀ ਸ਼ਾਂਤਕੀ ਇਹਨਾਂ ਧੰਦਿਆਂ ਵਿੱਚ ਦੌੜਦੀ ਰਹਿੰਦੀ ਹੈ। ਆਪ ਨਿਹਚਲ ਅਚਲ ਹੈ। ਪਰਮੇਸ਼ਰ ਆਪ ਅਚਲ ਰੂਪ ਹੈ ਤੇ ਉਹ ਸਰੂਪ ਵੀ ਉਸ ਦਾ ਅਚਲ ਹੈ। ਐਸਾ ਪਰਮੇਸ਼ਰ ਵਾਹਿਗੁਰੂ ਆਪ ਨਿਹਚਲ ਅਚਲ ਹੈ। ਇਹਨੂੰ ਅਚਲ ਨਹੀਂ ਕਹਿਣਾ, ਅਚਲ ਹੀ ਕਹਿਣਾ ਇਸ ਨੂੰ। ਹਾਂਜੀ। ਹੋਰ ਆਵਹਿ ਜਾਵਹਿ। ਉਹ ਆਪ ਅਚਲ ਪਰਬਤ ਵਾਂਗ ਚੱਲਣ ਤੋਂ ਰਹਿਤ ਆ। ਹੋਰ ਜੀਵਨ ਜਿੰਨੇ ਵੀ ਜੀਵਾਂ ਦੇ ਉਹ ਜਨਮ ਧਾਰ ਕੇ ਆਉਂਦੇ ਆ ਤੇ ਮ੍ਰਿਤੂ ਹੋ ਕੇ ਜਾਵੇ ਚਲੇ ਜਾਂਦੇ ਨੇ। ਸਦਾ ਸਦਾ ਹਰ ਧਿਆਈਐ। ਅੱਗੇ ਗੁਰਮੁਖ ਸੁਖ ਪਾਵਹਿ। ਜੋ ਗੁਰਾਂ ਦੁਆਰਾ ਸਦਾ ਸਦਾ ਹਮੇਸ਼ਾ ਵਿਚਾਰ ਪਰਮੇਸ਼ਰ ਦੇ ਨਾਮ ਨੂੰ ਧਿਆਈਏ, ਆਰਾਧਨਾ ਕਰਦੇ ਆ, ਉਹ ਗੁਰਮੁਖ ਜਨ ਆਤਮਿਕ ਸੁਖ ਆਨੰਦ ਨੂੰ ਪਾਉਂਦੇ ਹਨ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਐ ਨਿਜ ਘਰ ਵਾਸਾ ਪਾਈਐ। ਤੇ ਉਹਨਾਂ ਨੇ ਨਿਜ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਤੁਰਿਆ ਪਦ ਰੂਪੀ ਘਰ ਦੇ ਵਿੱਚ ਵਾਸਾ ਨਿਵਾਸ ਪਾਈਏ ਪਾਉਣਾ ਕੀਤਾ ਹੈ। ਸੱਚ ਸਿਫਤ ਸਮਾਵਹਿ। ਤੇ ਉਹ ਫਿਰ ਸੱਚੇ ਦੀ ਸਿਫਤ ਦੇ ਵਿੱਚ ਸਮਾਉਣਾ ਕਰੀਦਾ ਹੈ, ਸਮਾਉਣਾ ਕਰ ਜਾਂਦੇ ਨੇ। ਸੱਚਾ ਗਹਿਰ ਗੰਭੀਰ ਹੈ। ਜੋ ਸੱਚਾ ਪਰਮੇਸ਼ਰ ਗਹਿਰ ਡੂੰਘਾ ਗੰਭੀਰ ਨਿਰਹਲ ਹੈ। ਗਹਿਰ ਨਿਰਹਲ ਤੇ ਗੰਭੀਰਤਾ ਵਾਲਾ ਹੈ। ਐਸਾ ਜੋ ਵਾਹਿਗੁਰੂ ਹੈ। ਗੁਰ ਸ਼ਬਦ ਬੁਝਾਈ। ਤੇ ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ
ਤੇ ਬੁਝਾਈ ਸਮਝ ਆਉਂਦੀ ਹੈ। ਬੁਝਾਈ ਕਸ ਕੇ ਬੋਲਣਾ ਭਾਈ, ਬੁਝਾਈ ਬੂਝ ਆਉਂਦੀ ਹੈ, ਸਮਝ ਆਉਂਦੀ ਹੈ। ਇਹ ਗੁਰੂ ਸਾਹਿਬ ਜੀ ਨੇ ਸ਼ਬਦ ਦੁਆਰਾ ਸਿੱਖਿਆ ਸਮਝਾਉਣਾ ਕੀਤੀ ਹੈ। ਆਹੋ ਆਹੋ ਸੱਚੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ ਤੂੰ ਵਾਹ ਚਰਜ ਸੂਪ ਹੈ, ਵਾਹ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ, ਤੂੰ ਆਪ ਹੀ ਤੇਰੀ ਸੱਚੀ ਨਾਈ ਮਹਿਮਾ, ਸੱਚੀ ਮਹਿਮਾ ਵਾਲਾ ਹੈ। ਤੂੰ ਸੱਚੀ ਨਾਈ ਆਵਾਜ਼ ਵਾਲਾ ਹੈ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਕੇ ਸ਼ਲੋਕ ਉਚਾਰਨ ਕਰਦੇ ਹਨ ਜੀ। ਸੱਚਾ ਨਾਮ ਧਿਆਏ ਤੂੰ, ਹੇ ਜੀਵ ਤੂੰ ਸੱਚਾ ਸਤ ਸਰੂਪ ਪਰਮੇਸ਼ਰ ਦੇ ਨਾਮ ਨੂੰ ਇਕਾਗਰ ਚਿਤ ਹੋ ਕੇ ਧਿਆ ਕਰ, ਬਿਰਤੀ ਦੁਆਰਾ ਧਿਆਉਣਾ ਕਰ, ਨਿਸ਼ਚਾ ਕਰਕੇ। ਸਭ ਵਰਤੈ ਸੱਚ, ਇੱਕ ਇਹ ਵੀ ਨਿਸ਼ਚਾ ਕਰ ਲੈ ਸਾਰੀ ਜਗ੍ਹਾ ਸੱਚ ਸਰੂਪ ਹੀ ਵਰਤ ਰਿਹਾ ਹੈ। ਜਦ ਸੱਚੇ ਦਾ ਨਾਮ ਧਿਆਏਗਾ ਤਾਂ ਤੈਨੂੰ ਸਾਰਿਆਂ ਵਿੱਚ ਸੱਚ ਸਰੂਪ ਹੀ ਵਰਤਦਾ ਦਿਸੇਗਾ। ਐਸਾ ਪ੍ਰਕਾਸ਼ ਤੇਰੇ ਹਿਰਦੇ ਹੋਵੇਗਾ, ਭਾਵ ਕਿ ਅਵਰਨ ਦਾ ਪਰਦਾ ਤੇਰੇ ਅੰਦਰੋਂ ਚੁੱਕਿਆ ਜਾਵੇਗਾ। ਨਾਨਕ ਹੁਕਮ ਹੈ ਜੋ ਬੁੱਝੈ, ਸਤਿਗੁਰੂ ਕਥਨ ਕਰਦੇ ਜੋ ਜਿਹੜਾ ਪੁਰਖ ਗੁਰਾਂ ਦੇ ਪਰਮੇਸ਼ਰ ਦੇ ਨਾਮ ਨੂੰ ਜਪਨ ਰੂਪ ਇਸ ਹੁਕਮ ਨੂੰ ਬੁੱਝਦਾ ਹੈ, ਸਮਝਦਾ ਹੈ, ਬੁੱਝੈ ਪਾਰਿਓ ਕਸ ਕੇ ਬੋਲਣਾ ਇਸ ਨੂੰ ਵੀ। ਹਾਂਜੀ, ਸੋ ਫਲ ਪਾਏ ਸੱਚ, ਉਹ ਸੱਚ ਸਰੂਪ ਦੀ ਪ੍ਰਾਪਤੀ ਰੂਪ ਸ੍ਰੇਸ਼ਟ ਫਲ ਨੂੰ ਪਾ ਲੈਂਦਾ ਹੈ, ਸੱਚਾ ਬ੍ਰਹਮ ਗਿਆਨ ਰੂਪੀ ਫਲ ਪਾ ਲੈਂਦਾ ਹੈ। ਕਥਨੀ ਬਦਨੀ ਕਰਤਾ ਫਿਰੈ, ਜਿਹੜਾ ਗੁਰਾਂ ਦੁਆਰਾ ਸੱਚੇ ਪਰਮੇਸ਼ਰ ਦਾ ਨਾਮ ਜਪਨ ਰੂਪ, ਇਹ ਸਾਰੀ ਤੋਂ ਇਕੱਠੀ ਬੋਲ ਦੋ ਜੀ। ਕਥਨੀ ਬਦਨੀ ਕਰਤਾ ਫਿਰੈ, ਹੁਕਮ ਨਾ ਬੂਝੈ ਸੱਚ। ਜਿਹੜਾ ਗੁਰਾਂ ਦੁਆਰਾ ਸੱਚੇ ਪਰਮੇਸ਼ਰ ਦੇ ਨਾਮ ਜਪਨ ਰੂਪੀ ਹੁਕਮ ਨੂੰ ਤਾਂ ਬੁੱਝਦਾ ਨਹੀਂ, ਸਮਝਦਾ ਨਹੀਂ ਹੈ, ਤੇ ਕੇਵਲ ਬਦਨੀ ਮੁਖ ਮਦਨ ਨਾ ਮੂੰਹਦਾ ਹੈ। ਬਦਨੀ ਮੁਖ ਦੇ ਨਾਲ ਕਥਨੀ ਕਥਾ ਹੀ ਕਰਤਾ ਕਰਦਾ ਫਿਰਦਾ, ਮਾਇਆ ਦੀ ਪ੍ਰਾਪਤੀ ਵਾਸਤੇ ਕਥਾ ਕਰਦਾ, ਕੀਰਤਨ ਕਰਦਾ। ਤੇ ਇਸ ਪ੍ਰਕਾਰ ਜਿਹੜਾ ਐਸਾ ਹਾਲ ਹੈ। ਤੇ ਫਿਰ ਬੋਲ ਦੋ ਜੀ ਦੁਬਾਰੇ। ਕਥਨੀ ਬਦਨੀ ਕਰਤਾ ਫਿਰੈ, ਹੁਕਮ ਨਾ ਬੂਝੈ ਸੱਚ। ਭਾਵ ਕੋਈ ਸੋਹਣੀ ਕਥਨੀ ਕਥਾ ਕਰਨ ਵਾਲਾ ਜਾਣਦਾ ਹੋਵੇ, ਭਾਵੇਂ ਕੋਈ ਚੰਗੀ ਬਦਨੀ ਕਵੀਸ਼ਰੀ ਜਾਣਦਾ ਹੋਵੇ, ਬਦਨੀ ਕਵੀਸ਼ਰੀ ਦਾ ਨਾਂ ਇਉਂ ਕਰਦਾ ਹੋਇਆ ਦੁਨੀਆ 'ਚ ਫਿਰਦਾ ਰਹਿੰਦਾ ਹੋਵੇ, ਉਹ ਸੱਚੇ ਗੁਰਾਂ ਦੁਆਰਾ ਨਾਮ ਜਪਣ ਦਾ ਹੁਕਮ ਨਹੀਂ ਬੁੱਝਦਾ, ਉਹ ਗੁਰਾਂ ਦਾ ਹੁਕਮ ਨਹੀਂ ਬੁੱਝਦਾ। ਇਸੇ ਕਰਕੇ ਉਸ ਨੂੰ ਸੱਚ ਸੁਰ ਦੀ ਪ੍ਰਾਪਤੀ ਨਹੀਂ ਹੁੰਦੀ। ਨਾਨਕ ਹਰ ਕਾ ਭਾਣਾ ਮੰਨੇ, ਸੋ ਭਗਤ ਹੋਏ। ਸਤਿਗੁਰੂ ਕਥਨ ਕਰਦੇ ਜਿਹੜਾ ਹਰ ਪਰਮੇਸ਼ਰ ਦਾ ਭਾਣਾ ਹੁਕਮ ਮੰਨਦਾ ਉਹੀ ਅਸਲੀ ਭਗਤ ਹੋਏ ਹੁੰਦਾ ਹੈ। ਵਿਣ ਮੰਨੇ ਕੱਚਨ ਕੱਚ, ਜਿਹੜਾ ਭਾਣਾ ਮੰਨੇ ਤੋਂ ਵਿਣ ਬਗੈਰ, ਯਾਨੀ ਝੂਠਾ ਪੁਰਖ, ਉਹ ਕੀ ਹੈ? ਕੱਚਨ ਕੱਚ, ਕੱਚਿਆਂ ਤੋਂ ਵੀ ਕੱਚਾ। ਇਸ ਪ੍ਰਕਾਰ ਉਹ ਕੱਚਿਆਂ ਤੋਂ ਵੀ ਕੱਚਾ ਹੈ, ਕੱਚੇ ਵਿਸ਼ਿਆਂ ਵਿੱਚ ਲੱਗ ਕੇ ਕੱਚ ਕਚਿਆਈ ਵਾਲਾ ਹੈ। ਇਹ ਭਾਈ ਦੋ ਪਾਠ ਨੋਟ ਕਰ ਲੈਣੇ ਆ। ਜਿਹੜਾ ਤਾਂ ਹੈ ਦਮਦਮਾ ਸਾਹਿਬ ਦਾ ਪਾਠ, ਉਹ ਤਾਂ ਹੈਗਾ ਕੱਚਨ ਕੱਚ। ਜਿਹੜਾ ਹੈਗਾ ਅੰਮ੍ਰਿਤਸਰ ਸਾਹਿਬ ਦਾ ਪਾਠ ਕੱਚ ਨੇ ਕੱਚ, ਉਹ ਇਸ ਤਰ੍ਹਾਂ ਕਰਦੇ ਆ, ਅਰਥ ਦੋਨਾਂ ਹੀ ਬਣਦਾ, ਪਰ ਮੁੱਖ ਪਾਠ ਇਹ ਹੈ ਕੱਚਨ ਕੱਚ, ਇਹ ਮੁੱਖ ਪਾਠ ਰੱਖਣਾ। ਤੇ ਉਹਦਾ ਜਿਹੜਾ ਉਹ ਇਸ ਤਰ੍ਹਾਂ ਅਰਥ ਕਰਦੇ ਨੇ ਵੀ ਕੱਚ ਨਿਕੱਚ, ਕਿ ਉਹ ਨੇ ਕੱਚ ਨੇ ਵਿਸ਼ੇਸ਼ ਕਰਕੇ ਕੱਚਿਆਂ ਤੋਂ ਕੱਚਾ, ਅਰਥ ਫਿਰ ਵੀ ਨੇੜੇ ਚਲੇ ਗਿਆ, ਕੱਚਿਆਂ ਤੋਂ ਵੀ ਕੱਚਾ ਹੈ ਇਉਂ। ਪਰ ਪਾਠ ਇਹ ਦਮਦਮਾ ਸਾਹਿਬ ਵਾਲਾ ਮੁੱਖ ਰੱਖਣਾ ਜੀ। ਨਿਕੰਮਾ ਹੈ, ਕੱਚਿਆਂ ਤੋਂ ਵੀ ਕੱਚਾ ਨਿਕੰਮਾ ਹੈ। ਮਹੱਲਾ ਤੀਜਾ। ਅੱਗੇ ਮਹਾਰਾਜ ਸਾਹਿਬ ਜੀ ਤੀਸਰੇ ਪਾਤਸ਼ਾਹ ਅੰਮ੍ਰਿਤ ਬਚਨ ਕਰਦੇ ਹਨ ਜੀ ਮਹੱਲੇ ਵਿੱਚ। ਮਨਮੁਖ ਬੋਲ ਨਾ ਜਾਣਨੀ, ਮਨਮੁਖ ਪੁਰਸ਼ ਗੁਰਮੁਖਾਂ ਵਾਲੀ ਮਿੱਠੀ ਬੋਲੀ ਬੋਲਣਾ ਹੀ ਨਹੀਂ ਜਾਣਦੇ, ਜਿਵੇਂ ਗੁਰਮੁਖ ਬੋਲਦੇ ਆ। ਪਿਆਰ ਦਾ ਬਚਨ ਹੀ ਨਹੀਂ ਬੋਲਦੇ, ਪਰਮੇਸ਼ਰ ਦਾ ਜਸ ਬੋਲਣਾ ਹੀ ਨਹੀਂ ਜਾਣਦੇ। ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ। ਕਹਿੰਦੇ ਜੀ ਕੀ ਕਾਰਨ ਹੈ, ਕਿਉਂ ਨਹੀਂ ਉਹ ਗੁਰਮੁਖਾਂ ਵਾਲੀ ਬੋਲੀ ਬੋਲਣਾ ਜਾਣਦੇ? ਕਹਿੰਦੇ ਕਿਉਂਕਿ ਉਹਨਾਂ ਦੇ ਹਿਰਦੇ ਦੇ ਅੰਦਰ ਕਾਮ ਕ੍ਰੋਧ ਹੰਕਾਰ ਆਦਿ ਔਗਣ ਹਨ, ਤਾਂ ਨਹੀਂ ਮਿੱਠਾ ਬੋਲਦੇ। ਓਏ ਥਾਉ ਕੁਥਾਉ ਨਾ ਜਾਣਨੀ, ਉਹ ਮਨਮੁਖ ਪੁਰਖ ਚੰਗਾ ਥਾਂ ਜਾਂ ਕਥਾਂ ਖੋਟਾ ਥਾਂ, ਭਾਵ ਭਲਾ ਬੁਰਾ ਪਾਪ ਪੁੰਨ, ਸੰਗਤ ਕੁਸੰਗਤ, ਯੋਗਤਾ ਅਯੋਗਤਾ ਆਦਿ ਇਹ ਨਹੀਂ ਜਾਣਦੇ ਹਨ। ਉਹ ਇਹ ਥਾਂ ਕਥਾਂ ਨਾ ਜਾਣਨੀ, ਤੁਰਿਆ ਪਦਰੂਪੀ ਥਾਂ ਤੇ ਔਗਣਾ ਵਾਲਾ ਜਿਹੜਾ ਖੋਟਾ ਥਾਂ ਜਾਂ ਨਰਕ ਤੇ ਸੁਰਗ ਆਦਿ ਨੂੰ ਨਹੀਂ ਜਾਣਦੇ, ਕਿਉਂਕਿ ਹੁਣ ਅੰਤਰ ਲੋਭ ਵਿਕਾਰ। ਉਹਨਾਂ ਦੇ ਹਿਰਦੇ ਵਿੱਚ ਪਦਾਰਥਾਂ ਦੇ ਜੋੜਨ ਦਾ ਲੋਭ ਲਾਲਚ ਵਿਕਾਰ ਭੋਗਣ ਦੀ ਇੱਛਾ ਹੈ। ਓਏ ਆਪਣੇ ਸੁਆਈ ਆਏ ਬਹਿ ਗੱਲਾਂ ਕਰਹਿ,
ਉਹ ਭਾਈ ਗੁਰੂ ਘਰ ਆ ਕੇ ਵੀ ਮਨਮੁਖ ਆਪਣੇ ਮਤਲਬ ਵਾਸਤੇ ਸਤਸੰਗ ਦੇ ਵਿੱਚ ਆ ਜਾਣ, ਤਾਂ ਵੀ ਸਤਸੰਗ ਬਹਿ ਕੇ ਨਾ ਸੰਸਾਰੀ ਗੱਲਾਂ ਹੀ ਕਰੇ ਕਰਦੇ ਰਹਿੰਦੇ ਨੇ। ਉਹ ਨਾ ਮਾਰੇ ਜਮ ਜੰਦਾਰ, ਉਹਨਾਂ ਨੂੰ ਫੇਰ ਮਨਮੁਖਾਂ ਨੂੰ ਜਮ ਜੰਦਾਰ ਤੋਂ ਜਿਹੜਾ ਜਮ ਹੈ ਨਾ ਉਹ ਜਿੰਦ ਦਾ ਬੈਰੀ ਹੈ, ਜੰਦ ਜਿੰਦ ਦਾ ਆਰ ਬੈਰੀ ਜੰਦਾਰ। ਉਹ ਜਮਦੂਤ ਡੰਡਿਆਂ ਨਾਲ ਮਾਰੇ, ਜਮ ਕਾ ਡੰਡ ਮੂੰਡ ਮੈਂ ਲੱਗੇ, ਖਿਨ ਮੈਂ ਕਰੇ ਨਵੇਰਾ, ਇਉਂ ਮਾਰਦਾ। ਅੱਗੇ ਦਰਗਹ ਲਿਖੈ ਮੰਗੇ, ਅੱਗੇ ਪਰਲੋਕ ਦੇ ਵਿੱਚ ਦਰਗਾਹ ਭਾਵ ਨਿਆਂ ਸਥਾਨ ਜਿਹੜਾ ਬੈਕੁੰਠ ਹੈ, ਤੇ ਮਨਮੁਖਾਂ ਤੋਂ ਕੀਤੇ ਹੋਏ ਕਰਮਾਂ ਦਾ ਲੇਖਾ ਮੰਗਿਆ ਜਾਏਗਾ, ਹਿਸਾਬ ਮੰਗਿਆ ਜਾਏਗਾ, ਕਿਉਂਕਿ ਉੱਥੇ ਫਿਰ ਮਾਰ ਖੁਆਰ ਕੀਚਹਿ ਕੂੜਿਆਰ, ਜਿਹੜੇ ਕੂੜਿਆਰ ਝੂਠ ਦੀ ਪ੍ਰਾਪਤੀ ਵਾਲੇ ਪੁਰਖ ਮਾਰ ਮਾਰ ਕੇ ਖੁਆਰ ਕੀਚੈ ਕੀਤੇ ਜਾਣਗੇ। ਉਹਨਾਂ ਦੇ ਨਾਨਕ ਆਖੈ ਰੇਮ ਨਾ ਸੁਣੀਆਂ ਸਿੱਖ ਸਹੀ, ਲੇਖਾ ਰੱਬ ਮਗੇਸੀਆ ਬੈਠਾ ਕੱਢ ਬਹੀ। ਉੱਥੇ ਲੇਖਾ ਜਿੱਥੇ ਪਾਈ ਪਾਈ ਦਾ ਹਿਸਾਬ ਕਿਤਾਬ ਹੋਣਾ ਹੈ, ਇਸ ਕਰਕੇ ਮਹਾਰਾਜ ਕਹਿੰਦੇ ਉੱਥੇ ਲੇਖਾ ਹੋਏਗਾ ਫਿਰ ਉਹਨਾਂ ਦਾ, ਤੇ ਉੱਥੇ ਉਹਨਾਂ ਤੇ ਮਾਰਾਂ ਪੈਣਗੀਆਂ। ਇਹ ਕੂੜੈ ਕੀ ਮਲ ਕਿਉਂ ਉਤਰੈ, ਇਹ ਝੂਠ ਦੀ ਮਲ ਮੈਲ ਅੰਦਰੋਂ ਕਿਵੇਂ ਉਤਰੇ, ਕਿਵੇਂ ਲੱਥੇ। ਕੋਈ ਕੱਢੋ ਇਹੋ ਵਿਚਾਰ, ਇਹ ਨਿਰਣਾ ਕਰਕੇ ਕੋਈ ਵਿਚਾਰ ਨੂੰ ਮੁੱਖੋਂ ਕੱਢੋ ਤਾਂ ਸਹੀ, ਦੱਸੋ ਤਾਂ ਸਹੀ, ਦੱਸਣਾ ਕਰੋ। ਸਤਿਗੁਰ ਮਿਲੈ ਤਾ ਨਾਮ ਜੜਾਏ, ਪੁੱਤਰ ਹੈ ਜਦੋਂ ਜੀ ਪੂਰੇ ਸਤਿਗੁਰਾਂ ਨੂੰ ਮਿਲਦਾ ਹੈ ਤਾਂ ਫਿਰ ਪੂਰੇ ਸਤਿਗੁਰੂ ਪਰਮੇਸ਼ਰ ਦਾ ਨਾਮ ਇਹਨੂੰ ਦ੍ਰਿੜ ਕਰਾਉਂਦੇ ਨੇ, ਤਾਂ ਨਾਮ ਦ੍ਰਿੜਾਏ, ਦ੍ਰਿੜ ਕਰਾਉਂਦੇ ਨੇ, ਪੱਕਾ ਕਰਾ ਦਿੰਦੇ ਨੇ। ਸਭ ਕਿਲ ਵਿਖ ਕੱਟਣ ਹਾਰ, ਜੋ ਸਭ ਸਾਰੇ ਕਿਲ ਵਿਖ ਪਾਪਾਂ ਨੂੰ ਕੱਟਣ ਵਾਲਾ ਹੈ, ਕੱਟਣਹਾਰ ਕੱਟਣ ਵਾਲਾ ਹੈ। ਬ੍ਰਾਹਮਣ ਕਹਿ ਲਈ ਘਾਤ ਕੰਜਕਾਨ ਚਾਰੀ ਕਾ ਧਾਨ, ਇਹ ਚਾਰੇ ਕਿਲ ਵਿਖ ਨੂੰ ਕੱਟਣ ਵਾਲਾ ਹੈ। ਨਾਮ ਜਪੇ ਨਾਮੋ ਆਰਾਧੇ, ਜੋ ਪਰਮੇਸ਼ਰ ਦੇ ਨਾਮ ਨੂੰ ਬਾਣੀ ਕਰਕੇ ਜਪੇ ਜਪਦਾ ਹੈ ਮੁਖ ਦੁਆਰਾ, ਕਬੀਰ ਸੋ ਮੁਖ ਧਨ ਹੈ ਜੇ ਉਹ ਕਈ ਆਰਾਮ, ਮਨ ਕਰਕੇ ਭਾਵ ਨਾਲ ਪਰਮੇਸ਼ਰ ਦੇ ਨਾਮ ਤੇ ਨਾਮ ਨੂੰ ਆਰਾਧਨ ਕਰਦਾ ਧਿਆਉਂਦਾ ਹੈ। ਤਿਸ ਜਨ ਕੋ ਕਰੋ ਸਭ ਨਮਸਕਾਰ, ਭਾਈ ਉਸ ਗੁਰਮੁਖ ਨੂੰ ਤਾਂ ਸਾਰੇ ਨਮਸਕਾਰ ਬੰਦਨਾ ਕਰੋ, ਤੇ ਗੁਰਬਾਣੀ ਦੇ ਵਿੱਚ ਉਹਨਾਂ ਦਾ ਸਤਿਕਾਰ ਕਰਨਾ ਲਿਖਿਆ। ਮਲ ਕੂੜੀ ਨਾਮ ਉਤਾਰੀਆਂ, ਵਿਸ਼ੇ ਵਾਸਨਾ ਰੂਪੀ ਜਿਹੜੀ ਮੈਲ ਹੈ, ਮਿਥਿਆ ਪਦਾਰਥਾਂ ਦੀ ਪ੍ਰਾਪਤੀ ਰੂਪੀ ਕੂੜੀ ਝੂਠੀ ਮਲ ਮੈਲ ਹੈ, ਇਹ ਅੰਮ੍ਰਿਤ ਨਾਮ ਦੇ ਨਾਲ ਉਤਾਰੀਆਂ। ਅੰਮ੍ਰਿਤ ਨਾਮ ਹੈ ਵਾਹਿਗੁਰੂ, ਇਹ ਉਹਦੇ ਨਾਲ ਉਤਾਰੀ ਜਾਂਦੀ ਹੈ। ਜਪ ਨਾਮ ਹੋਆ ਸਚਿਆਰ, ਉਹ ਨਾਮ ਅੰਮ੍ਰਿਤ ਨੂੰ ਜਪ ਕੇ ਸਚਿਆਰ ਸਚਾਈ ਵਾਲਾ ਹੋ ਜਾਂਦਾ ਹੈ, ਸੱਚ ਸਰੂਪ ਦੀ ਪ੍ਰਾਪਤੀ ਵਾਲਾ ਹੋਇਆ ਹੈ। ਜਨ ਨਾਨਕ ਜਿਸ ਦੇ ਇਹ ਚਲਤ ਹੈ, ਸਤਿਗੁਰੂ ਜੀ ਜਨ ਦਾਸਾ ਭਾਵ ਧਾਰ ਕੇ ਕਥਨ ਕਰਦੇ ਹੈ ਕਿ ਜਿਸ ਵਾਹਿਗੁਰੂ ਦੇ ਇਹ ਚਲਤ ਕੌਤਕ ਹਨ, ਸੋ ਜੀਵੋ ਦੇਵਨਹਾਰ, ਉਹ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮੇਸ਼ਰ ਦਾ ਪ੍ਰੇਮ ਵਿੱਚ ਮਸਤ ਹੋ ਕੇ ਜੀਵੋ ਜਿਉਂਦਾ ਹੈ ਤੇ ਅਮਰ ਰੂਪ ਹੈ। ਪੌੜੀ ਅੱਗੇ ਪੌੜੀ ਕਥਨ ਕਰਦੇ ਹਨ ਜੀ, ਤੁਧ ਜੀਵੜ ਦਾਤਾ ਨਾਹਿ, ਹੇ ਵਾਹਿਗੁਰੂ, ਹੇ ਮੇਰੇ ਪਰਮੇਸ਼ਰ ਜੀ, ਤੇਰੇ ਜਿੱਡਾ ਦਾਤਾ ਸੰਸਾਰ ਦੇ ਵਿੱਚ ਹੋਰ ਨਹੀਂ ਹੈ ਕੋਈ। ਦਦਾ ਦਾਤਾ ਇੱਕ ਹੈ, ਇੱਕੋ ਹੀ ਦਾਤਾ ਹੈ। ਜਗਤ ਭਿਖਾਰੀ ਫਿਰਤਾ ਹੈ, ਸਭ ਕੋ ਦਾਤਾ ਤੂੰ ਇੱਕੋ ਹੀ ਦਾਤਾ ਹੈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਇੱਕੋ ਹੀ ਆ ਤੂੰ, ਹੋਰ ਨਹੀਂ ਤੇਰੇ ਮੁਕਾਬਲੇ ਚ ਹੈ ਦਾਤਾਂ ਦੇਣ ਵਾਲਾ। ਤੇਰੀਆਂ ਹੀ ਦਾਤਾਂ ਨੇ ਜਿੰਨੀਆਂ ਵੀ ਹਨ। ਕਿਸ ਆਖ ਸੁਣਾਈਏ, ਤੇ ਹੋਰ ਕਿਹਦੇ ਅੱਗੇ ਜਾ ਕੇ ਤੇਰੀ ਸਿਫਤ ਕਹਿ ਕੇ ਸੁਣਾਈਏ, ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਤੇ ਇਸ ਕਰਕੇ ਕਿਵੇਂ ਸਿਫਤ ਕਹਿ ਕੇ ਸੁਣਾਈਏ ਮਹਾਰਾਜ, ਦੂਸਰਾ ਨਹੀਂ ਕੋਈ ਤੇਰੇ ਵਰਗਾ ਦਾਤਾ। ਜੇ ਕੋਈ ਹੋਰ ਹੋਵੇ ਉਹਦੀ ਸਿਫਤ ਕਰ ਦਈਏ ਵੀ ਆ ਵੀ ਹੈਗਾ ਰੱਬ ਵਰਗਾ ਦਾਤਾ, ਪਰ ਨਹੀਂ ਹੈ। ਗੁਰ ਪ੍ਰਸਾਦੀ ਪਾਏ, ਤੇ ਹੇ ਪਰਮੇਸ਼ਰ ਗੁਰ ਪ੍ਰਸਾਦੀ ਸਤਿਗੁਰਾਂ ਦੀ ਕਿਰਪਾ ਦੁਆਰਾ ਤੇਰੀ ਪ੍ਰਾਪਤੀ ਵਾਲੇ ਸਤਸੰਗ ਰੂਪੀ ਥਾਂ ਨੂੰ ਪਾ ਲਿਆ ਹੈ ਜਿਨ੍ਹਾਂ ਨੇ। ਜਿੱਥੋਂ ਹਉਮੈ ਜਾਈਐ, ਤੇ ਜਿੱਥੇ ਹਉਮੈ ਦੀ ਨਿਵਰਤੀ ਹੁੰਦੀ ਹੈ, ਚਲੀ ਜਾਂਦੀ ਹੈ ਹਉਮੈ, ਗੁਰਾਂ ਦੀ ਕਿਰਪਾ ਦੁਆਰਾ ਜਿਸ ਨੇ ਹਿਰਦੇ ਵਿੱਚੋਂ ਦੇਹ ਦੀ ਹੰਗਤਾ ਨਿਵਰਤ ਕਰ ਦਿੱਤੀ, ਹੰਗਤਾ ਜਿਹਦੀ ਚਲੀ ਗਈ ਹੈ, ਉਸ ਨੇ ਤੇਰੇ ਸਰੂਪ ਨੂੰ ਪਾ ਲਿਆ ਹੈ। ਇਉਂ ਪਾਇਆ ਹੈ। ਰਸ ਕਸ ਸਾਧਾਂ ਵਾਹਰਾ, ਹੇ ਪਰਮੇਸ਼ਰ ਤੂੰ ਦੁਨੀਆ ਦੇ ਰਸਾਂ ਕਸਾਂ, ਇਹਨਾਂ 6 ਰਸਾਂ ਤੋਂ ਸ਼ੀਕ ਮਸ਼ੀਦੀ 36 ਹੋ ਜਾਂਦੇ ਹੈ, ਇੱਕ ਇੱਕ ਦੇ ਵਿੱਚ 6 ਅੱਗੇ ਹੋ ਜਾਂਦੇ ਨੇ। ਇਹ 36 ਪ੍ਰਕਾਰ ਦੇ ਰਸ ਮੰਨੇ ਆ, ਭੋਜਨ ਮੰਨੇ ਆ, ਤੇ ਉਹ ਕੱਢੇ ਹੋਏ ਅਰਕ
ਉਹਨਾਂ ਨੂੰ ਕਸੀਸ ਦੇ ਕੇ, ਤੇ ਉਹਨਾਂ ਦਾ ਸਵਾਦ ਇਹਨਾਂ ਸਵਾਦਾਂ ਤੋਂ ਬਾਹਰ ਹੈ। ਇਸ ਲਈ ਤੇਰੀ ਸੱਚੀ ਵਡਿਆਈ ਹੈ। ਰਸ ਕਾ ਸਾਦਾਂ ਬਾਹਰ ਸੱਚੀ ਵਡਿਆਈ ਹੈ। ਤੇਰੀ ਵਡਿਆਈ ਜਿਹੜੀ ਮਹਿਮਾ ਸੱਚੀ ਹੈ, ਇਹਨਾਂ ਰਸਾਂ ਕਸਾਂ ਸਵਾਦਾਂ ਤੋਂ ਬਾਹਰ। ਤੇ ਜਿਹੜੇ ਰਸਾਂ ਕਸਾਂ ਸਵਾਦਾਂ ਤੋਂ ਬਾਹਰ ਹੈ ਸਤਪੁਰਸ਼ ਸਦਾ ਨਾਮ ਨੂੰ ਜਪਦੇ ਨੇ, ਉਹ ਸੱਚੀ ਬ੍ਰਹਮ ਗਿਆਨ ਜਾਂ ਆਪ ਪਰਮੇਸ਼ਰ ਰੂਪ ਦੀ ਵਡਿਆਈ ਵਾਲੇ ਹਨ। ਜੇ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਜਿਸ ਨੂੰ ਬਖਸ਼ੇ ਤਿਸ ਦੀ, ਜਿਸ ਨੂੰ ਗੁਰਾਂ ਦੁਆਰਾ ਬਖਸ਼ ਲੈਂਦਾ ਹੈ, ਉਸ ਨੂੰ ਗੁਰਾਂ ਦੁਆਰਾ ਆਪਣੇ ਨਾਮ ਦੀ ਦਾਤ ਦੇ ਦਿੰਦਾ ਹੈ। ਆਪ ਲਈ ਮਿਲਾਈਐ, ਆਪ ਆਪਣੇ ਨਾਲ ਮਿਲਾਈਆ, ਮਿਲਾ ਕਰਕੇ ਅਭੇਦ ਕਰ ਲਈ ਲੈਂਦਾ ਹੈ ਤੂੰ ਮਹਾਰਾਜ। ਘਟ ਅੰਤਰ ਅੰਮ੍ਰਿਤ ਰਖਿਓ ਨ, ਤੇ ਪਰਮੇਸ਼ਰ ਹੇ ਵਾਹਿਗੁਰੂ ਤੂੰ ਸਾਰਿਆਂ ਦੇ ਜਿੰਨੇ ਸਰੀਰ ਸਾਜੇ ਨੇ, ਇਹਨਾਂ ਦੇ ਵਿੱਚ ਸਰੀਰਾਂ ਦੇ ਵਿੱਚ ਅੰਤਸ਼ ਕਰਨ ਸਾਰਿਆਂ ਦੇ ਘਟ ਹਿਰਦੇ ਦੇ ਅੰਤਰ ਵਿੱਚ ਆਪਣਾ ਨਾਮ ਅੰਮ੍ਰਿਤ ਰੱਖਿਆ ਹੋਇਆ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਰੱਖਿਆ ਹੋਇਆ ਹੈ। ਗੁਰਮੁਖ ਕਿਸੈ ਪਿਆਈ, ਪਰ ਕਿਸੇ ਬਿਰਲੇ ਗੁਰਮੁਖ ਨੂੰ ਗੁਰਾਂ ਦੁਆਰਾ ਇਹ ਨਾਮ ਅੰਮ੍ਰਿਤ ਪਿਲਾਉਂਦਾ ਹੈ, ਹਰ ਇੱਕ ਨਹੀਂ ਪਾ ਸਕਦਾ। ਆਹੋ ਆਹੋ ਸੱਚੇ ਪਾਤਸ਼ਾਹ, हे ਸੱਚੇ ਪਾਤਸ਼ਾਹ ਤੂੰ ਬਹੁ ਅਚਰਜ ਹੈ। हे ਸੱਚੇ ਪਾਤਸ਼ਾਹ ਬਹੁ ਬਿਸਮਾਦ ਰੂਪ ਹੈ ਤੂੰ ਸੱਚੀ ਨਾਈ, ਤੂੰ ਆਪ ਵੀ ਸੱਚਾ ਹੈ ਮਹਾਰਾਜ, ਤੇ ਨਾਈ ਮਹਿਮਾ ਤੁਹਾਡੀ ਉਹ ਵੀ ਸੱਚੀ ਹੈ। ਤੂੰ ਵੀ ਸੱਚਾ ਹੈ, ਤੇਰੀ ਮਹਿਮਾ ਵੀ ਸੱਚੀ ਹੈ ਮਹਾਰਾਜ। ਐਸਾ ਤੇਰਾ ਸਰੂਪ ਹੈ। ਆਓ ਹੁਣ ਸਾਧ ਸੰਗਤ ਜੀ, ਇੱਥੇ ਹੀ ਸਮਾਪਤੀ ਹੁੰਦੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ। ਕੱਲ ਨੂੰ ਜਿਸ ਪ੍ਰਕਾਰ ਸਤਿਗੁਰੂ ਅੱਗੇ ਕਿਰਪਾ ਕਰਨਗੇ, ਇਹ ਲੜੀਵਾਰ ਕਥਾ ਦੇ ਵਿੱਚ ਜਿਵੇਂ ਅੱਗੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਇਹ ਬਚਨ ਆਏਗਾ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਹਾਂਜੀ। ਘਟ ਅੰਤਰ ਅੰਮ੍ਰਿਤ ਰਖਿਓ ਨ, ਗੁਰਮੁਖ ਕਿਸੈ ਪਿਆਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।